हाँ जी दोस्तों, मीडिया प्रवास ਵੱਲੋਂ ਆਪਣੇ ਪ੍ਰੋਗਰਾਮ ਸੰਵਾਦ ਹੈਡ ਟੂ ਹੈਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੀ 6ਵੀਂ ਲੜੀ ਦੇ ਵਿੱਚ ਅੱਜ ਅਸੀਂ ਚਰਚਾ ਕਰ ਰਹੇ ਹਾਂ। ਅੱਜ ਦਾ ਵਿਸ਼ਾ ਹੈ ਬੰਦਾ ਸਿੰਘ ਬਹਾਦਰ ਅਤੇ ਕਿਸਾਨ ਸੰਘਰਸ਼। ਦੋਸਤੋ, ਜਿਵੇਂ ਕਿ ਪੰਜਾਬ ਦਾ ਇਤਿਹਾਸ ਹੈ ਤੇ ਜਿਵੇਂ ਪੰਜਾਬ ਨੂੰ ਆਪਣੇ ਇਤਿਹਾਸ ਤੇ ਮਾਣ ਹੈ, ਇੱਕ ਵਾਰ ਫਿਰ ਪੰਜਾਬ ਸੰਘਰਸ਼ ਦੇ ਮੋਰਚੇ ਦੇ ਵਿੱਚ ਹੈ ਤੇ ਪੰਜਾਬ ਨੇ ਬਹੁਤ ਵੱਡੇ ਸੰਘਰਸ਼ ਲੜੇ ਨੇ, ਜਿੱਤਾਂ ਪ੍ਰਾਪਤ ਕੀਤੀਆਂ ਨੇ, ਸ਼ਹਾਦਤਾਂ ਦਿੱਤੀਆਂ ਨੇ, ਪਰ ਕਦੇ ਪਿੱਛੇ ਨਹੀਂ ਮੁੜਿਆ। ਸੋ ਪੰਜਾਬੀਆਂ ਦੀ ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਵੇਲੇ ਫਿਰ ਪੰਜਾਬ ਸੰਘਰਸ਼ ਦੇ ਪਿੜ ਵਿੱਚ ਹੈ। ਇੱਕ ਪਾਸੇ ਨੇ ਕਿਰਤ ਕਰਨ ਵਾਲੇ ਲੋਕ ਤੇ ਦੂਜੇ ਪਾਸੇ ਨੇ ਕਿਰਤ ਨੂੰ ਲੁੱਟਣ ਵਾਲੇ ਲੋਕ। ਇਹ ਦੋ ਤਰ੍ਹਾਂ ਦਾ ਯੁੱਧ ਇਸ ਵੇਲੇ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ, ਜਿਹਨੇ ਪੂਰੇ ਦੇਸ਼ ਤੱਕ ਫੈਲਣਾ ਹੈ। ਤੇ ਇਸ ਸੰਘਰਸ਼ ਦੇ ਬਹੁਤ ਸਾਰੇ ਸਰੋਕਾਰ ਨੇ, ਬਹੁਤ ਸਾਰੇ ਪਹਿਲੂ ਨੇ, ਪਰ ਅੱਜ ਜਿਸ ਪਹਿਲੂ ਤੇ ਆਪਾਂ ਚਰਚਾ ਕਰ ਰਹੇ ਹਾਂ ਉਹ ਪਹਿਲੂ ਹੈ ਕਿ ਸਾਡੇ ਉਹ ਨਾਇਕ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਮੀਲ ਪੱਥਰ ਕਾਇਮ ਕੀਤੇ, ਜਿਨ੍ਹਾਂ ਨੇ ਵੱਡੇ ਸੰਘਰਸ਼ ਕੀਤੇ, ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਨੂੰ ਇੱਕ ਨਵੀਂ ਸੇਧ ਦਿੱਤੀ ਤੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਹਨਾਂ ਨਾਇਕਾਂ ਦੀ ਫਹਿਰਿਸਤ ਦੇ ਵਿੱਚ ਬਹੁਤ ਵੱਡੇ ਨਾਇਕ ਨੇ। ਸਾਡੇ ਕੋਲੇ 10 ਗੁਰੂ ਸਾਹਿਬਾਨਾਂ ਦੀ ਪੂਰੀ ਪਰੰਪਰਾ ਹੈ ਤੇ ਉਸ ਪਰੰਪਰਾ ਦੇ ਅਗਲੇ ਵਾਰਿਸ ਨੇ ਜਿਹੜੇ ਉਸ ਪਰੰਪਰਾ ਦੇ ਵਿੱਚ ਜਿਹੜੇ ਇੱਕ ਸਿਰ ਕੱਢ ਨਾਂ ਨੇ, ਉਹ ਬੰਦਾ ਸਿੰਘ ਬਹਾਦਰ ਨੇ। ਬੰਦਾ ਸਿੰਘ ਬਹਾਦਰ ਦਾ ਕਿਸਾਨੀ ਦੇ ਨਾਲ ਕੀ ਸੰਬੰਧ ਹੈ? ਬੰਦਾ ਸਿੰਘ ਬਹਾਦਰ ਨੇ ਕਿਸਾਨੀ ਸੰਘਰਸ਼ ਦੇ ਵਿੱਚ ਜਾਂ ਉਸ ਦੌਰ ਦੀ ਕਿਸਾਨੀ ਨੂੰ ਕੀ ਨਵੀਂ ਦਿਸ਼ਾ ਦਿੱਤੀ ਤੇ ਬੰਦਾ ਸਿੰਘ ਬਹਾਦਰ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਪ੍ਰਾਸੰਗਿਕ ਹੈ? ਉਹਨਾਂ ਦੀ ਸੋਚ ਅੱਜ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਾਡੇ ਲਈ ਲੋੜੀਂਦੀ ਹੈ ਤੇ ਉਹ ਕਿਸ ਤਰ੍ਹਾਂ ਅੱਜ ਸਾਡੇ ਲਈ ਪ੍ਰੇਰਨਾ ਸਰੋਤ ਨੇ? ਇਹਨਾਂ ਸਾਰੀਆਂ ਗੱਲਾਂ ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਨੇ ਮਾਸਟਰ ਤਰਲੋਚਨ ਸਿੰਘ ਸਮਰਾਲਾ ਤੇ ਸੁਖਵਿੰਦਰ ਪੱਪੀ ਜੀ। ਮਾਸਟਰ ਤਰਲੋਚਨ ਸਿੰਘ ਸਮਰਾਲਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਸੀਂ। ਮਾਸਟਰ ਤਰਲੋਚਨ ਜੀ, ਆਪਣਾ ਮਾਈਕ ਖੋਲੋ ਜੀ ਪਲੀਜ਼ ਇੱਕ ਵਾਰੀ। ਤੁਹਾਡਾ ਮਾਈਕ ਮਿਊਟ ਕੀਤਾ ਹੈ। ਪੱਪੀ ਜੀ ਤੁਸੀਂ ਵੀ, ਤੁਹਾਡੀ ਆਵਾਜ਼, ਮਾਈਕ ਮਿਊਟ ਹੈ ਸਰ। ਮਾਸਟਰ ਤਰਲੋਚਨ ਜੀ, ਤੁਸੀਂ ਆਪਣਾ ਮਾਈਕ ਖੋਲੋ ਪਲੀਜ਼। ਤੁਹਾਡਾ ਮਾਈਕ ਬੰਦ ਹੈ। ਮਾਸਟਰ ਤਰਲੋਚਨ ਸਮਰਾਲਾ ਹੋਰੀ ਕਈ ਦਹਾਕਿਆਂ ਤੋਂ ਪੰਜਾਬ ਦੇ ਵੱਖ-ਵੱਖ ਸੰਘਰਸ਼ਾਂ ਦੇ ਵਿੱਚ ਕੰਮ ਕਰਦੇ ਰਹੇ ਨੇ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਫਰੰਟ ਤੋਂ ਇਹਨਾਂ ਦਾ ਕੰਮ ਬਹੁਤ ਵੱਡਾ ਹੈ। ਤਰਕਸ਼ੀਲ ਲਹਿਰ ਦੇ ਫਰੰਟ ਤੋਂ ਇਹਨਾਂ ਦਾ ਕੰਮ ਬਹੁਤ ਵੱਡਾ ਹੈ। ਨਾਟਕ ਤੇ ਰੰਗਮੰਚ ਦੇ ਖੇਤਰ ਦੇ ਵਿੱਚ ਇਹਨਾਂ ਦਾ ਕੰਮ ਬਹੁਤ ਵੱਡਾ ਹੈ ਤੇ ਪਿਛਲੇ ਸਮੇਂ ਤੋਂ ਇਹ ਫਿਲਮਾਂ ਤੇ ਡਾਕੂਮੈਂਟਰੀਆਂ ਦੇ ਵਿੱਚ ਬਹੁਤ ਖੂਬਸੂਰਤ ਕੰਮ ਕਰ ਰਹੇ ਨੇ। ਸੋ ਪੰਜਾਬ ਦੇ ਸਾਰੇ ਮਸਲਿਆਂ ਦੇ ਨਾਲ ਲਗਾਤਾਰ ਵਾਬਸਤਾ ਰਹੇ ਨੇ। ਤਰਲੋਚਨ ਸਮਰਾਲਾ ਜੀ, ਤੁਸੀਂ ਇੱਕ ਵਾਰੀ ਆਪਣਾ ਮਾਈਕ ਖੋਲੋ ਪਲੀਜ਼। ਤੁਹਾਡਾ ਮਾਈਕ ਬੰਦ ਆ ਰਿਹਾ ਹੈ। ਮਾਈਕ ਆਪਣਾ ਅਨਮਿਊਟ ਕਰੋ। ਸਰ, ਤੁਹਾਡੀ ਆਵਾਜ਼ ਨਹੀਂ ਸਾਡੇ ਕੋਲੇ ਆ ਰਹੀ, ਤੁਹਾਡਾ ਮਾਈਕ ਬੰਦ ਹੈ। ਤੇ ਦੂਜੇ ਸਾਡੇ ਨਾਲ ਚਿੰਤਕ ਨੇ, ਉਹਨੇ ਸੁਖਵਿੰਦਰ ਪੱਪੀ ਜੀ। ਸੁਖਵਿੰਦਰ ਪੱਪੀ ਹੋਰਾਂ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਫਰੰਟ ਤੋਂ ਬਹੁਤ ਸਾਰਾ ਕੰਮ ਕੀਤਾ। ਬਹੁਤ ਲੰਮਾ ਸਮਾਂ ਵਿਦਿਆਰਥੀ ਯੂਨੀਅਨ ਦੇ ਵਿੱਚ ਮੋਹਰੀ ਆਗੂਆਂ ਦੇ ਵਿੱਚ ਕੰਮ ਕਰਦੇ ਰਹੇ ਤੇ ਅੱਜ ਕੱਲ੍ਹ ਸਰੋਕਾਰ ਦੇ ਸੰਪਾਦਕ ਨੇ ਤੇ ਇਸ ਵੇਲੇ ਵਰਤਮਾਨ ਪੰਜਾਬ ਦੇ ਚਿੰਤਕਾਂ ਦੇ ਵਿੱਚ ਇੱਕ ਵੱਡੀ ਥਾਂ ਰੱਖਦੇ ਨੇ। ਹਰ ਮਸਲੇ ਤੇ ਆਪਣੇ ਮੈਗਜ਼ੀਨ ਰਾਹੀਂ ਵੀ ਸੰਵਾਦ ਰਚਾਉਂਦੇ ਨੇ ਤੇ ਬਹੁਤ ਸਾਰੇ ਫਰੰਟਾਂ ਤੇ ਕੰਮ ਕਰਦੇ ਨੇ। ਪ੍ਰਵਾਸ ਨਾਂ ਦੀ ਇਹਨਾਂ ਦੀ ਸੰਸਥਾ, ਜਿਹਦੇ ਰਾਹੀਂ ਲਗਾਤਾਰ ਇਹ ਪ੍ਰੋਗਰਾਮ ਕਰ ਰਹੇ ਨੇ। ਇਸ ਤੋਂ ਇਲਾਵਾ ਬਾਕੀ ਸਾਰੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ, ਚਾਹੇ ਉਹ ਪ੍ਰਗਤੀਸ਼ੀਲ ਲੇਖ ਸੰਘ ਹੈ ਤੇ ਚਾਹੇ ਹੋਰ ਪੰਜਾਬ ਦੀਆਂ ਜਥੇਬੰਦੀਆਂ ਨੇ, ਜਿਹੜੀਆਂ ਉਸਾਰੂ ਜਥੇਬੰਦੀਆਂ ਨੇ, ਪ੍ਰੋਗਰੈਸਿਵ ਜਥੇਬੰਦੀਆਂ ਨੇ, ਉਹਨਾਂ ਦੇ ਨਾਲ ਲਗਾਤਾਰ ਕੰਮ ਕਰ ਰਹੇ ਨੇ। ਸੁਖਵਿੰਦਰ ਪੱਪੀ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਦੋਸਤੋ, ਮੇਰੀ ਆਵਾਜ਼ ਆ ਰਹੀ ਹੈ ਜੀ? ਹੁਣ ਆ ਰਹੀ ਹੈ ਸਰ, ਹੁਣ ਆ ਰਹੀ ਹੈ। ਤੁਸੀਂ ਮਾਈਕ ਆਪਣਾ ਮਿਊਟ ਕੀਤਾ ਹੋਇਆ ਸੀ, ਹੁਣ ਮਾਈਕ ਖੋਲ ਲਿਆ।
ਥੈਂਕ ਯੂ ਸਰ। ਇਸ ਤੋਂ ਇਲਾਵਾ ਸੰਜੀਵਨ ਸਿੰਘ ਤੇ ਗੁਰਮੀਤ ਸਿੰਘ, ਅਮਰਤਪਾਲ ਸਿੰਘ ਤੇ ਹੋਰ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਨੇ। ਅਸੀਂ ਇਹਨਾਂ ਦਾ ਵੀ ਮੀਡੀਆ ਪ੍ਰਵਾਸ ਵੱਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ, ਮੈਂ ਜਿਵੇਂ ਬੰਦਾ ਸਿੰਘ ਬਹਾਦਰ ਹੋਰਾਂ ਬਾਰੇ ਗੱਲਬਾਤ ਕੀਤੀ ਹੈ, ਉਹਨਾਂ ਦਾ ਜਿਹੜਾ ਇਤਿਹਾਸ, ਉਹਨਾਂ ਦਾ ਪਿਛੋਕੜ ਜਿਹੜਾ, ਉਹਦੇ ਬਾਰੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਨਾਲੋਂ ਨਾਲ। ਤੇ ਮੈਂ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਜਿਹੜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦਾ ਮਾਸਟਰ ਤਰਲੋਚਨ ਜੀ ਤੋਂ। ਮਾਸਟਰ ਤਰਲੋਚਨ ਸਮਰਾਲਾ ਜੀ, ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਪੰਜਾਬ ਨੂੰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ, ਤੇ ਜਦੋਂ ਪੰਜਾਬੀਆਂ ਨੇ ਸੰਘਰਸ਼ ਕੀਤਾ ਤਾਂ ਪੰਜਾਬ ਆਪਣੇ ਨਾਇਕਾਂ ਦੇ ਵੱਲ ਬਾਰ-ਬਾਰ ਪਰਤਿਆ। ਇਤਿਹਾਸ ਦੇ ਵਿੱਚ ਜਿੰਨੀਆਂ ਵੀ ਲਹਿਰਾਂ ਹੋਈਆਂ ਨੇ, ਜਿੰਨੇ ਵੀ ਨਾਇਕ ਹੋਏ ਨੇ, ਉਹ ਸਾਡੇ ਸੰਘਰਸ਼ਾਂ ਦੇ ਵਿੱਚ ਸਾਡੇ ਪ੍ਰੇਰਨਾ ਸਰੋਤ ਰਹੇ ਨੇ। ਇੱਕ ਵਾਰ ਫਿਰ ਪੰਜਾਬ ਸੰਘਰਸ਼ਾਂ ਦੇ ਪਿੜ ਦੇ ਵਿੱਚ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ, ਅੱਜ ਦੇ ਸੰਘਰਸ਼ ਨੂੰ ਕਿਹੜੇ ਨਾਇਕ ਨੇ ਜਿਹੜੇ ਸਾਨੂੰ ਪ੍ਰੇਰਿਤ ਕਰ ਰਹੇ ਨੇ? ਆਪਾਂ ਉਹਨਾਂ ਸਾਰੇ ਨਾਇਕਾਂ ਨੂੰ 5 ਮਿੰਟਾਂ ਦੇ ਵਿੱਚ ਯਾਦ ਕਰੀਏ। ਉਹ ਕਿਹੜੇ ਨਾਇਕ ਨੇ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ? ਕੁਲਦੀਪ ਜੀ, ਦੇਖੋ, ਜਦੋਂ ਕੋਈ ਧਰਤੀ, ਕੋਈ ਕੌਮ, ਕੋਈ ਤਬਕਾ ਲੜਾਈ ਲੜਦਾ ਹੈ ਤਾਂ ਨੇਚਰਲੀ ਉਹਨੂੰ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਇੰਸਪੀਰੇਸ਼ਨ, ਕਿਤੋਂ ਨਾ ਕਿਤੋਂ ਪ੍ਰੇਰਨਾ ਮਿਲਦੀ ਹੈ ਜੀ। ਇਹ ਇਕੱਲਾ ਪੰਜਾਬ ਦਾ ਨਹੀਂ, ਮੈਂ ਸੋਚਦਾ ਕਿ ਪੰਜਾਬ ਤੋਂ ਬਾਹਰ ਜਿੱਥੇ ਵੀ ਕਿਤੇ ਲੋਕ ਲੜਦੇ ਨੇ, ਉਹ ਆਪਣੇ ਸਥਾਨਕ ਨਾਇਕਾਂ ਨੂੰ ਜ਼ਰੂਰ ਸਤਿਕਾਰ ਦਿੰਦੇ ਨੇ। ਬਿਲਕੁਲ। ਮਸਲਨ ਆਪਣੀ ਧਰਤੀ ਦੇ ਨਾਇਕਾਂ ਦੇ ਵਿੱਚ ਹੀ ਮੈਂ ਜੇ ਪਿੱਛੇ ਨੂੰ ਮੁੜਦੇ ਹਾਂ ਆਪਾਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਅਲੱਗ ਵੀ ਜੇ ਦੇਖੀ, ਮੈਨੂੰ ਲੱਗਦਾ ਹੈ ਕਿ ਜੇ ਅਸੀਂ ਇੱਧਰ ਨੂੰ ਚਲੇ ਜਾਂਦੇ ਹਾਂ ਝਾਰਖੰਡ ਵਾਲੇ ਪਾਸੇ ਨੂੰ, ਤਾਂ ਬਿਰਸਾ ਮੁੰਡਾ ਜਿਹੜਾ ਕਿਸਾਨੀ ਲਹਿਰ ਦਾ ਵੱਡਾ ਭਗਵਾਨ ਦਾ ਦਰਜਾ ਹਾਸਲ ਕਰੀ, ਵੱਡਾ ਨਾਇਕ। ਬਿਲਕੁਲ। ਬਿਰਸਾ ਮੁੰਡਾ ਦੀ ਜਦੋਂ ਅਸੀਂ ਕਹਾਣੀ ਕਹਿੰਦੇ ਹਾਂ, ਫਿਰ ਅਸੀਂ ਪਿਛਲੇ ਸਮੇਂ ਦੇ ਵਿੱਚ ਨਾਟਕ ਦੇਖਦੇ ਰਹੇ ਹਾਂ ਗੁਰਸ਼ਰਨ ਸਿੰਘ ਹੋਰਾਂ ਦਾ ਧਮਕ ਨਗਾਰੇ। ਉਹ ਦੁੱਲਾ ਭੱਟੀ ਦੀ ਨਾਇਕਤਾ ਨੂੰ ਕਿਸਾਨੀ ਸੰਘਰਸ਼ ਦੇ ਸੰਦਰਭ ਦੇ ਵਿੱਚ ਦੇਖਦਾ ਹੈ ਜੀ। ਤੇ ਕੱਲਾ ਗੁਰਸ਼ਰਨ ਸਿੰਘ ਨਹੀਂ, ਉਹ ਬੇਸਿਕਲੀ ਉੱਥੋਂ ਦਾ ਨਾਟਕ ਹੈ ਪਾਕਿਸਤਾਨ ਦਾ ਇੱਕ, ਜਿਹੜਾ ਉੱਥੋਂ ਲਿਖਿਆ ਸੀ ਕੁਕਨਸ, ਉਹਨੂੰ ਜਾਂ ਤਖਤ ਲਾਹੌਰ। ਬਿਲਕੁਲ ਬਿਲਕੁਲ। ਮੁਸੱਲੀ। ਉਹਨਾਂ ਨਾਟਕ, ਇਹਦਾ ਮਤਲਬ ਹੈ ਕਿ ਪਾਕਿਸਤਾਨ ਦੇ ਲੋਕ ਵੀ ਇਤਿਹਾਸ ਨੂੰ ਬਾਰ-ਬਾਰ ਦੁਹਰਾਉਣ ਦਾ ਅਰਥ ਤਾਂ ਇਹੀ ਹੁੰਦਾ ਨਾ ਕਿ ਕੰਟੈਂਪਰੇਰੀ ਏਰਾ ਦੇ ਵਿੱਚ ਉਹ ਕਰੈਕਟਰ, ਉਹ ਨਾਇਕ, ਉਹ ਲਹਿਰ, ਉਹ ਵਿਚਾਰ ਜਿਹੜੇ ਨੇ, ਕੀ ਉਹ ਰੈਲੀਵੈਂਟ ਨਹੀਂ? ਜੇ ਉਹ ਨਾਟਕ ਲਿਖੇ ਗਏ ਨੇ, ਨਾਟਕ ਖੇਡੇ ਗਏ ਨੇ, ਦੁੱਲਾ ਭੱਟੀ ਅੱਜ ਵੀ ਤਾਂ ਯਾਦ ਕੀਤਾ ਜਾਂਦਾ। ਲੋਹੜੀ ਦੇ ਦਿਨਾਂ ਦੇ ਵਿੱਚ, ਅਗਲੇ ਦਿਨਾਂ ਚ ਆਉਣਾ ਹੈ। ਦੁੱਲਾ ਭੱਟੀ ਵਾਲਾ ਹੋ ਅੱਜ ਤੱਕ ਜਿਉਂਦਾ ਹੈ। ਜੇ ਇਦੋਂ ਬਾਅਦ ਅਸੀਂ ਸਾਡੀ ਧਰਤੀ ਤੇ ਫਿਰ ਆ ਜਾਂਦੇ ਇੱਧਰਲੇ ਪਾਸੇ, ਤਾਂ ਸ਼ਹੀਦ ਭਗਤ ਸਿੰਘ ਵੀ ਤਾਂ ਇਹ ਕਹਿੰਦਾ ਕਿ ਅੰਗਰੇਜ਼ਾਂ ਨੂੰ ਕੱਢਣਾ ਹੀ ਸਾਡਾ ਕੰਮ ਨਹੀਂ ਹੈ, ਅਸੀਂ ਕਿਸਾਨੀ ਦੇ ਗਲੇ ਦੇ ਵਿੱਚੋਂ ਜਿਹੜੀ ਜ਼ਗੀਰਦਾਰੀ ਹੈ ਉਹਦਾ ਜੂੜਾ ਵੀ ਲਾਉਣਾ। ਬਿਲਕੁਲ। ਇਸ ਸੰਦਰਭ ਦੇ ਵਿੱਚ ਉਹ ਵੀ ਰੈਲੀਵੈਂਟ ਹੈ ਹਰ ਵਕਤ। ਬਹੁਤ ਸਾਰੇ ਮਾਮਲਿਆਂ ਤੇ ਸ਼ਹੀਦ ਭਗਤ ਸਿੰਘ ਨੂੰ ਅਸੀਂ ਚੇਤੇ ਕਰਦੇ ਹਾਂ। ਇਵੇਂ ਮੈਂ ਇਹ ਸੋਚਦਾ ਹੈ ਕਿ ਸ਼ਹੀਦ ਭਗਤ ਸਿੰਘ ਹੋ ਗਿਆ, ਜੇ ਤੁਸੀਂ ਚਲੋ ਵੈਸੇ ਹੀ ਦੇਖਣਾ ਹੋਵੇ, ਸਾਡੀ ਧਰਤੀ ਤਾਂ ਛੋਟੀ ਜਿਹੀ ਆ, ਆਪਣੇ ਚਾਈਨਾ ਵੀ ਸਾਡਾ ਗੁਆਂਢੀ ਹੈ। ਜਦੋਂ ਕਿਸਾਨੀ ਦਾ ਇਸ਼ੂ ਆਉਂਦਾ ਹੈ ਤਾਂ ਲੋਕ ਕਾਮਰੇਡ ਮਾਓ ਜੇ ਤੁੰਗ ਦੀਆਂ ਉਹਨਾਂ ਚੀਜ਼ਾਂ ਨੂੰ ਵੀ ਦੇਖਦੇ ਨੇ ਕਿ ਇਹਨੇ ਕਿਵੇਂ ਲੜਿਆ ਜੀ। ਇਹ ਇੱਕ ਵਰਲਡ ਦੇ ਵਿੱਚ ਆਪਣੇ ਸੰਘਰਸ਼ਾਂ ਦੇ ਦਿਨਾਂ ਦੇ ਵਿੱਚ ਆਪਣੀਆਂ ਲੜਾਈਆਂ ਨੂੰ ਸਮਝਣ ਦੇ ਲਈ, ਅੱਗੇ ਵਧਾਉਣ ਦੇ ਲਈ ਪੁਰਾਣੇ ਨਾਇਕਾਂ ਨੂੰ ਯਾਦ ਕਰਨਾ, ਉਹਨਾਂ ਤੋਂ ਸਿੱਖਿਆ ਲੈਣੀ, ਉਹਨਾਂ ਤੋਂ ਇੱਕ ਤਰ੍ਹਾਂ ਦੇ ਨਾਲ ਲੜਨ ਦਾ ਜਜ਼ਬਾ ਲੈਣਾ, ਇਹ ਰਵਾਇਤ ਹੈ। ਇਸ ਰਵਾਇਤ ਦੇ ਵਿੱਚ ਮੈਂ ਬੰਦਾ ਸਿੰਘ ਬਹਾਦਰ ਨੂੰ ਕਿਸਾਨੀ ਕੋਡ ਦੇ ਸੰਦਰਭ ਦੇ ਵਿੱਚ ਤਾਂ ਬਹੁਤ ਉੱਚਾ ਖੜਾ ਦੇਖਦਾ ਹੈ। ਜੇ ਇਵੇਂ ਦੇਖਿਆ ਜਾਵੇ, ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ ਨਿਰੀ ਬਗਾਵਤ ਦਾ ਚਿੰਨ੍ਹ ਨਹੀਂ ਹੈ, ਉਹ ਚਿੰਤਨ ਦਾ ਚਿੰਨ੍ਹ ਵੀ ਹੈ। ਉਹ ਐਪਲੀਕੇਸ਼ਨ ਕਿਵੇਂ ਹੋਵੇ ਨੀਤੀਆਂ ਦੀ, ਉਹਦਾ ਪ੍ਰਤੀਕ ਵੀ ਹੈ। ਆਪਾਂ ਅੱਗੇ ਗੱਲ ਕਰਾਂਗੇ। ਸੋ ਇਹਨਾਂ ਨਾਇਕਾਂ ਨੂੰ, ਹੁਣ ਦੁੱਲਾ ਭੱਟੀ ਦੀ ਗੱਲ ਜੇ ਆਪਾਂ ਕਰੀਏ, 1 ਮਿੰਟ ਮੈਂ ਸਮਾਪਤ ਕਰੂੰਗਾ ਜੀ। ਦੁੱਲਾ ਭੱਟੀ ਦੇ ਪਿਤਾ ਨੂੰ ਤੇ ਉਹਦੇ ਦਾਦੇ ਨੂੰ ਉਹ ਜਿਹੜੇ ਨੇ ਸ਼ਹੀਦ ਕਰ ਦਿੱਤਾ ਜਾਂਦਾ, ਖੱਲਾਂ 'ਚ ਤੂੜੀ ਭਰ ਕੇ ਜਿਹੜੇ ਨੇ ਆਪਣੇ
ਦਰਵਾਜ਼ੇ ਦੇ ਉੱਤੇ ਟੰਗ ਦਿੱਤਾ ਜਾਂਦਾ ਹੈ, ਜਿਹੜਾ ਪਿੰਡਾਂ ਵੱਲ ਨੂੰ ਖੁੱਲਦਾ ਹੈ। ਤੇ ਬੰਦਾ ਆਪਣੇ ਦੁੱਲਾ ਪੱਟੀ ਬਾਗੀ ਵੀ ਹੋ ਸਕਦਾ ਸੀਗਾ, ਤੇ ਹੋਇਆ ਵੀ ਪਹਿਲਾਂ ਜਦੋਂ ਉਹਨੂੰ ਸਮਝ ਆਈ ਕਿ ਮਾਮਲਾ ਮਾਲੀਏ ਦਾ ਸੀਗਾ, ਮਾਮਲਾ ਗਰੀਬੀ ਦਾ ਸੀਗਾ, ਮਾਮਲਾ ਉਹ ਸੀ ਕਿ ਅਸੀਂ ਇਸ ਜਿਹੜੀ ਗਰੀਬੀ ਹੈ ਸਾਡੀ ਜਾਂ ਮੁਫਲਿਸੀ ਹੈ ਉਹ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ। ਤੇ ਉਹਦੀ ਬਗਾਵਤ ਇੱਕ ਕਿਸਾਨੀ ਸੰਘਰਸ਼ ਦਾ ਵੀ ਰੂਪ ਵੱਟਦੀ ਹੈ। ਡਕੈਤੀਆਂ ਬੇਸ਼ੱਕ ਉਹਦੇ ਨਾਮ ਨਾਲ ਜੁੜੀਆਂ ਨੇ, ਜੋੜ ਸਕਦੇ ਨੇ, ਪਰ ਉਹਦੇ ਨਾਮ ਨਾਲ ਇਹ ਜੁੜਿਆ ਕਿ ਬੰਦਾ ਆਪਣੇ ਦੁੱਲਾ ਭੱਟੀ ਨੇ ਉਸ ਦੌਰ ਦੀ ਜੋ ਕਿਸਾਨੀ ਦੀ ਹਾਲਤ ਸੀਗੀ ਉਹਦੇ 'ਚ ਬਗਾਵਤ ਕੀਤੀ ਹੈ। ਅਸੀਂ ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਇੱਕ ਕੈਸਟ ਵੀ ਕੱਢੀ ਸੀਗੀ, ਜੰਗ ਅਜੇ ਵੀ ਜਾਰੀ ਹੈ। ਜੇ ਜੰਗ ਜਾਰੀ ਹੈ ਤਾਂ ਇਹਦਾ ਮਤਲਬ ਹੈਗਾ ਕਿ ਦੁੱਲਾ ਭੱਟੀ ਦੀ ਕੁਰਬਾਨੀ ਵੀ ਬਾਬਾ ਬੰਦਾ ਸਿੰਘ ਬਹਾਦਰ ਇੱਕ ਹੋਰ ਸੰਦਰਭ ਦੇ ਵਿੱਚ ਵੱਡਾ ਹੈ। ਸਾਂਝੇ ਪੰਜਾਬ ਦਾ ਨਾਇਕ ਦੇ ਤੌਰ ਤੇ ਦੁੱਲਾ ਭੱਟੀ ਵੀ ਸਾਡੇ ਲੋਕਾਂ ਦਾ ਬਹੁਤ ਵੱਡਾ ਨਾਇਕ ਹੈ। ਬਾਰ ਦਾ ਜਿਹੜੇ ਲੋਕ ਬਾਰੀਏ ਕਹਾਉਂਦੇ ਨੇ ਉੱਧਰੋਂ ਉੱਜੜ ਕੇ ਆਏ ਨੇ। ਸੋ ਇਹ ਨਾਇਕਤਵ ਜਿਹੜਾ ਹੈਗਾ ਉਹ ਕੱਲਾ ਨਾਇਕਤਵ ਨਹੀਂ ਹੈ, ਸਾਨੂੰ ਅੱਗੇ ਵਧਣ ਦੇ ਲਈ ਬਹੁਤ ਚੀਜ਼ਾਂ ਮੁਹੱਈਆ ਕਰਦਾ ਹੈ ਕਿ ਯਾਰ ਉਹ ਵੀ ਤਾਂ ਏਦਾਂ ਹੋ ਗਿਆ ਸੀਗਾ, ਤੁਸੀਂ ਕਿਉਂ ਨਹੀਂ ਕਰ ਸਕਦੇ? ਬਹੁਤ ਵਧੀਆ, ਉਹ ਵੀ ਤਾਂ ਏਦਾਂ ਕਰ ਗਿਆ ਸੀ ਜੀ, ਆਪਾਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਸੋ ਮੌਜੂਦਾ ਕਿਸਾਨ ਘੋੜ ਦੇ ਸੰਦਰਭ ਦੇ ਵਿੱਚ ਵੀ ਜੇ ਸਪੈਸੀਫਿਕਲੀ ਦੇਖਣਾ ਹੋਵੇ ਤਾਂ ਦੇਸ਼ ਦੇ ਲੈਵਲ ਤੇ, ਪੰਜਾਬ ਦੇ ਲੈਵਲ ਤੇ, ਸਾਂਝੇ ਪੰਜਾਬ ਦੇ ਲੈਵਲ ਤੇ ਜਾਂ ਦੁਨੀਆ ਦੇ ਲੈਵਲ ਤੇ ਅਸੀਂ ਆਪਣੇ ਉਹਨਾਂ ਪੂਰਵਜਾਂ ਦਾ ਬਹੁਤ ਸਨਮਾਨ ਕਰਦੇ ਹਾਂ, ਬਹੁਤ ਸਤਿਕਾਰ ਦਿੰਦੇ ਹਾਂ, ਉਹਨਾਂ ਤੋਂ ਸਿੱਖਿਆ ਹਾਸਲ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਰਾਹ ਤੇ ਅੱਗੇ ਵਧ ਰਹੇ ਹਾਂ। ਤੇ ਪੰਜਾਬ ਦੀ ਜਿਹੜੀ ਕਿਸਾਨੀ ਦਾ ਘੋਲ ਹੈ ਉਹ ਉਹਨਾਂ ਮਹਾਨ ਲੋਕਾਂ ਦੀ ਜਿਹੜੀ ਦਰਸਾਈ ਹੋਈ ਲੀਹ ਹੈਗੀ ਆ ਉਹਦੇ ਤੇ ਅੱਗੇ ਵਧ ਰਿਹਾ ਹੈ ਜੀ। ਅਸੀਂ ਪਿੱਛੇ ਨੂੰ ਝਾਕਦੇ ਹਾਂ, ਅੱਗੇ ਵਧਣ ਲਈ। ਜੀ ਸੁਖਵਿੰਦਰ ਪੱਪੀ ਜੀ, ਜਿਵੇਂ ਤਰਲੋਚਨ ਹੋਰਾਂ ਨੇ ਸਾਡੇ ਨਾਇਕਾਂ ਦੀ ਗੱਲ ਕੀਤੀ, ਆਪਾਂ ਥੋੜਾ ਜਿਹਾ ਪਿੱਛੇ ਨੂੰ ਹੋਰ ਚਲੇ ਜਾਈਏ ਤਾਂ ਸਾਡੇ ਕੋਲੇ ਸਿੱਖ ਗੁਰੂ ਸਾਹਿਬਾਨਾਂ ਦੀ ਇੱਕ ਬਹੁਤ ਸ਼ਾਨਾਮਤੀ ਪਰੰਪਰਾ ਹੈ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਹੜਾ ਸਾਰਾ ਸਿੱਖ ਮਤ ਸੀ, ਉਹਨਾਂ ਨੇ ਇਕੱਲੇ ਅਧਿਆਤਮਿਕਤਾ ਦਾ ਪ੍ਰਚਾਰ ਨਹੀਂ ਕੀਤਾ, ਉਹਨਾਂ ਨੇ ਸਮਾਜਿਕ ਨਾ ਬਰਾਬਰੀ ਤੇ ਸੱਤਾ ਦੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਤੇ ਜੇ ਮੈਂ ਕਿਸਾਨੀ ਸੰਘਰਸ਼ ਦੇ ਐਂਗਲ ਤੋਂ ਦੇਖਾਂ ਤਾਂ ਸਾਡੇ ਕੋਲੇ ਭਾਈ ਲਾਲੋ ਤੇ ਮਲਕ ਭਾਗੂ ਦਾ ਇੱਕ ਮਾਡਲ ਪਿਆ ਹੈ, ਜਿਹੜਾ ਮੈਨੂੰ ਲੱਗਦਾ ਹੈ ਕਿ ਮੁੱਢਲੇ ਦੌਰ ਦੇ ਸੰਘਰਸ਼ ਦਾ ਇੱਕ ਮਾਡਲ ਹੈ। ਤੁਸੀਂ ਉਸ ਮਾਡਲ ਬਾਰੇ ਕੀ ਕਹੋਗੇ ਕਿ ਉਹ ਮਾਡਲ ਕਿਵੇਂ ਅੱਜ ਤੱਕ ਕੰਟੀਨਿਊ ਕਰ ਰਿਹਾ? ਡਾਕਟਰ ਸਾਹਿਬ, ਇਹ ਗੱਲ ਹੈਗੀ ਕਿ ਜਦੋਂ ਸਾਡੀ ਸਾਰੀ ਇਹ ਜਿਹੜੀ ਸਿੱਖ ਲਹਿਰ ਸੀਨ ਦੇ ਉੱਤੇ ਆਉਂਦੀ ਹੈ, ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਗੁਰੂ ਨਾਨਕ ਸਾਹਿਬ ਤੋਂ ਬਾਅਦ, ਜੀ, ਸਾਰੀ ਸਿੱਖ ਲਹਿਰ ਜਿਹੜੀ ਹੈਗੀ ਉਹ ਇੱਕ ਭਗਤੀ ਲਹਿਰ ਦਾ ਹਿੱਸਾ ਹੈ। ਭਗਤੀ ਲਹਿਰ ਹੈਗੀ ਜਿਹੜੀ ਸਾਰੇ ਇੰਡੀਆ ਦੇ ਵਿੱਚ ਫੈਲੀ ਹੋਈ ਹੈ, ਦੱਖਣ ਤੋਂ ਲੈ ਕੇ ਨਾਰਥ ਇੰਡੀਆ ਤੱਕ ਉਹਦਾ ਦਾਇਰਾ ਹੈ। ਉਹਦੇ ਵਿੱਚ ਬਹੁਤ ਸਾਰੇ ਸੰਤ, ਭਗਤ, ਪੀਰ, ਫਕੀਰ, ਬਹੁਤ ਸਾਰੇ ਲੋਕ ਸ਼ਾਮਲ ਨੇ ਜੀ। ਸਮਾਜ ਦੇ ਵਿੱਚ ਬਹੁਤ ਸਾਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਫੈਲੀਆਂ ਹੋਈਆਂ ਸੀ। ਉਹਨੂੰ ਸੁਧਾਰਾਂ ਦੇ ਲੈਵਲ ਦੀ ਲਹਿਰ ਹੈਗੀ, ਲੇਕਿਨ ਉਹਦੇ ਵਿੱਚ ਸਿੱਖ ਲਹਿਰ ਜਿਹੜੀ ਹੈ ਉਹ ਇੱਕ ਐਸੀ ਲਹਿਰ ਹੈ ਜਿਹੜੀ ਉਸ ਸੁਧਾਰਵਾਦ ਤੱਕ ਨਹੀਂ ਖੜਦੀ, ਜਿਹੜੀ ਉਹ ਆਪਣੀ ਗੱਲ ਹੈਗੀ ਸਿਰਫ ਸੁਧਾਰਾਂ ਤੱਕ ਸੀਮਿਤ ਨਹੀਂ ਰੱਖਦੀ ਹੈ। ਉਹਦੀ ਚਰਮ ਸੀਮਾ ਜਿਹੜੀ ਹੈਗੀ ਉਹ ਸੱਤਾ ਤੇ ਜਾ ਕੇ ਖਤਮ ਹੁੰਦੀ ਹੈ। ਤੁਸੀਂ ਦੇਖੋ ਜਿਹੜੀ ਸਿੱਖ ਲਹਿਰ ਸੁਧਾਰਾਂ ਦੇ ਉੱਤੇ ਸ਼ੁਰੂ ਹੋ ਕੇ 1709 ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਸਰਹੰਦ ਦੇ ਉੱਤੇ ਆ ਕੇ ਕਬਜ਼ਾ ਕਰਕੇ ਰਾਜ ਸਥਾਪਿਤ ਕਰ ਲੈਂਦੇ ਨੇ, ਪਹਿਲਾ ਸਿੱਖ ਰਾਜ ਹੈਗਾ ਜਿਹੜਾ ਕਿ ਮੁਗਲ ਸਾਮਰਾਜ ਨੂੰ ਬਹੁਤ ਵੱਡਾ ਚੈਲੰਜ ਹੈ ਦੁਨੀਆ ਦੇ ਵਿੱਚ। ਸਾਮਰਾਜ ਉਸ ਵੇਲੇ ਦੀ ਕੋਈ ਛੋਟੀ ਮੋਟੀ ਸ਼ਕਤੀ ਨਹੀਂ ਹੈ। ਮੁਗਲ ਸਾਮਰਾਜ ਮਤਲਬ ਇੱਕ ਪੂਰੀ ਦੀ ਪੂਰੀ ਏਸ਼ੀਆ ਦੀ ਬਹੁਤ ਵੱਡੀ ਸ਼ਕਤੀ ਹੈ। ਹਿੰਦੁਸਤਾਨ ਦੀ ਸ਼ਕਤੀ ਤਾਂ ਉਹ ਹੈ ਹੀ ਹੈ, ਔਰ ਮੁਗਲ ਸਾਮਰਾਜ ਦੇ ਲਈ ਵੀ ਇਹ ਇੱਕ ਬਹੁਤ ਵੱਡੀ ਬੰਗਾਰ ਹੈ, ਬਹੁਤ ਵੱਡੀ ਸੱਟ ਹੈ ਕਿ ਉਹਦੇ ਪੈਰਲਲ ਇੱਕ ਜਿਹੜੀ ਹੈਗੀ ਸੱਤਾ ਖੜੀ ਹੋ ਗਈ। ਦੂਸਰੀ ਇਸ ਲਹਿਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਇਹ ਸੀ ਕਿ ਇਹ ਸੁਧਾਰਾਂ ਤੋਂ ਉੱਪਰ ਉੱਠ ਕੇ ਸੱਤਾ ਤੱਕ ਗਈ।
ਇਹਨੇ ਆਪਣੇ ਆਪ, ਇਹਨੇ ਬਾਕੀ ਲਹਿਰਾਂ ਦੇ ਨਾਲੋਂ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਡਿਫਰੈਂਸ਼ੀਏਟ ਕੀਤਾ। ਇਹ ਗੱਲ, ਇਹ ਇੱਕ ਬਹੁਤ ਵੱਡਾ ਹਿਸਟੋਰੀਕਲ ਪੁਆਇੰਟ ਆ ਜਿਹੜਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਹੁਣ ਉਹਨੇ ਜਿਹੜੀ ਸੱਤਾ ਸਥਾਪਿਤ ਕੀਤੀ, ਉਸ ਸੱਤਾ ਦੀ ਬੁਨਿਆਦ ਕੀ ਹੈ? ਉਸ ਸੱਤਾ ਦੀ ਬੁਨਿਆਦ ਇਹ ਹੈਗੀ ਹੈ ਕਿ ਜਿਹੜੀ ਉਸ ਲੈਵਲ, ਉਸ ਵੇਲੇ ਇੱਕ ਜੰਗੀਰਦਾਰੀ ਦੇ ਪੱਧਰ ਦੇ ਉੱਤੇ ਵਿਚਰ ਰਿਹਾ ਸਮਾਜ ਹੈ, ਬੰਦਾ ਸਿੰਘ ਬਹਾਦਰ ਜਦੋਂ ਆਉਂਦੇ ਨੇ ਉਸ ਜੰਗੀਰਦਾਰੀ ਨੂੰ ਤੋੜਦੇ ਨੇ। ਉਸ ਵੱਡੀ ਜਿਹੜੀ ਪੂੰਜੀਪਤੀਆਂ ਦੇ ਮਤਲਬ ਜੰਗੀਰਦਾਰਾਂ ਦੇ ਨਾਲ ਜਿਹੜੇ ਮੁਗਲਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਉੱਪਰਲੀ ਕਲਾਸ ਹੈਗੀ, ਉਸ ਨੂੰ ਸੱਟ ਮਾਰਦੇ ਹੈ। ਔਰ ਉਹ ਪਹਿਲੀ ਵਾਰ ਜਿਹੜੀਆਂ ਜ਼ਮੀਨਾਂ ਵੰਡਣ ਦੀ ਗੱਲ, ਕਿਉਂਕਿ ਜ਼ਮੀਨ ਦੀ ਰਜਿਸਟਰੀ ਜਾਂ ਜ਼ਮੀਨ ਦੀ ਜਿਹੜੇ ਕਾਗਜ਼ ਹੋਣ ਦਾ ਸਵਾਲ ਹੈ, ਉਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਡੇ ਸਾਹਮਣੇ ਆਉਂਦਾ ਹੈ। ਉਸ ਤੋਂ ਪਹਿਲਾਂ ਅਸੀਂ ਇੱਕੋ ਹੀ ਸ਼ਬਦ ਸੁਣਦੇ ਹੈਗੇ ਆ, ਪਟਾ। ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਰਾਹੀਂ, ਆਪਣੇ ਗੁਰੀਲਿਆਂ ਰਾਹੀਂ, ਆਪਣੀ ਆਰਮੀ ਦੇ ਰਾਹੀਂ ਜਿਹੜੇ ਉਹ ਦੱਬੇ ਕੁਚਲੇ ਲੋਕ ਸੀਗੇ ਸਮਾਜ ਦੇ, ਜਿਹੜਾ ਬਿਲਕੁਲ ਹੇਠਲਾ ਤਬਕਾ ਹੈ, ਜਿਨ੍ਹਾਂ ਦੇ ਵਿੱਚ ਮਜ਼੍ਹਬੀ ਸਿੰਘ ਹੈਗੇ, ਚਮਿਆਰ ਸਿੰਘ ਹੈਗੇ, ਜਿਹਦੇ ਵਿੱਚ ਬਣਜਾਰੇ ਭਾਈਚਾਰਾ ਹੈਗਾ, ਜਿਹਦੇ ਵਿੱਚ ਜਿਹੜੀਆਂ ਨਾਈ ਸ਼ਿੰਬੇ, ਜਿਨ੍ਹਾਂ ਨੂੰ ਅਸੀਂ ਅੱਜ ਦੇ ਸਮਾਜ, ਅੱਜ ਦੀ ਜਿਹੜੀ ਸਾਡੀ ਸ਼ਬਦਾਵਲੀ ਕਹਿੰਦੇ ਕਿ ਵੱਡੀਆਂ ਕੱਢੇ ਲੋਕ, ਛੋਟੇ ਲੋਕ ਇਹ ਕਿਹਾ ਜਾਂਦਾ ਜਿਨ੍ਹਾਂ ਨੂੰ ਹਿਸਟਰੀ ਦੇ ਵਿੱਚ, ਉਹਨਾਂ ਨੂੰ ਅੱਗੇ ਲਿਆ ਕੇ ਜ਼ਮੀਨਾਂ ਦੇ ਉੱਤੇ ਉਹਨਾਂ ਨੂੰ ਹੱਕ ਦਿੱਤੇ, ਜ਼ਮੀਨਾਂ ਦੇ ਉੱਤੇ ਉਹਨਾਂ ਨੂੰ ਕਾਬਜ਼ ਕੀਤਾ, ਔਰ ਉਹਨਾਂ ਨੂੰ ਜਿਹੜੀ ਉਸ ਵੇਲੇ ਦੀ ਸੱਤਾ ਹੈਗੀ ਉਹਦੇ ਵਿੱਚ ਭਾਗੀਦਾਰ ਬਣਾਇਆ। ਅੱਜ ਦੇ ਕਿਸਾਨੀ ਸੰਦਰਭ ਨੂੰ ਸਾਨੂੰ ਇਸ ਚੀਜ਼ ਦੇ ਨਾਲ ਜੋੜ ਕੇ ਦੇਖਣਾ ਬਣਦਾ ਹੈ ਕਿ ਅਸੀਂ ਸਿਰਫ ਅਧਿਆਤਮਿਕ ਤੱਕ ਸੀਮਤ ਨਹੀਂ ਰਿਹਾ ਸਾਡਾ ਉਹ ਸੰਘਰਸ਼ ਜਿਹੜਾ ਹੈਗਾ। ਉਹ ਕੱਲੇ ਅਧਿਆਤਮ ਦੀ ਗੱਲ ਨਹੀਂ ਕਰਦਾ ਹੈ, ਪਰ ਉਹ ਅਧਿਆਤਮ ਤੋਂ ਅੱਗੇ ਸੱਤਾ ਤੱਕ ਦਾ ਜਿਹੜਾ ਉਹਦਾ ਸਫ਼ਰ ਹੈਗਾ, ਉਹ ਸਫ਼ਰ ਵੱਲ ਨੂੰ ਉਹ ਜਾਂਦਾ ਹੈ। ਇਸ ਕਰਕੇ ਉਸ ਦੀ ਜਿਹੜੀ ਕਿਤੇ ਨਾ ਕਿਤੇ ਅੱਜ ਦੇ ਉਸ ਸੰਘਰਸ਼ ਦੀ ਜਿਹੜੀ ਬੁਨਿਆਦ ਹੈ, ਉਹ ਬੰਦਾ ਸਿੰਘ ਹੋਰਾਂ ਦੇ ਉਸ ਸੰਘਰਸ਼ ਦੇ ਵਿੱਚ ਪਈ ਹੈ, ਬੰਦਾ ਸਿੰਘ ਹੋਰਾਂ ਦੀ ਉਸ ਐਜੀਟੇਸ਼ਨ ਦੇ ਵਿੱਚ ਪਈ ਹੈ, ਜਿਹੜੀ ਉਹਨਾਂ ਨੇ 1709 ਦੇ ਵਿੱਚ ਲਿਆ ਕੇ ਖੜੀ ਕਰਤੀ ਸੀ। ਅੱਜ ਦਾ ਜਿਹੜਾ ਪੰਜਾਬ ਹੈ, ਉਸ ਖੜੀ ਕੀਤੀ ਹੋਈ ਵਿਰਾਸਤ ਦੇ ਆਲੇ ਦੁਆਲੇ ਦੀ ਲੜਾਈ ਹੈ ਜਿਹੜੀ ਲੜ ਰਿਹਾ ਹੈ। ਮੈਂ ਇਹਨੂੰ ਇਸ ਸੰਦਰਭ ਦੇ ਵਿੱਚ ਦੇਖਦਾ ਜੀ। ਮਾਸਟਰ ਤਰਲੋਚਨ ਸਿੰਘ ਜੀ, ਸੁਖਵਿੰਦਰ ਪੱਪੀ ਹੋਰਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਸਾਰੀ, ਮੈਂ ਥੋੜਾ ਜਿਹਾ ਹੋਰ ਪਿੱਛੇ ਵੱਲ ਲੈ ਕੇ ਜਾਣਾ ਚਾਹੁੰਦਾ ਸੀ। ਮੈਂ ਗੁਰੂ ਨਾਨਕ ਸਾਹਿਬ ਦੇ ਇੱਕ ਮਾਡਲ ਦੀ ਖਾਸ ਤੌਰ ਤੇ ਗੱਲ ਕਰਨਾ ਚਾਹੁੰਦਾ ਸੀ, ਜਿਹੜਾ ਮਲਕ ਭਾਗੋ ਤੇ ਭਾਈ ਲਾਲੋ ਦੇ ਪ੍ਰਸੰਗ ਦੇ ਵਿੱਚ ਬੰਦਾ ਬਹਾਦਰ ਰਾਹੀਂ ਹੁੰਦਾ ਹੋਇਆ ਅੱਜ ਤੱਕ ਪਹੁੰਚਦਾ ਹੈ। ਕਿਉਂਕਿ ਜਦੋਂ ਕੋਈ ਬੰਦਾ ਤੁਰਦਾ ਕਿਸੇ ਮਿਸ਼ਨ ਨੂੰ ਲੈ ਕੇ, ਤਾਂ ਉਹਦੇ ਪਿੱਛੇ ਇੱਕ ਫਿਲਾਸਫੀ ਹੁੰਦੀ ਹੈ। ਉਹ ਉਸ ਫਿਲਾਸਫੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੀ ਸਿੱਖ ਲਹਿਰ ਦੀ ਫਿਲਾਸਫੀ ਸੀ, ਉਹ ਬੇਸਿਕਲੀ ਬੰਦਾ ਬਹਾਦਰ ਰਾਹੀਂ ਹੁੰਦੀ ਹੋਈ ਅੱਜ ਦੇ ਸੰਘਰਸ਼ ਤੱਕ ਪਹੁੰਚਦੀ ਹੈ। ਆਪਾਂ ਥੋੜਾ ਜਿਹਾ ਉਸ ਫਿਲਾਸਫੀ ਨੂੰ ਟੱਚ ਕਰਕੇ ਫਿਰ ਬੰਦਾ ਬਹਾਦਰ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ। ਮੈਂ ਚਾਹੁੰਦਾ ਕਿ ਤੁਸੀਂ ਥੋੜੀ ਜਿਹੀ ਉਸ ਤੇ ਗੱਲ ਕਰੋ, ਜਿਹੜਾ ਉਹ ਮਾਡਲ ਸੀ, ਕਿਉਂਕਿ ਬੇਸਿਕਲੀ ਕਿਰਤੀ ਤੇ ਕਿਰਤ ਦੇ ਸ਼ੋਸ਼ਣ ਦਾ ਮਾਡਲ ਜਿਹੜਾ ਉੱਥੇ ਪੈਸੇ, ਜਿਹੜਾ ਗੁਰੂ ਨਾਨਕ ਸਾਹਿਬ ਨੇ ਆਪਣੀ ਚਿੰਤਨ ਦੇ ਵਿੱਚ ਲਿਆਂਦਾ ਤੇ ਆਪਣੀ ਪ੍ਰੈਕਟਿਸ ਦੇ ਵਿੱਚ ਲਿਆਂਦਾ। ਕੁਲਦੀਪ ਜੀ, ਮੈਂ ਪੱਪੀ ਹੋਰਾਂ ਦੀ ਗੱਲ ਬੜੇ ਅਦਬ ਨਾਲ ਸੁਣੀ ਹੈ। ਬਹੁਤ ਹੀ ਸਿਆਣੇ ਸਾਡੇ ਚਿੰਤਕ ਨੇ ਜੀ। ਉਹ ਜਿੱਥੋਂ ਤੁਸੀਂ ਗੱਲ ਫੜਦੇ ਹੋ ਵੀ ਮਹੱਤਵਪੂਰਨ ਜੀ। ਗੁਰੂ ਨਾਨਕ ਸਾਹਿਬ ਜਦੋਂ ਆਪਣੀ ਬਾਣੀ ਦੇ ਵਿੱਚ ਲਿਖਦੇ ਹੈ ਕਿ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਜੀ। ਐਕਸਪਲੋਇਟੇਸ਼ਨ ਦੀ ਜਿਹੜੀ ਇਹ ਇੱਕ ਸੀ ਧਰਾਤਲ ਸੀਗਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਵਾਰ-ਵਾਰ, ਇੱਕ ਵਾਰ ਨਹੀਂ, ਸਮਾਜਿਕ ਪੱਧਰ ਤੇ ਵੀ, ਆਰਥਿਕ ਪੱਧਰ ਤੇ ਵੀ, ਬਾਬਰ ਬਾਣੀ ਹੈ ਜਿਹੜੀ, ਉਹ ਵੀ ਪੂਰਾ ਇੱਕ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ, ਕਿਉਂਕਿ ਬੰਦਾ ਸਿੰਘ ਬਹਾਦਰ ਕਿਤੇ ਖਲਾ ਚੋਂ ਨਹੀਂ ਪੈਦਾ ਹੁੰਦਾ ਮੇਰੇ ਖਿਆਲ ਚ। ਜੀ ਜੀ ਜੀ, ਬਿਲਕੁਲ ਬਿਲਕੁਲ। ਮੈਨੂੰ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਉਸ ਫਲਸਫੇ ਨੂੰ ਅੱਗੇ ਤੋਰਦਾ ਹੈ, ਜਿਹੜਾ ਫਲਸਫਾ ਕਿਸੇ ਵਕਤ ਗੁਰੂ ਨਾਨਕ ਸਾਹਿਬ ਨੇ ਇਨੀਸ਼ੀਅਲੀ ਇੰਟਰੋਡਿਊਸ ਕੀਤਾ ਹੈ ਇਸ ਧਰਤੀ ਤੇ। ਉਹਦੇ ਬਹੁਤ ਘੱਟ ਪੈਰੋਕਾਰ ਰਹੇ ਹੋਣਗੇ ਉਦੋਂ। ਉਹ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਦਿਆਂ ਬੜੇ ਉਹਦੇ ਚ ਲੰਘਦੇ ਨੇ। ਮੈਂ ਉਨੀ ਡਿਟੇਲ ਮੇਰੇ ਖਿਆਲ ਆਪਣੇ ਕੋਲ ਨਹੀਂ ਵਕਤ ਹੋਏਗਾ, ਪਰ ਫਿਰ ਵੀ
ਮੈਂ ਇਹ ਕਹਿਣਾ ਚਾਹੂੰਗਾ, ਮੈਂ ਦੇਖ ਰਿਹਾ ਸੀਗਾ ਕਿ ਜਦੋਂ ਬੰਦਾ ਸਿੰਘ ਬਹਾਦਰ ਉੱਥੇ ਸਿੱਕਾ ਚਲਾਉਂਦਾ ਹੈ, ਮੈਂ ਥੋੜਾ ਜਿਹਾ ਜੋੜੂੰਗਾ ਦੋਵਾਂ ਚੀਜ਼ਾਂ ਨੂੰ ਦਲੀਪ ਜੀ ਜੀ, ਉਹ ਆਪਣੀ ਮੋਹਰ ਦੇ ਉੱਤੇ ਲਿਖਦਾ ਹੈ, ਸਿੱਕੇ ਦੇ ਉੱਤੇ ਲਿਖਦਾ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਿ ਦੇਗ ਦੇ ਅਮੁੱਕ ਲੰਗਰ ਤੇ ਤੇਗ ਨਾਲ ਦੁਸ਼ਮਣਾਂ ਉੱਪਰ ਫਤਿਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਨਾਲ ਹੀ ਪ੍ਰਾਪਤ ਹੋਈ ਹੈ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਹ ਬੰਦਾ ਸਿੰਘ ਬਹਾਦਰ ਤੱਕ ਪਹੁੰਚਣ ਦੇ ਲਈ ਗੁਰੂ ਨਾਨਕ ਸਾਹਿਬ ਤੋਂ ਅਖਤਿਆਰ ਕੀਤਾ ਰਸਤਾ, ਜੋ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਇੰਸਪੀਰੇਸ਼ਨ ਦੇ ਤੌਰ ਤੇ ਬੰਦਾ ਸਿੰਘ ਬਹਾਦਰ ਤੱਕ ਪਹੁੰਚਦਾ ਹੈ, ਜਾਂ ਗੁਰੂ ਸਾਹਿਬਾਨ ਦੀ ਵੀਆ ਲੰਗਰ ਦੀ ਪ੍ਰਥਾ ਸੀ ਜਿਹੜੀ ਚਲਾਈ ਗਈ, ਜਾਂ ਬਗਾਵਤ ਦੀ ਜਿਹੜੀ ਪ੍ਰਥਾ ਆਉਂਦੀ ਹੈ, ਇਹ ਲੰਘਦਿਆਂ ਫਿਰ ਆ ਜਾਂਦੀ ਹੈ ਹਿੰਦ ਦੀ ਚਾਦਰ ਵਾਲਾ ਜਿਹੜਾ ਚੈਪਟਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਕਿ ਹਰ ਇੱਕ ਬੰਦੇ ਨੂੰ ਆਪਣੇ ਤਰੀਕੇ ਨਾਲ ਜਿਉਣ ਦਿੱਤਾ ਜਾਵੇ। ਜਿਹੜਾ ਕਿ ਅੱਜ ਜਦੋਂ ਤੁਸੀਂ ਵਿਰੋਧ ਕਰਦੇ ਹੋ ਫੰਡਾਮੈਂਟਲਿਜ਼ਮ ਦਾ ਜੀ, ਤਦ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਇਹ ਸ਼ਹਾਦਤ ਹੈ, ਉਹ ਇਸ ਗੱਲ ਦੇ ਉੱਤੇ ਕੁਐਸਚਨ ਹੈ ਕਿ ਇਸ ਤਰ੍ਹਾਂ ਜਿਹੜਾ ਹੈਗਾ ਜਿਉਣ ਨਾ ਦੇਣ ਦਾ ਜਿਹੜਾ ਸਿਲਸਿਲਾ ਹੈ, ਇਹ ਕੋਈ ਮਤਲਬ ਬਹੁਤ ਠੀਕ ਨਹੀਂ ਹੈ। ਸਾਨੂੰ ਇਹਦਾ ਵਿਰੋਧ ਕਰਨਾ ਚਾਹੀਦਾ, ਚਾਹੇ ਉਹਦੇ ਵੀ ਕੁਰਬਾਨੀ ਦੇਣੀ ਪਵੇ। ਜਿਹੜੇ ਗੁਰੂ ਗੋਬਿੰਦ ਸਿੰਘ ਨੇ, ਉਹਨਾਂ ਤੋਂ ਉਹ ਵਿਚਾਰ ਵੀ ਲੈਂਦਾ ਜਦੋਂ ਖਾਲਸੇ ਦੀ ਸਾਜਣਾ ਹੁੰਦੀ ਹੈ, ਜਾਂ ਬਹੁਤ ਕੁਝ ਗੁਰੂ ਸਾਹਿਬ ਨੇ ਆਪਣੀ ਲਾਈਫ ਦੇ ਵਿੱਚ ਪ੍ਰੈਕਟੀਕਲੀ ਵੀ, ਸਿਧਾਂਤ ਦੇ ਰੂਪ ਦੇ ਵਿੱਚ ਵੀ, ਇਹ ਸਾਰਾ ਕਰਦਿਆਂ ਬੰਦਾ ਸਿੰਘ ਬਹਾਦਰ ਜਿਹੜਾ ਹੈਗਾ, ਮੈਂ ਉਹਨੂੰ ਗੁਰੂ ਸਾਹਿਬਾਨ ਦੀ ਜਿਹੜੀ ਥਾਟ ਦੀ ਕੰਟੀਨਿਊਟੀ ਚ ਦੇਖਦਾ। ਮੈਨੂੰ ਲੱਗਦਾ ਕਿ ਉਹ ਜਿਹੜੀ ਥਾਟ ਚਲਦੀ ਆ ਰਹੀ ਸੀਗੀ, ਇਹ ਗੁਰੂ ਨਹੀਂ ਸੀਗੇ, ਪਰ ਇਹਨਾਂ ਨੇ ਉਹਨਾਂ ਦੇ ਇਲਚੀ ਵਾਂਗੂ ਕੰਮ ਕੀਤਾ। ਤੇ ਮੈਨੂੰ ਲੱਗਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਢਲਾ ਫਲਸਫਾ ਸੀਗਾ ਕਿ ਲੁੱਟ ਨਹੀਂ ਹੋਣੀ ਚਾਹੀਦੀ, ਜ਼ੁਲਮ ਨਹੀਂ ਹੋਣਾ ਚਾਹੀਦਾ, ਇਹਦਾ ਵਿਰੋਧ ਕਰਨਾ ਚਾਹੀਦਾ, ਉਹਨੂੰ ਮੈਨੂੰ ਤਾਂ ਲੱਗਦਾ ਕਿ ਅੱਗੇ ਤੋਰਿਆ। ਬਿਲਕੁਲ ਬਿਲਕੁਲ ਬਿਲਕੁਲ, ਸ਼ਾਇਦ ਮੈਂ ਇਵੇਂ ਹੀ ਸੋਚਦਾ ਜੀ। ਸੁਖਵਿੰਦਰ ਪੱਪੀ ਜੀ, ਤੁਸੀਂ ਮੇਰੇ ਖਿਆਲ 'ਚ ਗੱਲ ਮਹਿਸੂਸ ਕਰਦੇ ਹੋਵੋਗੇ ਕਿ ਬੰਦਾ ਸਿੰਘ ਬਹਾਦਰ ਜਿੱਡੇ ਵੱਡੇ ਨਾਇਕ ਸੀ, ਅਸੀਂ ਉਹਨਾਂ ਦੇ ਫਲਸਫੇ ਨੂੰ ਉਵੇਂ ਕੰਟੀਨਿਊ ਨਹੀਂ ਕਰ ਸਕੇ ਹੈਗੇ, ਜਾਂ ਉਹਨਾਂ ਬਾਰੇ ਉਵੇਂ ਖੋਜ ਨਹੀਂ ਹੋ ਸਕੀ, ਜਾਂ ਉਹਨਾਂ ਬਾਰੇ ਗੱਲਬਾਤ ਨਹੀਂ ਹੋ ਸਕੀ ਹੈਗੀ। ਤੁਸੀਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਬਾਰੇ ਕਾਫੀ ਕੁਝ ਪੜ੍ਹਿਆ ਹੈ। ਅਸੀਂ ਇਹਦੇ ਕਾਰਨ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਉਹ ਕੰਟੀਨਿਊ ਕਾਹਤੋਂ ਨਹੀਂ ਹੋ ਸਕਿਆ, ਅਸੀਂ ਐਡੇ ਵੱਡੇ ਨਾਇਕ ਨੂੰ ਹੁਣ ਤੱਕ ਆਪਣੇ ਵੱਡੇ ਨਾਇਕ ਦੇ ਤੌਰ ਤੇ ਸਥਾਪਿਤ ਕਿਉਂ ਨਹੀਂ ਕਰ ਸਕੇ, ਤੇ ਅੱਜ ਸਾਨੂੰ ਉਹਨਾਂ ਬਾਰੇ ਕੀ ਕੁਝ ਪ੍ਰਾਪਤ ਹੈ ਜਿਹਦੋਂ ਅਸੀਂ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਸਮਝ ਸਕਦੇ ਹਾਂ। ਸੁਖਵਿੰਦਰ ਜੀ, ਕੋਈ ਲਿੰਕ ਵਗੈਰਾ ਦੀ ਪ੍ਰੋਬਲਮ ਨਾ ਹੋਵੇ। ਹੈਲੋ ਡਾਕਟਰ ਸਾਹਿਬ, ਆ ਰਹੀ ਆਵਾਜ਼? ਹਾਂਜੀ ਆ ਰਹੀ ਹੈ ਜੀ। ਜੀ ਵੈਲਕਮ ਡਾਕਟਰ ਸਾਹਿਬ ਨੇ ਮੈਂ ਅੱਜ ਹੀ ਇੱਕ ਪੋਸਟ ਪਾਈ ਸੀ ਫੇਸਬੁੱਕ ਦੇ ਉੱਤੇ, ਐਸੇ ਸੰਦਰਭ ਦੇ ਵਿੱਚ ਜਿਹੜਾ ਤੁਸੀਂ ਅੱਜ ਕਿਹਾ ਹੈਗਾ ਕਿ ਜਿੱਡੇ ਵੱਡੇ ਨਾਇਕ ਸੀਗੇ ਬੰਦਾ ਸਿੰਘ ਬਹਾਦਰ, ਉਹਨਾਂ ਬਾਰੇ ਗੱਲ ਨਹੀਂ ਹੋਈ ਜੀ। ਮੈਂ ਨਾ ਸੋਚਦਾ ਹੁੰਦਾ, ਪਿਛਲੇ 30-35 ਸਾਲਾਂ ਤੋਂ ਅਸੀਂ ਇੱਕ ਕਿਤਾਬ ਜਿਹੜੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਅਸਲੀ ਇਨਸਾਨ ਦੀ ਕਹਾਣੀ ਬੋਰਸਪੋਲੋ ਹੋਈ। ਉਹ ਤੁਹਾਡੀ ਪੋਸਟ ਬਹੁਤ ਵਧੀਆ ਪੱਪੀ ਜੀ। ਹਾਂਜੀ, ਬਹੁਤ ਸ਼ੁਕਰੀਆ। ਮੈਂ ਉਹਦੇ ਵਿੱਚ ਕੀ ਹੈਗਾ ਕਿ ਮਤਲਬ ਮੈਂ ਖੁਦ ਵੀ ਜਦੋਂ ਵਿਦਿਆਰਥੀ ਜਥੇਬੰਦੀ ਦਾ ਮੈਂ ਪ੍ਰੈਜ਼ੀਡੈਂਟ ਰਿਹਾ ਪੰਜਾਬ ਦੇ ਵਿੱਚ, ਮੈਂ ਸੈਂਕੜੇ ਲੋਕਾਂ ਨੂੰ ਇਹ ਕਿਤਾਬ ਪੜ੍ਹਾਈ ਹੋਣੀ ਹੈ, ਕਿਹਾ ਹੋਣਾ ਕਿ ਤੁਸੀਂ ਅਸਲੀ ਇਨਸਾਨ ਦੀ ਕਹਾਣੀ ਪੜ੍ਹੋ, ਠੀਕ ਹੈ। ਲੇਕਿਨ ਅੱਜ ਮੈਂ ਉਮਰ ਦੇ 50 ਸਾਲਾਂ ਦਾ ਹੋ ਗਿਆ, ਤਾਂ ਮੈਂ ਜਦੋਂ ਹੁਣ ਦੁਬਾਰੇ ਆਪਣੀ ਹਿਸਟਰੀ ਨੂੰ ਦੇਖਦਾ, ਆਪਣੇ ਇਤਿਹਾਸ ਨੂੰ, ਆਪਣੀਆਂ ਰੂਟਸ ਨੂੰ, ਆਪਣੀਆਂ ਜੜ੍ਹਾਂ ਨੂੰ, ਤਾਂ ਮੈਂ ਉਹਨੂੰ ਬਿਲਕੁਲ ਇੱਕ ਵੱਖਰੇ ਜਾਵੀਏ ਤੋਂ ਦੇਖਦਾ। ਮੈਂ ਜਦੋਂ ਹੁਣ ਬੰਦਾ ਸਿੰਘ ਬਹਾਦਰ ਬਾਰੇ ਪੜ੍ਹ ਰਿਹਾ ਸੀ, ਤਾਂ ਮੈਨੂੰ ਲੱਗਿਆ ਕਿ ਅਸੀਂ ਅਸਲੀ ਇਨਸਾਨ ਦੀ ਕਹਾਣੀ ਕਿਹਨੂੰ ਕਹਿ ਰਹੇ ਹਾਂ। ਮੈਂ ਨਹੀਂ ਕਹਿੰਦਾ ਕਿ ਬੋਰਸਪੋਲੋ ਬਾਈ ਦਾ ਨਾਵਲ ਛੋਟਾ ਹੈ, ਲੇਕਿਨ ਉਹ ਤਾਂ ਇੱਕ ਆਪਣੀ ਸਰਵਾਈਵਲ ਲਈ ਲੜ ਰਹੇ ਬੰਦੇ ਦੀ ਕਹਾਣੀ ਹੈ, ਜਿਹੜਾ ਇੱਕ ਜਹਾਜ਼ ਦੇ ਵਿੱਚੋਂ ਗਿਰ ਗਿਆ, ਉਹਦੀਆਂ ਲੱਤਾਂ ਡੈਮੇਜ ਹੋ ਗਈਆਂ, ਤੇ ਉਹ ਆਪਣੇ ਬਚਾਅ ਦੇ ਲਈ ਆਪਣਾ ਜਿਹੜਾ ਸਾਰਾ ਕੁਛ ਉਹ ਕਰਦਾ ਹੈਗਾ। ਅਸੀਂ ਉਹਨੂੰ ਬਹੁਤ ਗਲੋਰੀਫਾਈ ਕਰ ਰਹੇ ਹਾਂ ਜੀ,
ਲੇਕਿਨ ਇੱਕ ਬੰਦਾ ਜਿਹਨੂੰ ਅਸੀਂ ਬੰਦਾ ਸਿੰਘ ਬਹਾਦਰ ਕਹਿੰਦੇ ਹਾਂ, ਸਾਡਾ ਆਪਣਾ ਨਾਇਕ ਹੈ, ਜਿਹੜਾ ਜਦੋਂ ਉਥੋਂ ਨੰਦੇੜ ਵਾਲੇ ਪਾਸਿਓਂ ਆ ਕੇ ਹਰਿਆਣੇ ਦੇ ਵਿੱਚ ਸਢੌਰੇ ਦੇ ਕੋਲੇ ਰੁਕਦਾ ਹੈ, ਤਾਂ ਉਹਦੀਆਂ ਚਿੱਠੀਆਂ, ਉਹਦੇ ਖੱਤਾਂ ਰਾਹੀਂ, ਉਹਦੇ ਭੇਜੇ ਹਰਕਾਰਿਆਂ ਰਾਹੀਂ 30,000 ਦੀ ਆਰਮੀ ਆ ਜਿਹੜੀ ਉਹ ਹਰਿਆਣੇ ਦੇ ਕੋਲੇ ਸਮਾਣੇ ਤੋਂ ਪਰਲੇ ਪਾਸੇ ਇਕੱਠੀ ਹੋ ਜਾਂਦੀ ਹੈ ਜੀ। ਔਰ ਉਸ ਤੋਂ 28 ਦਿਨਾਂ ਬਾਅਦ ਉਹ 70,000 ਦੀ ਜਿਹੜੀ ਸਿੱਖ ਆਰਮੀ ਹੈ ਉਹਨੂੰ ਨਾਲ ਲੈ ਕੇ ਸਰਹੰਦ ਵਾਲੇ ਪਾਸੇ ਨੂੰ ਤੁਰ ਪਾਉਂਦਾ ਹੈ। ਸੋ ਅਸਲੀ ਨਾਇਕ ਕੌਣ ਹੈਗਾ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜੇ ਪੰਜਾਬ ਦੇ ਲੋਕ ਹਾਂ, ਚਾਹੇ ਉਹ ਅਸੀਂ ਸਿੱਖ ਰਿਲੀਜਨ ਨੂੰ, ਸਿੱਖ ਰਿਲੀਜੀਅਸ ਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਸ਼ਕਤੀਆਂ, ਚਾਹੇ ਉਹ ਲੈਫਟ ਵਾਲੇ ਲੋਕ, ਸਾਰਿਆਂ ਨੇ ਹੀ ਅਸੀਂ ਬੰਦਾ ਸਿੰਘ ਬਹਾਦਰ ਦੀ ਜਿੱਡੀ ਵੱਡੀ ਹਿਸਟੋਰਿਕ ਦੇਣ ਹੈਗੀ, ਅਸੀਂ ਉਹਨੂੰ ਪ੍ਰੋਪਰ ਨਹੀਂ ਸਮਝਿਆ ਜੀ। ਜਦੋਂ ਤੁਸੀਂ ਉਸ ਨੂੰ ਸਢੌਰੇ ਤੋਂ ਲੈ ਕੇ ਜਦੋਂ ਦੀ ਸਮਾਣੇ ਵਿੱਚ ਐਂਟਰੀ ਹੁੰਦੀ ਆ, ਉਸ ਤੋਂ ਬਾਅਦ 1715 ਤੱਕ ਜਦੋਂ ਉਹ ਗੁਰਦਾਸਪੁਰ ਦੇ ਜਿਹੜਾ ਹੈਗਾ ਗੁਰਦਾਸ ਨੰਗਲ ਗੜੀ ਦੇ ਆਖਰੀ ਦਿਨਾਂ ਤੱਕ ਜਿੱਥੇ ਉਹਦੀ ਗ੍ਰਿਫਤਾਰੀ ਹੁੰਦੀ ਹੈ, ਜਦੋਂ ਤੁਸੀਂ ਉਸ ਦੀ ਸਾਰੀ ਬਹੁਤ ਬਰੀਕੀ ਦੇ ਨਾਲ ਸਾਰੀ ਉਹਨੂੰ ਡਿਟੇਲ ਨੂੰ ਦੇਖਦੇ ਹੋ, ਤਾਂ ਤੁਹਾਡੇ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਤੁਹਾਡੇ ਅਸਲੀ ਨਾਇਕ ਕੌਣ ਸੀ, ਉਹਨਾਂ ਨੂੰ ਤੁਹਾਨੂੰ ਕਿਸ ਤਰ੍ਹਾਂ ਪਛਾਣਨਾ ਚਾਹੀਦਾ ਸੀ। ਮੈਨੂੰ ਲੱਗਦਾ ਕਿ ਸਾਡੀ ਬਹੁਤ ਵੱਡੀ ਬਦਕਿਸਮਤੀ ਹੈਗੀ ਹੈ ਇਹ, ਕਿ ਅਸੀਂ ਆਪਣੇ ਐਡੇ ਵੱਡੇ ਨਾਇਕ ਦੀ ਉਸ ਤਰੀਕੇ ਦੇ ਨਾਲ ਅਸੀਂ ਉਹਨੂੰ ਨਹੀਂ ਜਾਣਿਆ, ਅਸੀਂ ਉਹਨੂੰ ਨਹੀਂ ਪਹਿਚਾਣਿਆ, ਅਸੀਂ ਉਹਨੂੰ ਨਹੀਂ ਪ੍ਰਚਾਰਿਆ ਕਿ ਜਿੱਡਾ ਵੱਡਾ ਉਹ ਨਾਇਕ ਸੀ। ਅੱਜ ਇੱਕ ਮੈਨੂੰ ਇੱਕ ਨਵੀਂ ਗੱਲ ਦਾ ਪਤਾ ਲੱਗਿਆ, ਉਹਦਾ ਸੋਰਸ ਜੀ। ਸਰ ਮੇਰੀ ਆਵਾਜ਼ ਆ ਰਹੀ ਹੈ? ਆ ਰਹੀ ਜੀ ਜੀ ਬਿਲਕੁਲ। ਅੱਜ ਹੀ ਮੈਨੂੰ ਉੱਥੇ ਐਡਵੋਕੇਟ ਹਰਪ੍ਰੀਤ ਜੀਰ ਖੋਰੀ ਜਿਹੜੇ ਪ੍ਰੈਕਟਿਸ ਕਰਦੇ ਨੇ ਲੁਧਿਆਣੇ, ਉਹਨਾਂ ਨੇ ਇੱਕ ਦੱਸੀ ਗੱਲ ਕਿ ਕੁਝ ਸਾਲ ਪਹਿਲਾਂ ਦਿਆਲ ਸਿੰਘ ਨਾਂ ਦਾ ਇੱਕ ਟੀਚਰ ਹੈਗਾ ਫਰੀਦਕੋਟ ਦਾ, ਉਹ ਬੰਦਾ ਦਾ ਆਰਟੀਕਲ ਲੱਗਿਆ ਹੈਗਾ ਅਜੀਤ ਦੇ ਵਿੱਚ, ਤੇ ਉਹ ਬੰਦਾ ਕਿਊਬਾ ਗਿਆ ਸੀ। ਕਿਊਬਾ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਕੁਝ ਚੀਜ਼ਾਂ ਦੇਖੀਆਂ, ਲਾਇਬ੍ਰੇਰੀ ਦੇ ਵਿੱਚ ਦੇਖੇ ਗਏ ਕਿਤੇ ਉਹ, ਤਾਂ ਉੱਥੇ ਉਹਨਾਂ ਨੂੰ ਦੱਸਿਆ ਗਿਆ। ਤੁਹਾਡਾ ਸਪੀਕਰ ਬੰਦ ਹੋ ਗਿਆ, ਮਾਈਕ ਬੰਦ ਹੋ ਗਿਆ ਸਰ, ਮਾਈਕ ਜੀ। ਮੇਰੀ ਪਹਿਲੀ ਗੱਲ ਆ ਗਈ ਸੀ ਜੀ ਜੀ। ਹਾਂਜੀ, ਉੱਥੇ ਉਸ ਦਿਆਲ ਸਿੰਘ ਨੂੰ ਦੱਸਿਆ ਗਿਆ ਕਿਊਬਾ ਦੇ ਵਿੱਚ ਕਿ ਅਰਨੈਸਟ ਚੀ ਗਵੇਰੋ ਦਾ ਜਿਹੜਾ ਮਤਲਬ ਉਹਨੂੰ ਇੰਸਪਾਇਰ ਕਰਨ ਵਾਲਾ ਆਦਮੀ ਸੀ, ਉਹ ਬੰਦਾ ਸਿੰਘ ਬਹਾਦਰ ਸੀਗਾ। ਇਹ ਗੱਲ ਲਿਖਤ ਦੇ ਵਿੱਚ ਆਈ ਹੈ, ਮੈਂ ਥੋੜਾ ਜਿਹਾ ਇਹਦੇ ਬਾਰੇ ਹੋਰ ਰਿਸਰਚ ਕਰ ਰਿਹਾ। ਦਿਆਲ ਸਿੰਘ ਉਹ ਹਾਲੇ ਜਿਉਂਦੇ ਨੇ, ਫਰੀਦਕੋਟ 'ਚ ਰਹਿੰਦੇ ਨੇ ਔਰ ਕਿਊਬਾ ਉਹ ਜਾ ਕੇ ਆਏ ਨੇ। ਜੇ ਅਰਨੈਸਟ ਚੀ ਗਵੇਰਾ, ਜਿਹਨੂੰ ਅਸੀਂ ਨਾਇਕ ਮੰਨ ਰਹੇ ਹਾਂ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਬੈਠ ਕੇ, ਉਹ ਉਲਟਾ ਸਾਡੇ ਮਤਲਬ ਬੰਦਾ ਸਿੰਘ ਬਹਾਦਰ ਨੂੰ ਨਾਇਕ ਮੰਨਦਾ ਹੈ, ਤਾਂ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਜਾਂ ਪੰਜਾਬੀ ਜਾਂ ਜਿਹੜੇ ਸਾਡੇ ਗਾਂਹ ਮਧੂ ਲੋਕਾਂ ਲਈ ਕੋਈ ਹੋ ਸਕਦੀ ਹੈ। ਮੈਨੂੰ ਲੱਗਦਾ ਕਿ ਬੰਦਾ ਸਿੰਘ ਬਹਾਦਰ ਬਾਰੇ ਜਿੰਨਾ ਜਾਣਨਾ ਚਾਹੀਦਾ ਸੀ, ਜਿੰਨਾ ਸਾਨੂੰ ਕਹਿਣਾ ਚਾਹੀਦਾ ਸੀ, ਜਿੰਨਾ ਸੁਣਨਾ ਚਾਹੀਦਾ ਸੀ, ਜਿੰਨਾ ਉਹਨਾਂ ਬਾਰੇ ਕੋਈ ਗੱਲ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਉਹਨਾਂ ਦੀਆਂ ਦੇਣਾਂ ਨੂੰ ਅਸੀਂ ਬਹੁਤ ਛੋਟੇ ਰੂਪ ਦੇ ਵਿੱਚ ਜਾ ਕੇ ਦੇਖਿਆ। ਤੁਸੀਂ ਕਿਹਾ ਕਿ ਬੰਦਾ ਸਿੰਘ ਬਹਾਦਰ ਹੋਰਾਂ ਦੇ ਨਾਲ ਕਿਹੜਾ ਲਿਟਰੇਚਰ ਮਿਲਦਾ ਹੈ, ਇੱਕ ਤੁਹਾਡੇ ਸਵਾਲ ਦੇ ਵਿੱਚ ਆਉਂਦਾ ਹੈ ਜੀ। ਮਤਲਬ ਬੰਦਾ ਸਿੰਘ ਬਹਾਦਰ ਹੋਰਾਂ ਬਾਰੇ ਅਣਗਿਣਤ ਲਿਟਰੇਚਰ ਜਿਹੜਾ ਹੈਗਾ ਉਹ ਸਾਡੇ ਕੋਲੇ ਪਿਆ ਹੈ। ਉਹਦੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਕਹਿਣ ਦੇ ਉੱਤੇ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ। ਫਾਰ ਐਗਜ਼ਾਮਪਲ ਰਤਨ ਸਿੰਘ ਭੰਗੂ ਹੈ। ਰਤਨ ਸਿੰਘ ਭੰਗੂ 1841 ਦੇ ਕਰੀਬ ਬੰਦਾ ਸਿੰਘ ਬਹਾਦਰ ਬਾਰੇ ਲਿਖਦਾ ਹੈ। ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬੰਦਾ ਸਿੰਘ ਬਹਾਦਰ ਬਾਰੇ ਰਤਨ ਸਿੰਘ ਭੰਗੂ ਕਿਉਂ ਲਿਖਦਾ ਹੈ, ਤਾਂ ਸਾਨੂੰ ਹੈਰਾਨੀ ਹੁੰਦੀ ਹੈ ਕਿ ਰਤਨ ਸਿੰਘ ਭੰਗੂ ਤਾਂ ਅੰਗਰੇਜ਼ਾਂ ਦਾ ਇੱਕ ਇੰਪਲਾਈਜ਼ ਹੈ ਔਰ ਅੰਗਰੇਜ਼ ਉਹ ਤੋਂ ਹਿਸਟਰੀ ਲਿਖਵਾ ਰਹੇ ਨੇ। ਤਾਂ ਤੁਸੀਂ ਇਹ ਕਦੇ ਵੀ ਆਸ ਨਹੀਂ ਕਰ ਸਕਦੇ ਕਿ ਇੱਕ ਤੁਹਾਡਾ ਦੁਸ਼ਮਣ ਹੁਕਮਰਾਨ ਹੈਗਾ ਜਿਹੜਾ ਉਹ ਤੁਹਾਡੇ ਲੋਕ ਨਾਇਕਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਊਗਾ। ਰਤਨ ਸਿੰਘ ਭੰਗੂ ਦੀਆਂ ਸਾਰੀਆਂ ਲਿਖਤਾਂ ਨੇ ਜਿਹੜੀਆਂ ਉਹ ਬੰਦਾ ਸਿੰਘ ਬਹਾਦਰ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਲਟ ਜਾਂਦੀਆਂ। ਭਾਵੇਂ ਕਿ ਸਾਨੂੰ ਰਤਨ ਸਿੰਘ ਭੰਗੂ ਤੋਂ ਕੁਝ ਵੇਰਵੇ ਮਿਲ ਜਾਂਦੇ ਨੇ ਜਿਨ੍ਹਾਂ ਰਾਹੀਂ ਅਸੀਂ ਬੰਦਾ ਸਿੰਘ ਬਹਾਦਰ ਨੂੰ ਜਾਣਨ ਵਾਲੇ ਪਾਸੇ ਨੂੰ ਤੁਰ ਪਾਉਂਦੇ ਹਾਂ, ਪਰ ਫਿਰ ਵੀ ਰਤਨ ਸਿੰਘ ਭੰਗੂ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਬੰਦਾ ਸਿੰਘ ਬਹਾਦਰ ਦੀ ਹਰ ਪਾਸਿਓਂ। ਚਾਹੇ ਬੰਦਾ ਸਿੰਘ ਬਹਾਦਰ ਦੀ
ਓਵਰਆਲ ਜਿਹੜਾ ਉਹਦਾ ਥਿਓਰਟੀਕਲ ਬੇਸ ਹੈ, ਬੰਦਾ ਸਿੰਘ ਬਹਾਦਰ ਦਾ ਜਿਹੜਾ ਪ੍ਰੈਕਟੀਕਲ ਉਹਦੀ ਸਟ੍ਰੈਟਜੀ ਹੈ, ਬੰਦਾ ਸਿੰਘ ਬਹਾਦਰ ਦੀ ਜਿਹੜੀ ਆਰਮੀ ਸਟ੍ਰੈਟਜੀ ਹੈ, ਬੰਦਾ ਸਿੰਘ ਬਹਾਦਰ ਦਾ ਇੱਕ ਸੈਕੂਲਰ ਹੋਣ ਦਾ ਜਿਹੜੀ ਉਹਦੀ ਸਟ੍ਰੈਟਜੀ ਹੈ, ਇਹਨਾਂ ਸਾਰੀਆਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਲਿਆਮੇਟ ਜਿਹੜਾ ਹੈਗਾ ਉਹ ਅਲੱਗ-ਅਲੱਗ ਇਤਿਹਾਸਕਾਰਾਂ ਨੇ ਕੀਤਾ। ਲੇਕਿਨ ਫਿਰ ਵੀ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਚ ਕੇ ਆ ਗਈਆਂ। ਉਹਨਾਂ ਵਿੱਚੋਂ ਗੰਡਾ ਸਿੰਘ ਹੋਰਾਂ ਦਾ ਇਤਿਹਾਸ ਹੈਗਾ, ਖੁਸ਼ਵੰਤ ਸਿੰਘ ਹੋਰਾਂ ਦੀਆਂ ਕੁਝ ਲਿਖਤਾਂ ਨੇਗੀਆਂ। ਸਾਡੇ ਕੋਲੇ ਡਾਕਟਰ ਸੁਖਦਿਆਲ ਸਿੰਘ ਹੋਰਾਂ ਦੀ ਕਿਤਾਬ ਬੰਦਾ ਸਿੰਘ ਬਹਾਦਰ ਇੱਕ ਇਤਿਹਾਸਕ ਅਧਿਐਨ ਹੈਗਾ। NS ਚਾਂਦਲਾ ਦੀ ਕਿਤਾਬ ਹੈਗੀ ਆਪਣੇ ਹੀ ਨੈਕਾਂ ਦੀ ਗਦਾਰੀ ਦਾ ਸ਼ਿਕਾਰ ਬੰਦਾ ਸਿੰਘ ਬਹਾਦਰ। ਸਾਡੇ ਕੋਲੇ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਤੇ ਹੋਰ ਬਹੁਤ ਸਾਰੀਆਂ ਲਿਖਤਾਂ ਨੇ ਜਿਹੜੀਆਂ ਸਾਡੇ ਕੋਲੇ ਇਤਿਹਾਸ ਦੇ ਵਿੱਚ ਪਈਆਂ। ਮੈਨੂੰ ਲੱਗਦਾ ਕਿ ਸਾਨੂੰ ਉਹਨਾਂ ਨੂੰ ਦੁਬਾਰਾ ਕੋਖਣ ਦੀ, ਪੜ੍ਹਨ ਦੀ, ਉਹਨਾਂ ਦਾ ਮੁਲਾਂਕਣ ਕਰਨ ਦੀ ਲੋੜ ਹੈਗੀ, ਤਾਂ ਕਿ ਜਿਹੜੀਆਂ ਚੀਜ਼ਾਂ ਹਾਲੇ ਸਾਡੇ ਸਾਹਮਣੇ ਨਹੀਂ ਆ ਸਕੀਆਂ ਉਹ ਆ ਸਕਣ। ਮੈਂ ਇੱਕ ਮਿੰਟ ਹੀ ਲੈਣਾ, ਜ਼ਿਆਦਾ ਨਹੀਂ ਜੀ। ਅਸੀਂ ਡਾਕਟਰ ਸਾਹਿਬ ਜਿੱਦਾਂ ਨਾ ਬੰਦਾ ਸਿੰਘ ਬਹਾਦਰ ਬਾਰੇ ਕਿਹਾ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਵੰਡ ਕੀਤੀ। ਜਦੋਂ ਇਹ ਸਵਾਲ ਆਇਆ ਤਾਂ ਅਸੀਂ ਪ੍ਰੈਕਟੀਕਲੀ ਇਹ ਜਾਣਨ ਦੀ ਕੋਸ਼ਿਸ਼ ਕੀਤੀ। ਹੈਲੋ ਜੀ 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 ਜੀ। ਅਸੀਂ ਇਹ ਪ੍ਰੈਕਟੀਕਲ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਕਿੰਨੀਆਂ ਕੁ ਜ਼ਮੀਨਾਂ ਕਿਹੜੇ ਏਰੀਏ ਦੇ ਵਿੱਚ ਕਿੱਥੇ ਕਿੱਥੇ ਕਦੋਂ ਕਦੋਂ ਵੰਡੀਆਂ। ਲੇਕਿਨ ਸਾਡੇ ਕੋਲੇ ਉਹਦਾ ਜਿਹੜਾ ਪੱਕਾ ਸਟੈਟਿਸਟਿਕ ਹੈਗਾ ਕੋਈ ਉਹ ਸਾਡੇ ਸਾਹਮਣੇ ਨਹੀਂ ਆਇਆ ਜੀ। ਲੇਕਿਨ ਇਸ ਦਾ ਇਹ ਮਤਲਬ ਨਹੀਂ ਹੈਗਾ ਕਿ ਉਹਨਾਂ ਨੇ ਜ਼ਮੀਨਾਂ ਨਹੀਂ ਵੰਡੀਆਂ, ਕਿਉਂਕਿ ਜ਼ਮੀਨਾਂ ਦੀ ਪਮਾਇਸ਼, ਜ਼ਮੀਨਾਂ ਦੀ ਵੰਡ, ਜ਼ਮੀਨਾਂ ਦੇ ਕਾਗਜ਼ ਨੇ ਜਿਹੜੇ ਉਹ ਤਕਰੀਬਨ ਉਹਨਾਂ ਦਾ ਜਿਹੜਾ ਪੱਕਾ ਫਾਰਮੂਲਾ ਹੈਗਾ ਉਹ ਰਣਜੀਤ ਸਿੰਘ ਦੀ ਜਿਹੜੀ ਸੱਤਾ ਹੈਗੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਥਾਪਿਤ ਹੁੰਦਾ ਹੈ। ਪਹਿਲਾਂ ਤਾਂ ਉਹ ਇੱਕ ਵੱਖਰੀਆਂ ਖੁੱਲੀਆਂ ਚਰਾਂਦਾਂ ਦੇ ਰੂਪ ਦੇ ਵਿੱਚ ਜਾਂ ਉਹਨਾਂ ਦਾ ਕੋਈ ਕਾਗਜ਼ਾਤ ਨਹੀਂ ਸੀਗਾ। ਲੇਕਿਨ ਇਹ ਤੱਥ ਹੈਗਾ ਕਿ ਬੰਦਾ ਸਿੰਘ ਬਹਾਦਰ ਨੇ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਪਹਿਲਾਂ ਸਰਹੰਦ ਦੇ ਵਿੱਚ, ਬਾਅਦ ਦੇ ਵਿੱਚ ਉਹਨਾਂ ਨੇ ਗੁਰਦਾਸਪੁਰ, ਗੜੀ ਨੰਗਲ ਦੇ ਵਿੱਚ, ਈਵਨ ਕਿ ਜਿੱਥੇ ਬੰਦਾ ਸਿੰਘ ਬਹਾਦਰ ਹੋਰਾਂ ਦੇ ਜਿਹੜੇ ਆਖਰੀ ਦਿਨ ਨੇ, ਜਿਹਨੂੰ ਅਸੀਂ ਗੁਰਦਾਸ ਨੰਗਲ ਦੀ ਗੜੀ ਜਿੱਥੇ ਉਹਨਾਂ ਨੂੰ ਘੇਰਾ ਪਿਆ, ਉੱਥੇ 8 ਮਹੀਨੇ ਦਾ ਘੇਰਾ ਪਿਆ, ਉਹ ਉੱਥੇ ਰਹੇ, ਉੱਥੇ ਉਹਦਾ ਜਿਹੜਾ ਮਾਲਕ ਵੀ ਸੀ ਦੁਨੀ ਚੰਦ, ਉਹ ਇੱਕ ਹਿੰਦੂ ਮਤਲਬ ਜਿਹੜਾ ਬੰਦਾ ਸੀਗਾ ਤੇ ਉਹ ਬਹੁਤ ਵੱਡਾ ਜਗੀਰਦਾਰ ਸੀ ਉਸ ਇਲਾਕੇ ਦਾ। ਉਹਦੀਆਂ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਹੜੀਆਂ ਬੰਦਾ ਸਿੰਘ ਬਹਾਦਰ ਨੇ ਉਸ ਇਲਾਕੇ ਦੇ ਵਿੱਚ ਮੁਜ਼ਾਰਿਆਂ ਦੇ ਵਿੱਚ ਵੰਡਤੀਆਂ ਤੇ ਉਹਨਾਂ ਦੀ ਹਵੇਲੀ ਜਾਂ ਜਿਹੜਾ ਵੱਡਾ ਉਹਨਾਂ ਦਾ ਇਹ ਸੀਗਾ ਕਿਲਾ, ਉਹਦੇ ਉੱਤੇ ਕਬਜ਼ਾ ਕਰਕੇ ਉਹਨੂੰ ਇੱਕ ਆਪਣਾ ਸੈਂਟਰ ਬਣਾ ਲਿਆ। ਸੋ ਮੈਨੂੰ ਲੱਗਦਾ ਕਿ ਬੰਦਾ ਸਿੰਘ ਬਹਾਦਰ ਹੋਰਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਦੇ ਉੱਤੇ ਹਾਲੇ ਬਹੁਤ ਸਾਰਾ ਕੰਮ ਹੋਣ ਵਾਲਾ ਬਾਕੀ ਹੈ ਔਰ ਬਹੁਤ ਵੱਡੀ ਸਾਡੀ ਉਹਨਾਂ ਦੀ ਸੀ। ਜੀ ਆਪਾਂ ਪੱਪੀ ਹੋਰਾਂ ਨੇ ਜਿਹੜੀ ਹੁਣ ਅਖੀਰ ਤੇ ਗੱਲ ਕੀਤੀ ਹੈ ਜ਼ਮੀਨਾਂ ਦੀ ਵੰਡ, ਇਸ ਸਿਲਸਿਲੇ ਨੂੰ ਥੋੜਾ ਜਿਹਾ ਹੋਰ ਐਲੈਬੋਰੇਟ ਕਰਦੇ ਹਾਂ। ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ ਕਿ ਉਹ ਕਿਹੜੇ ਪਹਿਲੂ ਨੇ ਜਿਨ੍ਹਾਂ ਕਰਕੇ ਕਿਸਾਨ ਸੰਘਰਸ਼ ਦੇ ਵਿੱਚ ਅਸੀਂ ਬੰਦਾ ਬਹਾਦਰ ਨੂੰ ਯਾਦ ਕਰ ਰਹੇ ਹਾਂ। ਉਹ ਜ਼ਮੀਨਾਂ ਦੀ ਵੰਡ ਦਾ ਕੀ ਪ੍ਰਸੰਗ ਸੀ ਜਿਹੜਾ ਬੰਦਾ ਬਹਾਦਰ ਤੋਂ ਸ਼ੁਰੂ ਹੋਇਆ, ਜਿਹਦੇ ਕਰਕੇ ਅੱਜ ਅਸੀਂ ਉਹਨਾਂ ਨੂੰ ਪ੍ਰੇਰਨਾ ਸਰੋਤ ਮੰਨ ਰਹੇ ਹਾਂ। ਮੇਰੇ ਲਈ ਸਵਾਲ ਹੈ ਜੀ? ਹਾਂਜੀ ਹਾਂਜੀ ਹਾਂਜੀ। ਮੈਂ ਇਵੇਂ ਸੋਚਦਾ ਕਿ ਪਹਿਲੀ ਗੱਲ ਤਾਂ ਮੈਂ ਪੱਪੀ ਹੋਰਾਂ ਦੀ ਗੱਲ 'ਚ ਵਾਧਾ ਕਰੂੰਗਾ ਕਿ ਕੁਝ ਚੀਜ਼ਾਂ ਤਾਂ ਉਹ ਨੇ ਜਿਹੜੀਆਂ ਇਤਿਹਾਸਕਾਰਾਂ ਨੇ ਲਿਖੀਆਂ ਨੇ, ਕਲਮਬੰਦ ਕੀਤੀਆਂ ਨੇ। ਬੰਦਾ ਸਿੰਘ ਬਹਾਦਰ ਦੇ ਸਰੋਤਾਂ ਤੇ ਗੱਲ ਮੈਂ ਥੋੜੀ ਜਿਹੀ ਕਰਕੇ ਅੱਗੇ ਆਉਂਦਾ। ਮੈਨੂੰ ਲੱਗਦਾ ਹੈ ਕਿ ਬਹੁਤ ਉਦੋਂ ਵੀ ਅਖਬਾਰ ਨਿਕਲਦਾ ਸੀ, ਉਹ ਰਾਜੇ ਖਾਤਰ ਹੁੰਦਾ ਸੀ ਜਦ ਉਹਨਾਂ ਦੇ ਖਬਰਾਂ ਸਾਰੇ ਦੇਸ਼ ਦੀਆਂ ਇਕੱਠੀਆਂ ਹੁੰਦੀਆਂ ਨੇ। ਉਹ ਜਿਹੜਾ ਅਖਬਾਰ ਹੈ, ਬਹੁਤ ਸਾਰੀਆਂ ਖਬਰਾਂ ਜੋ ਸਰਹੰਦ ਤੋਂ ਜਾਂਦੀਆਂ ਨੇ ਕਿ ਉਹ ਕਰ ਕੀ ਰਿਹਾ ਹੈ। ਜਾਂ ਉਸ ਤੋਂ ਬਾਅਦ ਇੱਕ ਵਿਲੀਅਮ ਇਰਵਿਨ ਸੀਗੇ, ਉਹਨਾਂ ਨੇ ਬਹੁਤ ਕੁਝ ਲਿਖਿਆ ਬੰਦਾ ਸਿੰਘ ਬਹਾਦਰ ਬਾਰੇ। ਉਹਨੂੰ ਆਪਾਂ ਇੱਕ ਅਲੱਗ ਕਿਸਮ ਦਾ ਸੋਰਸ ਵੀ ਮੰਨ ਸਕਦੇ ਹਾਂ। ਮੈਨੂੰ ਲੱਗਦਾ ਕਿ ਜਿੱਥੇ ਤੱਕ ਬਾਕੀ ਸਾਰੀਆਂ ਜਿਹੜੀਆਂ ਕਿਤਾਬਾਂ ਇਹਨਾਂ ਦੇ ਜ਼ਿਕਰ ਕੀਤਾ ਇਹਨਾਂ ਨੇ ਬਿਲਕੁਲ ਵਾਜਬ ਹੈ। ਮੈਂ ਚਾਂਦਲਾ ਹੋਰਾਂ ਦੀ ਕਿਤਾਬ ਨੂੰ ਦੇਖਦਾ, ਬਹੁਤ ਹੀ ਕ੍ਰਿਟੀਕਲੀ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ। ਮੈਂ ਇਹ ਸੋਚਦਾ ਕਿ ਇਤਿਹਾਸ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਇੰਨਾ ਸਾਹਮਣੇ ਨਾ ਆਉਣ ਦਾ ਕਾਰਨ ਮੈਨੂੰ ਲੱਗਦਾ ਇੱਕ ਤਾਂ ਬੰਦਾ ਸਿੰਘ ਬਹਾਦਰ ਦੇ ਜਿਉਂਦਿਆਂ ਹੀ ਗੁਰਦਾਸ ਨੰਗਲ ਦੇ ਵਿੱਚ ਜਿਹੜਾ
ਬਾਬਾ ਬਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਹੋਰਾਂ ਦੇ ਦਰਮਿਆਨ ਤੇ ਬੰਦਾ ਸਿੰਘ ਬਹਾਦਰ ਦੇ ਦਰਮਿਆਨ ਇੱਕ ਕਨਫਲਿਕਟ ਹੁੰਦੀ ਹੈ। ਬਿਲਕੁਲ। ਉਹ ਜਿਹੜੀ ਤਖਤ ਖਾਲਸਾ ਤੇ ਬੰਦਈ ਖਾਲਸਾ ਦੇ ਵਿੱਚ ਵੰਡਿਆ ਜਾਂਦਾ ਤੇ ਇੱਕ ਸਿੱਖਾਂ ਦਾ ਹੀ ਸੈਕਟ ਜਿਹੜਾ ਬੰਦਾ ਸਿੰਘ ਬਹਾਦਰ ਤੇ ਬਹੁਤ ਹੀ ਆਲੋਚਨਾਤਮਕ ਹੋ ਜਾਂਦਾ, ਤਿੱਖਾ ਆਲੋਚਨਾ। ਤੇ ਇਵੇਂ ਹੀ ਬਹੁਤ ਸਾਰੇ ਜਿਹੜੇ ਨੇ ਹੁਕਮਨਾਮੇ ਨੇ ਮਾਤਾ ਸੁੰਦਰੀ ਜੀ ਹੋਰਾਂ ਵੱਲੋਂ, ਉਹ ਵੀ ਇਹ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਇਸ ਕਰਕੇ ਵੀ ਜਾਂ ਉਹਦੀ ਸ਼ਖਸੀਅਤ ਨੂੰ, ਉਹਦੇ ਕੰਮ ਨੂੰ ਇਸ ਕਰਕੇ ਵੀ ਰੋਲਿਆ ਗਿਆ ਕਿ ਦੇਖੋ ਜੀ ਉਹਨੇ ਤਾਂ ਵਿਆਹ ਕਰਾ ਲਿਆ ਸੀ, ਉਹਨੇ ਤਾਂ ਜੀ ਐਂ ਕਰਤਾ ਸੀ। ਅਸਲ ਦੇ ਵਿੱਚ ਕੀ ਸੀਗਾ ਕਿ ਕੁਝ ਹਿੱਸਾ ਸਿੱਖਾਂ ਦਾ ਹੀ ਉਹਨਾਂ ਨੂੰ ਉਸ ਤਰ੍ਹਾਂ ਦੀ ਮਾਨਤਾ ਨਹੀਂ ਸੀ ਦੇ ਰਿਹਾ ਜੋ ਇਤਿਹਾਸ ਦੀਆਂ ਬਹੁਤ ਸਾਰੇ ਸਰੋਤ ਸਾਹਮਣੇ ਆਉਣ ਤੋਂ ਬਾਅਦ ਅੱਜ ਸਿੱਖ ਪੰਥ ਦੇ ਵਿੱਚੋਂ ਵੀ ਇਹ ਗੱਲ ਉੱਠ ਰਹੀ ਹੈ। ਹੋਰ ਜਿਹੜੇ ਬੰਦਾ ਸਿੰਘ ਬਹਾਦਰ ਦੇ ਉਸ ਚੀਜ਼ ਨੂੰ ਮੰਨਣ ਵਾਲੇ ਨੇ ਕਿ ਉਹਨਾਂ ਦੀ ਇਹ ਸ਼ਖਸੀਅਤ ਹੈ, ਉਹਨਾਂ ਦਾ ਇਹ ਕੰਮ ਹੈ, ਉਹਨਾਂ ਦੀ ਇਹ ਕੁਰਬਾਨੀ, ਮੈਂ ਇੱਕ ਤਾਂ ਇਹ ਬੇਨਤੀ ਕਰੂੰਗਾ ਜੀ। ਦੂਸਰੀ ਜਿਹੜੀ ਤੁਸੀਂ ਮੇਨ ਸਵਾਲ ਕੀਤਾ ਹੈ, ਮੈਂ ਇਹ ਗੱਲ ਕਹੂੰਗਾ ਕਿ ਭਾਵੇਂ ਪੱਪੀ ਹੋਰੀ ਗੱਲ ਕਰਦੇ ਨੇ ਕਿ ਕੋਈ ਸਰੋਤ ਨਹੀਂ ਮਿਲਦਾ, ਮੈਨੂੰ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਦਾ ਜਿਹੜਾ ਪਹਿਲਾ ਦਰਬਾਰ ਲੱਗਦਾ ਹੈ, ਪਹਿਲੇ ਹੀ ਦਰਬਾਰ ਸਰਹੰਦ ਦੇ ਵਿੱਚ ਆਪਾਂ ਸਾਰੇ ਆਮ ਖਾਸ ਬਾਗ ਕਹਿੰਦੇ ਆ ਨਾ ਜੀ, ਆਮ ਖਾਸ ਬਾਗ ਤਬਾਹ ਕਰਤਾ ਸੀ ਪਹਿਲਾਂ ਤਾਂ ਬੰਦਾ ਸਿੰਘ ਬਹਾਦਰ ਹੋਰਾਂ ਦੀ ਜਿਹੜੀ ਸਮਝ ਲਓ ਕਿ ਜੱਥਾ ਸੀਗਾ ਕਿ ਰਾਜਿਆਂ ਨੇ ਆਪਣੇ ਖਾਤਰ ਇਹੋ ਜਿਹੇ ਬਣਾਏ ਹੋਏ ਨੇ ਤੇ ਗਰੀਬ ਲੋਕ ਕੁੱਲੀਆਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਮਿਥ ਕੇ ਸਾਰੀਆਂ ਹਵੇਲੀਆਂ ਢਾਈਆਂ ਨੇ, ਮਿਥ ਕੇ। ਜਹਾਜ਼ ਵਾਲੀ ਹਵੇਲੀ ਛੱਡ ਲਈ ਸੀਗੀ, ਉਹ ਟੋਡਰਮਲ ਦੀ ਸੀ, ਬਟ ਉਹਨਾਂ ਨੇ ਇਹ ਸਾਰਾ ਕੀਤਾ। ਪਰ ਜਦੋਂ ਪਹਿਲਾ ਦਰਬਾਰ ਲਾਉਂਦਾ ਹੈ ਉਹ ਦੋ ਐਲਾਨ ਕਰਦਾ ਹੈ। ਇੱਕ ਕਿ ਬਾਦਸ਼ਾਹ ਨੂੰ ਕਹਿ ਦਿਓ ਕਿ ਪੰਜਾਬ ਦੇ ਵਿੱਚ ਸਿੱਖਾਂ ਦਾ ਖਾਲਸਾ ਰਾਜ ਹੋ ਗਿਆ, ਫਸਟ ਆਫ ਆਲ। ਸੈਕੰਡ ਇਹ ਕਹਿੰਦਾ ਕਿ ਜਿਹੜੀ ਵੀ ਜ਼ਮੀਨ ਹੈ, ਚਾਹੇ ਉਹ ਸਰਕਾਰ ਦੀ ਹੈ ਚਾਹੇ ਉਹ ਜ਼ਗੀਰਦਾਰਾਂ ਦੀ ਹੈ, ਦੂਜਾ ਐਲਾਨ ਹੈ ਬਕਾਇਦਾ, ਇਹਦੇ ਬਹੁਤ ਸਾਰੇ ਸਰੋਤ ਮਿਲਦੇ ਨੇ। ਉਹ ਕਹਿੰਦਾ ਕਿ ਜਿਹੜੀ ਵੀ ਜ਼ਮੀਨ ਦੇ ਉੱਤੇ ਕੋਈ ਵਾਹੁੰਦਾ ਹੈ, ਜਿਹੜੀ ਆਪਾਂ ਲੈਂਡ ਟੂ ਦਾ ਟਿਲਰ ਦਾ ਨਾਰਾ ਦਿੰਦੇ ਸੀ ਪੱਪੀ ਜੀ, ਉਹ ਕਹਿੰਦਾ ਵੀ ਜਿਹੜੀ ਜ਼ਮੀਨ ਕੋਈ ਵਾਹੁੰਦਾ ਹੈ ਉਹਦਾ ਮਾਲਕ ਉਹ ਹੋਊਗਾ, ਮੁਜ਼ਾਰਾ ਜਿਹੜਾ ਹੈਗਾ ਉਹ ਜ਼ਗੀਰਦਾਰ ਦਾ ਕਾਮਾ ਨਹੀਂ ਹੋਊਗਾ, ਜ਼ਗੀਰਦਾਰ ਉਹਦਾ ਮਾਲਕ ਨਹੀਂ। ਉਹ ਇਹ ਕਹਿੰਦਾ ਹੈ ਕਿ ਜਿੰਨੀਆਂ ਸਰਕਾਰੀ ਮਾਲਕੀ ਦੀਆਂ ਜ਼ਮੀਨਾਂ ਨੇ ਉਹ ਵੰਡ ਦਿੱਤੀਆਂ ਜਾਣ, ਤੇ ਉਹਨੇ ਵੰਡਾਈਆਂ। ਇੱਕ ਉਹ ਕਹਿੰਦਾ ਕਿ ਜਿਹੜੇ ਜੰਗਲ ਨੇ, ਮਤਲਬ ਜੰਗਲ ਹੁੰਦੇ ਸੀ ਨਾ ਆਪਣੇ ਵੀ ਇੱਥੇ ਪਾਸੋਂ ਕੋਲ ਤੁਸੀਂ ਦੇਖੋਗੇ ਬੀੜ ਹੈ ਜੀ, ਹੈ ਨਾ, ਬਿਲਕੁਲ ਬਿਲਕੁਲ ਬਿਲਕੁਲ। ਉਹ ਕਹਿੰਦਾ ਜਿਹੜੀਆਂ ਉਹ ਸੀਗੀਆਂ ਜਿਹੜੇ ਸਢੌਰੇ ਵਾਲੇ ਪਾਸੇ ਸੀਗੀਆਂ, ਉਹ ਕਹਿੰਦਾ ਜਿਹੜੇ ਬਾਦਸ਼ਾਹਾਂ ਦੇ ਸ਼ਿਕਾਰ ਖੇਡਣ ਲਈ ਰਿਜ਼ਰਵ ਰੱਖੇ ਸੀਗੇ, ਉਹ ਸਾਰੇ ਜਿਹੜੇ ਜੰਗਲ ਦੇ ਕੰਮ, ਉਹ ਜੰਗਲ ਨੇ, ਉਹ ਕਾਮੇ ਕਮੀਨ ਗਰੀਬ ਮਜ਼ਦੂਰ ਕਿਸਾਨ, ਉਹ ਆਪਣੇ ਲੱਕੜਾਂ ਕੱਟ ਲਿਆਉਣ ਜਿਹਨੇ ਕੱਟਣੀਆਂ ਨੇ, ਉਹ ਉਹਨਾਂ ਦੀ ਮਾਲਕੀ ਹੈ। ਜਿੰਨੀਆਂ ਸਰਕਾਰੀ ਰੱਖਾਂ ਸੀਗੀਆਂ ਉਹ ਵੀ ਵੰਡ ਦਿੱਤੀਆਂ ਕਿ ਲੋਕ ਖੇਤ ਰੱਖਾਂ ਦੇ ਵਿੱਚ ਪਸ਼ੂ ਚਾਰਨ, ਜੋ ਮਰਜ਼ੀ ਕਰਨ। ਮੈਂ ਇਹਨੂੰ ਥੋੜਾ ਜਿਹਾ ਇੱਕ ਹੋਰ ਪੁਆਇੰਟ ਤੋਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ, ਹੈ ਨਾ ਜੀ। ਬਾਹਰ ਨਾਇਕ ਬੱਟਾ ਆਪਣੇ ਕੋਲ ਸਮਾਂ ਉਨਾ ਦਿੱਕਤ ਆਊਗੀ। ਮੈਨੂੰ ਲੱਗਦਾ ਹੈ ਕਿ ਤੁਸੀਂ ਇਹਨੂੰ ਕਿਸਾਨੀ ਤੱਕ ਕਿਉਂ ਸੀਮਤ ਕਰਦੇ ਬਈ ਜੀ? ਉਹ ਦੌਰ ਸੀਗਾ 1710 ਦੇ ਵਿੱਚ ਸਰਹੰਦ ਫਤਿਹ ਹੁੰਦੀ ਹੈ। 1710 ਚ ਜਾ ਕੇ ਦੇਖੀਏ ਕਿ ਉਦੋਂ ਦੇਸ਼ ਦੇ ਵਿੱਚ ਸਮਾਜਿਕ ਜਕੜ ਕੀ ਸੀਗੀ, ਪੰਜਾਬ ਦੇ ਵਿੱਚ ਸਮਾਜਿਕ ਜਕੜ ਕੀ ਸੀ। ਬੰਦਾ ਸਿੰਘ ਬਹਾਦਰ, ਤੁਹਾਨੂੰ ਲੱਗਦਾ ਕਿ ਬ੍ਰਾਹਮਣਵਾਦ ਜਾਂ ਹੋਰ ਜਿਹੜਾ ਸਾਰਾ ਅਸੀਂ ਗਿਣਦੇ ਹਾਂ, ਇਹ ਕੋ ਅਚਾਨਕ ਪੈਦਾ ਹੋਇਆ ਫਨੋਮਨਾ ਹੈ, ਇਹਦੀ ਜਕੜ ਸੀ ਪੂਰੀ। ਬੰਦਾ ਸਿੰਘ ਬਹਾਦਰ ਕੀ ਕਰਦਾ ਹੈ ਕਿ ਜਿਹੜਾ ਮੇਰਾ ਸਿੰਘ ਬਣ ਗਿਆ, ਮੇਰੇ ਕੋਲ ਆਉਂਦਾ, ਉਹਨੂੰ ਉਹਦਾ ਪਿੰਡ ਦਾ ਪਟਾ ਦੇ ਕੇ ਭੇਜਣਾ। ਉਹ ਜਿਹੜਾ ਪਟਾ ਹੈ
ਉਹਦਾ ਅਰਥ ਹੈ ਪਿੰਡ ਦੇ ਵਿੱਚ ਖਬਰ ਪਹੁੰਚਾ ਦੇਣੀ ਹੈ ਕਿ ਫਲਾਂ ਭੰਗੀ, ਫਲਾਂ ਚਮਾਰ, ਫਲਾਣੀ ਜਾਤ ਦਾ, ਜਿਹੜੇ ਛੋਟੀਆਂ ਜਾਤਾਂ ਨੇ ਖਾਸ ਕਰਕੇ, ਕਿ ਉਹ ਨੁਮਾਇੰਦੇ ਦੇ ਤੌਰ ਤੇ ਆ ਰਿਹਾ ਹੈ। ਜਿੰਨੇ ਤੁਹਾਡੇ ਸੋ ਕਾਲਡ ਜ਼ਗੀਰਦਾਰ ਨੇ, ਜਿੰਨੇ ਇਹ ਧਾਰਮਿਕ ਪ੍ਰੀਸਟ ਨੇ, ਜੋ ਵੀ ਨੇ ਉਸ ਪਿੰਡ ਦੇ, ਉਹ ਸਾਰੇ ਲਾਈਨ ਬਣਾ ਕੇ ਖੜਨ ਉਹਦੇ ਖੈਰ ਮਕਦਮ ਲਈ, ਉਹਦੇ ਸਵਾਗਤ ਦੇ ਤੇ ਖੜਦੇ ਹੀ ਸੀਗੇ। ਬੰਦਾ ਸਿੰਘ ਬਹਾਦਰ ਨੇ ਆਰਥਿਕ ਜਕੜ ਤਾਂ ਤੋੜੀ ਹੈ, ਮੈਂ ਮੰਨਦਾ, ਪਰ ਇਹ ਗੱਲ ਬਹੁਤ ਘੱਟ ਨੋਟਿਸ ਦੇ ਵਿੱਚ ਆਉਂਦੀ ਹੈ ਕਿ ਉਹਦੇ ਨਾਲ ਫਿਰ ਰਲੇ ਵੀ ਤਾਂ ਕੌਣ? ਇਤਿਹਾਸ ਦੱਸਦਾ ਹੈ, ਬਹੁਤ ਸਾਰੇ ਸਰੋਤ ਨੇ, ਆਪਾਂ ਇੱਥੇ ਸ਼ਾਇਦ ਉਵੇਂ ਡਿਸਕਸ ਨਾ ਕਰ ਪਾਈਏ, ਬਹੁਤ ਸਾਰੇ ਸਰੋਤ ਨੇ ਕਿ ਜਿਹੜੇ ਛੋਟੀਆਂ ਜਾਤਾਂ ਦੇ ਲੋਕ ਸੀਗੇ ਉਹ ਵੱਡੀ ਗਿਣਤੀ ਦੇ ਵਿੱਚ ਲੜਦੇ, ਉਹਦੇ ਨਾਲ ਰਲਦੇ ਨੇ, ਉਹਦੀ ਫੌਜ ਦਾ ਹਿੱਸਾ ਬਣਦੇ ਨੇ। ਤੇ ਇੱਕ ਇਕੁਐਲਿਟੀ ਦੀ ਗੱਲ ਕਰਾਂ ਮੈਂ, ਇੱਕ ਮੰਨ ਲਓ ਕਿ ਛੋਟੀ ਜਾਤ ਦਾ ਬੰਦਾ ਚਲੇਗਾ, ਜਿਹਨੂੰ ਤਾਂ ਲੋਕ ਠੋਕਰਾਂ ਮਾਰਦੇ ਸੀ ਕਿ ਪਿੰਡ ਦਾ ਜਿਹੜਾ ਮੁਖੀਆ ਸਰਪੰਚ ਜਾਂ ਜੋ ਵੀ ਉਦੋਂ ਹੋਊਗਾ, ਉਹੀ ਉਹਨੂੰ ਕੁਛ ਨਹੀਂ ਸੀ ਜਾਣਦਾ, ਕਿਸੇ ਦੀ ਜ਼ਰੂਰਤ ਨਹੀਂ ਸੀਗੀ। ਮੈਂ ਆਪਣੀ ਅੱਖਾਂ ਨਾਲ ਦੇਖਿਆ ਕਿ ਉਹ ਕਿਤੇ ਪਰੇ ਬਹਿ ਕੇ ਇੱਕ ਕੱਪ ਜਿਹੇ ਦੇ ਵਿੱਚ, ਜਿਹੜਾ ਫੌਜੀਆਂ ਜਿਹੜਾ ਕੱਪ ਹੁੰਦਾ, ਉਹ ਚਾਹ ਮਿਲਦੀ ਸੀ ਜੇ ਕਿਸੇ ਨੇ ਦੇਣੀ ਹੁੰਦੀ ਸੀ। ਤੇ ਬੰਦਾ ਸਿੰਘ ਬਹਾਦਰ ਕਹਿੰਦਾ, ਦੇਖੋ ਮੈਨੂੰ ਬੁਲਾਉਣਾ, ਮੈਨੂੰ ਸਿੰਘ ਸਾਹਿਬ ਕਹੋ, ਜੋ ਮੇਰੇ ਕੋਲ ਆ ਰਿਹਾ ਉਹਨੂੰ ਸਿੰਘ ਸਾਹਿਬ ਕਹੋ। ਇਹ ਜਿਹੜੀ ਇਹ ਕੁਆਲਿਟੀ ਆ ਪ੍ਰੈਕਟਿਸ ਦੇ ਵਿੱਚ, ਇਹ ਖਾਲਾ ਜੀ ਦਾ ਬਣਨਾ ਨਹੀਂ ਸੀਗਾ। ਮੈਂ ਉਹਨੂੰ ਸਮਾਜਿਕ ਕ੍ਰਾਂਤੀ ਦਾ ਰਹਿਨੁਮਾ ਵੀ ਮੰਨਦਾ ਹੈ ਕਿ ਆਰਥਿਕ ਸੁਧਾਰ ਤਾਂ ਬੰਦਾ ਲੈਟਰ ਦੇ ਕੇ ਕਰ ਦੂਗਾ। ਇਹ ਜਿਹੜਾ ਕੁਛ ਕੀਤਾ ਨਾ ਬੰਦਾ ਸਿੰਘ ਬਹਾਦਰ ਨੇ, ਇਹ ਮੁੜ ਕੇ ਵੀ ਨਹੀਂ ਹੋਇਆ। ਤੇ ਹੁਣ ਕਿਸਾਨੀ ਦੀ ਲਹਿਰ ਚੱਲ ਰਹੀ ਹੈ, ਤੁਸੀਂ ਕਹਿੰਦੇ ਹੋ, ਰਾਈਟ ਜੀ। ਥੋੜਾ ਚਿਰ ਪਹਿਲਾਂ ਕਿਸਾਨੀ ਦੇ ਨਾਲ ਇੱਕ ਗੱਲ ਆਉਂਦੀ ਹੈ ਕਿ ਦੇਖੋ ਉਹ ਚਲੇ ਗਏ ਮਜ਼ਦੂਰ ਕਰੋਨਾ ਕਰਕੇ ਜਾਂ ਕੁਛ ਕਰਕੇ, ਕਿ ਤੁਸੀਂ ਲਾਉਣੀ ਹੈ ਜੀਰੀ, ਲਾਉਣੀ ਹੈ ਨਾ, ਜੀਰੀ ਦੀ ਕਨਫਲਿਕਟ ਆਉਂਦੀ ਹੈ। ਉਸ ਤਰ੍ਹਾਂ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਉਹਨਾਂ ਮਜ਼ਦੂਰਾਂ ਨਾਲ ਨਹੀਂ ਖੜੀਆਂ ਜਿਹੜੇ ਕਹਿੰਦੇ ਸੀਗੇ ਕਿ ਸਾਨੂੰ 3200 ਰੁਪਇਆ ਦੇ ਦਿਓ ਕਿੱਲੇ। ਜੀ ਇਹ ਬਹੁਤ ਟੇਢੀ ਖੀਰ ਹੈ ਬੰਦਾ ਸਿੰਘ ਬਹਾਦਰ ਨੂੰ। ਇਵੇਂ ਅਸੀਂ ਜਦੋਂ ਦੇਖਦੇ ਹਾਂ, ਉਹਨੇ ਸਮਾਜਿਕ ਤੌਰ ਤੇ, ਮੈਂ ਉਹਨੂੰ ਸਮਾਜਿਕ ਕ੍ਰਾਂਤੀ ਦਾ, ਜਿਹੜਾ ਗੁਰੂ ਨਾਨਕ ਸਾਹਿਬ ਦੀ ਗੱਲ ਤੁਸੀਂ ਜੋੜਦੇ ਹੋ, ਫਿਰ ਮੈਂ ਵੀ ਜੋੜਦਾ ਕਿ ਜਿਹੜੀ ਗੁਰੂ ਨਾਨਕ ਸਾਹਿਬ ਨੇ ਲਾਲੋਆਣਾ ਜਾਰੀ ਦੱਸੀ ਸੀਗੀ, ਬੰਦਾ ਸਿੰਘ ਬਹਾਦਰ ਨੇ ਉਹਨਾਂ ਭੰਗੀਆਂ ਨਾਲ, ਉਹਨਾਂ ਗਰੀਬਾਂ ਨਾਲ, ਯਾਰ ਜਿਨ੍ਹਾਂ ਨੂੰ ਕੋਈ ਨੇੜੇ ਲਾ ਕੇ ਰਾਜੀ ਨਹੀਂ ਸੀਗਾ। 1900 ਦੇ ਵਿੱਚ ਕੋਈ ਨੇੜੇ ਨਹੀਂ ਸੀਗਾ ਜੀ। ਉਹ 1710 ਦੇ ਵਿੱਚ ਉਹਨਾਂ ਨੂੰ ਪਾਤਸ਼ਾਹੀ ਬਖਸ਼ਦਾ ਹੈ। ਉਹ ਪਾਤਸ਼ਾਹੀ ਜਿਹੜੀ ਗੁਰੂ ਗੋਬਿੰਦ ਸਿੰਘ ਕਹਿੰਦਾ, ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ ਜੀ। ਮੈਂ ਤਾਂ ਵੀ ਦੇਖੋ, ਇਹ ਮੈਨੂੰ ਲੱਗਦਾ ਹੈ ਕਿ ਕਿਸਾਨ ਸੰਘਰਸ਼ ਦੇ ਵਿੱਚ ਜ਼ਮੀਨਾਂ ਦੇ ਪੁਆਇੰਟ ਤੋਂ ਅਸੀਂ ਬੰਦਾ ਸਿੰਘ ਬਹਾਦਰ ਨੂੰ ਵੱਡਾ ਨਾਇਕ ਮੰਨਦੇ, ਪਰ ਇੱਕ ਸਿੱਖਿਆ ਲੈਣ ਦੀ ਇਹ ਵੀ ਲੋੜ ਹੈ। ਦੂਜੀ ਗੱਲ, ਮੈਂ ਇੱਕ ਹੋਰ ਛੋਟੀ ਜਿਹੀ ਗੱਲ ਐਵੇਂ ਜੋੜਦੇ, ਜ਼ਿਆਦਾ ਟਾਈਮ ਤਾਂ ਨਹੀਂ ਲੈ ਰਿਹਾ। ਹਾਂ ਬਸ ਪਲੀਜ਼। ਹਾਂ ਕੋਈ ਸੌਰੀ। ਸੁਖਵਿੰਦਰ ਪੱਪੀ ਜੀ, ਪਲੋਚਨ ਹੋਰਾਂ ਨੇ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਉਹਨਾਂ ਨੇ ਇਕੱਲੀ ਆਰਥਿਕ ਜਕੜਬੰਦੀ ਨਹੀਂ ਤੋੜੀ, ਸਮਾਜਿਕ ਜਕੜਬੰਦੀ ਵੀ ਤੋੜੀ, ਜਿਹੜੀ ਉਸ ਦੌਰ ਦੇ ਵਿੱਚ ਬਹੁਤ ਵੱਡੀ ਗੱਲ ਸੀ। ਮੈਂ ਇਹ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇੱਕ ਤਾਂ ਜਿਹੜਾ ਜ਼ਿਮੀਂਦਾਰੀ ਪ੍ਰਥਾ ਸੀ ਉਸ ਦੌਰ ਦਾ ਉਜੜਵਾਂ ਲੱਛਣ ਸੀ, ਤੇ ਇਹ ਐਡੀ ਵੱਡੀ ਗੱਲ ਸੀ ਉਸ ਦੌਰ ਦੇ ਵਿੱਚ ਜਿਹਦੇ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਸੀ। ਬੰਦਾ ਬਹਾਦਰ ਰਾਹੀਂ ਇਹ ਤਬਦੀਲੀ ਕਿਵੇਂ ਆਈ? ਤੇ ਦੂਜੀ ਗੱਲ ਕਿ ਇਹ ਚੀਜ਼ ਅੱਗੇ ਕੰਟੀਨਿਊ ਕਿਉਂ ਨਹੀਂ ਹੋ ਸਕੀ ਹੈਗੀ, ਖਾਸ ਤੌਰ ਤੇ ਸਿੱਖ ਲਹਿਰ ਦਾ ਜਿਹੜਾ ਉਦੋਂ ਬਾਅਦ ਦਾ ਵਿਕਾਸ ਹੋਇਆ, ਉਹਦੇ ਵਿੱਚ ਇਹ ਹਲ ਵਾਹਕ ਦੀ ਕ੍ਰਾਂਤੀ ਦਾ ਜਿਹੜਾ ਫਲਸਫਾ ਸੀ ਉਸ ਤੋਂ ਅੱਗੇ ਕੰਟੀਨਿਊ ਕਿਉਂ ਨਹੀਂ ਹੋ ਸਕਿਆ? ਇਹ ਦੋ ਗੱਲਾਂ ਤੇ ਮੈਂ ਫੋਕਸ ਕਰਨਾ ਚਾਹੁੰਦਾ ਤੁਹਾਨੂੰ। ਡਾਕਟਰ ਸਾਹਿਬ, ਮੈਨੂੰ ਲੱਗਦਾ ਕਿ ਜਿਹੜਾ ਨਾ ਇਹ ਹੈਗਾ ਕਿ ਬੰਦਾ ਸਿੰਘ ਬਹਾਦਰ ਹੋਰਾਂ ਨੇ ਜ਼ਗੀਰਦਾਰੀ ਪ੍ਰਥਾ ਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕਿਉਂ ਕੀਤੀ? ਮੈਂ ਪਹਿਲਾਂ ਹੀ ਆਪਣੀ ਗੱਲ ਦੇ ਵਿੱਚ ਇਹ ਗੱਲ ਰੱਖੀ ਸੀ ਕਿ ਜਿਹੜੀ ਪੂਰੀ ਦੀ ਪੂਰੀ ਜਿਹੜੀ ਭਗਤੀ ਲਹਿਰ ਹੈਗੀ ਹਿੰਦੁਸਤਾਨ ਦੀ, ਉਹਦੇ ਵਿੱਚੋਂ ਸਿੱਖ ਲਹਿਰ ਦਾ ਇੱਕ ਜਿਹੜਾ ਕੰਟੈਂਟ ਹੈ ਉਹ ਇਹ ਰਿਹਾ ਕਿ ਉਹਨੇ ਬਰਾਬਰੀ ਦੀ ਗੱਲ ਕਰਦੇ ਹੋਏ ਸੱਤਾ ਤੱਕ ਜਾਣਾ ਸੀ। ਉਹ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ, ਗੁਰੂ ਗੋਬਿੰਦ ਸਿੰਘ ਤੱਕ ਉਹਨਾਂ ਦਾ ਜਿਹੜਾ ਹੈਗਾ ਬਹੁਤ ਲੰਮੇ ਦੌਰ ਤੋਂ ਗੁਜ਼ਰਦੇ ਇੱਕ ਚਰਮ ਸੀਮਾ ਤੇ ਉੱਤੇ ਪਹੁੰਚ ਗਈ। ਔਰ ਉਸ ਚਰਮ ਸੀਮਾ ਦੀ ਜਿਹੜੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਹੈਗੀ ਆ ਉਹ ਬੰਦਾ ਸਿੰਘ ਬਹਾਦਰ ਕਰਦਾ ਹੈ। ਔਰ ਉਹ ਉਸ ਕੰਟੈਂਟ ਦੀ ਜਿਹੜੀ
ਜਿਨ੍ਹਾਂ ਦੀ ਤਰਲੋਚਨ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਭਾਈ ਲਾਲੋ ਤੇ ਭਾਗੋਂ ਵਾਲਾ ਆ ਗਿਆ ਸੀਗਾ ਪਹਿਲਾਂ ਹੀ, ਉਹਨੂੰ ਬਿਲਕੁਲ ਐਨ ਕੰਕਰੀਟ ਔਰ ਪਿੰਨ ਪੁਆਇੰਟ ਕਰਦਾ ਹੋਇਆ ਬਗੈਰ ਕਿਸੇ ਇੱਧਰ ਉੱਧਰ ਉਲਝੇ ਉਹਨੂੰ ਸਮਝਦਾ ਸੀਗਾ ਕਿ ਮੇਰੇ ਦੁਸ਼ਮਣ ਕੌਣ ਨੇ, ਦੋਸਤ ਕੌਣ ਨੇ। ਉਸ ਸਮਿਆਂ ਦੇ ਮੁਤਾਬਕ ਜਿਹੜੀ ਉਹਦੀ ਦੁਸ਼ਮਣੀ ਸੀ ਉਹ ਜੰਗੀਰਦਾਰੀ ਪ੍ਰਥਾ ਦੇ ਨਾਲ ਹੀ ਬਣਦੀ ਸੀ, ਔਰ ਉਹਨੇ ਸਿੱਖੀ ਸਪਿਰਿਟ ਦੇ ਅਨੁਕੂਲ ਉਹ ਦੁਸ਼ਮਣੀ ਹੈ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਨਿਭਾਈ, ਔਰ ਉਹਨੇ ਦੁਸ਼ਮਣੀ ਵੀ ਹੈ ਜਿਹੜੀ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਨਿਭਾਈ। ਦੋਸਤੀ ਤੇ ਦੁਸ਼ਮਣੀ ਦਾ ਜਿਹੜਾ ਉਹਦੀ ਕਮਿਟਮੈਂਟ ਹੈ ਦੋਨੇ ਪਾਸੇ, ਦੋਸਤਾਂ ਨਾਲ ਵੀ ਤੇ ਦੁਸ਼ਮਣਾਂ ਨਾਲ ਵੀ, ਉਹ ਇੰਨੀ ਕਲੀਅਰ ਹੈ, ਇੰਨੀ ਸਾਇੰਟੀਫਿਕ ਹੈ, ਇੰਨੀ ਸਪਿਰਿਚੁਅਲ ਵੀ ਹੈਗੀ ਹੈ, ਇੰਨੀ ਡੈਮੋਕ੍ਰੈਟਿਕ ਵੀ ਹੈਗੀ ਹੈ ਕਿ ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਹੋਲ ਸਿੱਖੀ ਸਪਿਰਿਟ ਹੈ ਉਹਦਾ ਉਹ ਸਿਖਰ ਹੋ ਨਿਪਟਦੀ ਹੈ ਜੀ। ਸੋ ਉਸ ਸਪਿਰਿਟ ਦੇ ਉੱਤੇ ਚੱਲਦੇ ਹੋਏ ਉਹ ਸਪਿਰਿਟ ਹੈ ਜਿਹੜੀ ਉਹ ਬੰਦਾ ਸਿੰਘ ਬਹਾਦਰ ਦਾ ਮਾਰਗਦਰਸ਼ਨ ਕਰਦੀ ਹੈ। ਉਸ ਮਾਰਗਦਰਸ਼ਨ ਦੇ ਉੱਤੇ ਚੱਲਦਾ ਹੋਇਆ ਉਹ ਜਿਹੜਾ ਹੈਗਾ ਜਗੀਰਦਾਰੀ ਪ੍ਰਥਾ ਦੇ ਖਿਲਾਫ ਲੜਦਾ ਹੈ ਜੀ। ਨੰਬਰ 1। ਦੂਸਰਾ ਤੁਹਾਡਾ ਸਵਾਲ ਕੀ ਸੀਗਾ ਕਿ ਉਹ ਹਲਵਾਕ ਦੀ ਕ੍ਰਾਂਤੀ ਉਸ ਤੋਂ ਬਾਅਦ ਕੰਟੀਨਿਊ ਕਿਉਂ ਨਹੀਂ ਹੋ ਸਕੀ? ਹਾਂ ਬਿਲਕੁਲ ਉਸ ਤੋਂ ਬਾਅਦ ਹਲਵਾਕ ਦੀ ਕ੍ਰਾਂਤੀ ਕਿਉਂ ਨਾ ਹੋਈ? ਗੁਰਦਾਸ ਨੰਗਲ ਦੀ ਗੜੀ ਦਾ ਜਿਹੜਾ 8 ਮਹੀਨੇ ਦਾ ਘੇਰਾ ਹੈਗਾ ਉਹ ਬੰਦਾ ਸਿੰਘ ਬਹਾਦਰ ਦੀ ਜਿਹੜੀ ਸਾਰੀ ਸਟਰਗਲ ਦਾ ਇੱਕ ਚਰਮ ਸੀਮਾ ਹੈ। ਬੰਦਾ ਸਿੰਘ ਬਹਾਦਰ ਜਦੋਂ ਫੜਿਆ ਜਾਂਦਾ ਹੈ, ਬੰਦਾ ਸਿੰਘ ਬਹਾਦਰ ਦੀ ਜਦੋਂ ਸ਼ਹਾਦਤ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕਈ ਲੋਕ ਜਿਹੜੇ ਅੱਜ ਜਿਸ ਨੂੰ ਸਿੱਖ ਰਾਜ ਕਹੀ ਜਾਂਦੇ ਆ, ਭਾਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਦੋਂ ਉਹ ਬਾਅਦ ਦੇ ਵਿੱਚ ਉਹ ਆਉਂਦਾ ਹੈ, ਉਹ ਸਿੱਖੀ ਦੀ ਜਿਹੜੀ ਮੂਲ ਸਪਿਰਿਟ ਹੈ ਜੀ, ਉਸ ਦੀ ਰੈਗੂਲਰਿਟੀ ਜਿਹਨੇ ਕਰਨੀ ਸੀ, ਉਸ ਨੇ ਜਿਹਨੇ ਬੰਦਾ ਸਿੰਘ ਬਹਾਦਰ ਦੀ ਉਸ ਮੂਲ ਸਪਿਰਿਟ ਨੂੰ ਲੈ ਕੇ ਅੱਗੇ ਚੱਲਣਾ ਸੀ, ਜਿਹਨੇ ਜ਼ਮੀਨੀ ਵੰਡ ਦੇ ਸਵਾਲ ਨੂੰ ਹੋਰ ਵਿਸਥਾਰ ਦੇਣਾ ਸੀ, ਉਹ ਬਿਲਕੁਲ ਉਹਨੂੰ ਉਲਟਾ ਕੇ ਮਿਸਲਾਂ ਦੇ ਰੂਪ ਦੇ ਵਿੱਚ ਲਿਆ ਕੇ ਦੁਬਾਰਾ ਫੇਰ ਜਿਹੜੀ ਜਗੀਰਦਾਰੀ ਪ੍ਰਥਾ ਹੈ ਜਿਹੜੀ ਉਹ ਸਥਾਪਤੀ ਵੱਲ ਚਲਾ ਜਾਂਦਾ ਹੈ। ਇੱਕ ਕਮਾਲ ਦੀ ਗੱਲ ਦੇਖੋ ਕਿ ਜਿਹੜੇ ਸਾਡੇ ਅੱਜ ਦੇ ਹੁਕਮਰਾਨ ਨੇ ਉਹ ਕਿਸੇ ਵੀ ਸ਼ੇਡ ਦੇ ਵਿੱਚ ਹੋਣ, ਕਿਸੇ ਵੀ ਕਲਰ ਦੇ ਵਿੱਚ ਹੋਣ, ਨੀਲੇ ਦੇ ਵਿੱਚ ਹੋਣ, ਚਿੱਟੇ ਦੇ ਵਿੱਚ ਹੋਣ, ਕਿਸੇ ਵੀ ਸ਼ੇਡ ਦੇ ਵਿੱਚ ਹੋਣ, ਲੇਕਿਨ ਉਹ ਮਹਾਰਾਜਾ ਰਣਜੀਤ ਸਿੰਘ ਦੀ ਬਾਰ-ਬਾਰ ਗੱਲ ਕਰਨਗੇ, ਲੇਕਿਨ ਬੰਦਾ ਸਿੰਘ ਬਹਾਦਰ ਦੀ ਗੱਲ ਨਹੀਂ ਕਰਨਗੇ। ਇਹਨਾਂ ਦੋ ਗੱਲਾਂ ਨੂੰ ਬਹੁਤ ਸਮਝਣ ਦੀ ਜ਼ਰੂਰਤ ਹੈਗੀ, ਕਿਉਂਕਿ ਉਹਨਾਂ ਹੁਕਮਰਾਨਾਂ ਦੇ ਜਿਹੜੀ ਪਹਿਲੀ ਗੱਲ ਹੈਗੀ ਬੰਦਾ ਸਿੰਘ ਬਹਾਦਰ ਦੀ ਜ਼ਮੀਨਾਂ ਵੰਡਣ ਵਾਲੀ, ਜਗੀਰਦਾਰੀ ਪ੍ਰਥਾ ਨੂੰ ਤੋੜਨ ਵਾਲੀ, ਉਹਨੂੰ ਖਤਮ ਕਰਨ ਵਾਲੀ, ਉਹ ਮੌਜੂਦਾ ਸਿਸਟਮ ਹੀ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕਰਕੇ ਬਾਰ-ਬਾਰ ਗਲੋਰੀਫਾਈ ਕੀਤਾ ਜਾਂਦਾ ਹੈ, ਉਸ ਨੂੰ ਬਾਰ-ਬਾਰ ਇਸ ਕਰਕੇ ਸਾਹਮਣੇ ਲੈ ਕੇ ਸਾਡੇ ਸਾਹਮਣੇ ਰੱਖਿਆ ਜਾਂਦਾ ਹੈ ਕਿਉਂਕਿ ਉਹ ਦੁਬਾਰਾ ਫਿਰ ਜਿਹੜੀ ਉਹ ਜ਼ਮੀਨਾਂ ਇਕੱਠੀਆਂ ਕਰਕੇ ਵੱਡੇ-ਵੱਡੇ ਸਰਦਾਰਾਂ ਨੂੰ ਬਣਾਉਣ ਦਾ ਕੰਮ ਕਰਦਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਕਿ ਉਹ ਪ੍ਰਥਾ ਜਿਹੜੀ ਹੈ ਅੱਗੇ ਨਹੀਂ ਤੁਰ ਸਕੀ। ਸੋ ਇਹ ਮੂਲ ਕਾਰਨ, ਉਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਗੈਪ ਆ ਗਿਆ। ਅਸੀਂ ਦੁਬਾਰਾ ਇੱਕ ਬਹੁਤ ਵੱਡੇ ਹਿਸਟੋਰੀਕਲ ਅਸੀਂ ਇਸ ਝਾਂਸੇ ਦੇ ਵਿੱਚ ਆ ਕੇ ਜਿਹੜੀ ਸਾਡੀ ਸਿੱਖੀ ਦੀ ਮੇਨ ਸਪਿਰਿਟ ਸੀ, ਮੇਨ ਜਿਹੜੀ ਉਸ ਦੀ ਇੱਕ ਕੰਟੈਂਟ ਸੀਗਾ ਜਿਹੜਾ ਸਿੱਖੀ ਦਾ, ਅਸੀਂ ਉਸ ਤੋਂ ਪਾਸੇ ਚਲੇ ਗਏ ਤੇ ਅਸੀਂ ਉਸ ਨੂੰ ਰੈਗੂਲਰ ਨਹੀਂ ਕਰ ਪਾਏ। ਜੀ ਟਾਈਮ ਆਪਣੇ ਕੋਲ ਬਹੁਤ ਘੱਟ ਹੈ ਤਰਲੋਚਨ ਜੀ, ਮੈਂ ਬਹੁਤ ਇੱਕ ਜ਼ਰੂਰੀ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜੀ, ਤੇ ਮੈਂ ਜਾਣਨਾ ਚਾਹੁੰਦਾ ਤੁਹਾਡੇ ਵਿਚਾਰ ਕਿ ਈਸਟ ਇੰਡੀਆ ਕੰਪਨੀ 1612 ਦੇ ਵਿੱਚ ਸੂਰਤ ਦੇ ਵਿੱਚ ਆਪਣੀ ਪਹਿਲੀ ਵਪਾਰਕ ਬੰਦਰਗਾਹ ਬਣਾਉਂਦੀ ਹੈ। 1757 ਦੇ ਵਿੱਚ ਬਕਸਰ ਤੇ ਪਲਾਸੀ ਦੇ ਯੁੱਧ ਰਾਹੀਂ ਉਹ ਪਹਿਲੀ ਵਾਰ ਕ੍ਰਿਟੀਕਲ ਰੂਪ ਦੇ ਵਿੱਚ ਆਪਣਾ ਰਾਜ ਸ਼ੁਰੂ ਕਰਦੀ ਹੈ, ਤੇ ਇਨ ਬਿਟਵੀਨ 1709 ਤੇ 1715 ਦੇ ਦਰਮਿਆਨ ਬੰਦਾ ਬਹਾਦਰ ਸਾਰੇ ਹਮਲੇ ਕਰਦਾ ਤੇ ਸਾਰਾ ਜਿਹੜਾ ਆਪਣਾ ਉਹਦੀ ਲਹਿਰ ਹੈ ਬੰਦਾ ਬਹਾਦਰ ਦੀ ਉਹ ਚੱਲਦੀ ਹੈ। ਤਾਂ ਇਹ ਦੋ ਕਿਤੇ ਨਾ ਕਿਤੇ ਸਮਕਾਲ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੇ। ਬਾਅਦ ਦੇ ਵਿੱਚ ਜਿਹੜੇ ਅੰਗਰੇਜ਼ ਨੇ ਉਹ ਪੰਜਾਬ ਤੇ ਕਬਜ਼ਾ ਕਰਦੇ ਨੇ। ਕੀ ਕੋਈ ਇਹੋ ਜਿਹੇ ਸਬੂਤ ਜਾਂ ਇਹੋ ਜਿਹੇ ਲੱਛਣ ਸਾਨੂੰ ਕਿਤੇ ਪ੍ਰਾਪਤ ਹੁੰਦੇ ਨੇ ਕਿ ਉਸ ਈਸਟ ਇੰਡੀਆ ਕੰਪਨੀ ਨੇ ਜਾਂ ਅੰਗਰੇਜ਼ਾਂ ਨੇ ਉਹਨਾਂ ਰਾਹੀਂ ਕੋਈ ਨੋਟਿਸ ਲਿਆ ਹੋਵੇ ਪੰਜਾਬ ਦੀ ਇਸ ਸਿੱਖ ਲਹਿਰ ਦਾ ਜਾਂ ਪੰਜਾਬ ਦੀ ਕਿਸਾਨ ਲਹਿਰ ਦਾ? ਕੋਈ ਇਹੋ ਜਿਹਾ ਸਬੂਤ, ਕੋਈ ਇਹੋ ਜਿਹੇ ਪ੍ਰਮਾਣ ਕਿਤੇ ਪ੍ਰਾਪਤ ਹੁੰਦੇ ਨੇ ਜੇ ਤੁਸੀਂ ਇਤਿਹਾਸ ਪੜ੍ਹਿਆ ਹੋਇਆ ਕੋਈ ਇਸ ਰੂਪ ਦੇ ਵਿੱਚ? ਮੈਂ ਉਸ ਬਾਰੇ ਗੱਲ ਕਰ ਸਕਦਾ ਹਾਂ। ਮੈਂ ਚਿੱਠੀ ਨੂੰ ਗੱਲ ਇੱਕ ਰੈਫਰੈਂਸ ਹੈ ਮੈਡਮ ਜੀ, ਮੈਂ ਇੱਕ ਹੋਰ ਗੱਲ ਮੇਰਾ ਕਰ ਲਵਾਂ ਤੁਸੀਂ? ਜੀ ਜਲਦੀ। ਮੈਨੂੰ ਲੱਗਦਾ ਕਿ ਆਪਣੇ ਬੁੱਲਾ ਖੇਡਣ ਆਈ ਸੀ ਮਦੀਹਾ ਗੌਰ ਤੇ ਸ਼ਾਇਦ ਨਦੀਮ ਆਪਣੇ ਦੋਸਤ ਨੇ, ਉਹਨਾਂ ਨੇ ਲਿਖਿਆ, ਪਰ
ਉੱਥੇ ਉਹ ਬੰਦਾ ਸਿੰਘ ਬਹਾਦਰ ਨੂੰ ਏਦਾਂ ਦੱਸਦੇ ਆ ਕਿ ਉਹ ਕਿਲਰ ਸੀ, ਹੈਨਾ। ਮੈਨੂੰ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾਂ ਨੂੰ ਨਹੀਂ, ਉਹਨੇ ਜ਼ਾਲਮਾਂ ਨੂੰ ਸਜ਼ਾ ਦਿੱਤੀ ਹੈ। ਜੇ ਵਜ਼ੀਰ ਖਾਨ ਮਾਰਿਆ ਜਾਂਦਾ ਤਾਂ ਜਿਹੜਾ ਸੁੱਚਾ ਨੰਦ ਹੈ, ਜਿਹਦੇ ਬਾਰੇ ਇਰਬਨ ਲਿਖਦਾ ਕਿ ਕੋਈ ਮਾੜਾ ਕੰਮ ਨਹੀਂ ਸੀ ਜਿਹੜਾ ਇਹ ਜ਼ਾਲਮ ਨੇ ਨਾ ਕੀਤਾ। ਬਿਲਕੁਲ ਬਿਲਕੁਲ। ਉਹਨੇ ਜਿਹੜੀਆਂ ਮਸਜਿਦਾਂ ਸੀ ਦੂਜੀਆਂ ਸੀਗੀਆਂ ਕਿ ਤੁਹਾਡਾ ਬਲੀਫ ਹੈ ਤੇ ਇਸ ਗੱਲ ਦੇ ਵਿੱਚ ਤੁਸੀਂ ਅਸੀਂ ਉਹਨਾਂ ਨੂੰ ਹੱਥ ਨਹੀਂ ਲਾਵਾਂਗੇ, ਪਰ ਉਹਨਾਂ ਨੇ ਬਾਦਸ਼ਾਹ ਆਪਣੇ ਵਜ਼ੀਰ ਖਾਨ ਦਾ ਕੋਈ ਵੀ ਨਹੀਂ ਛੱਡਿਆ। ਉਹਦਾ ਬੇਟਾ ਭੱਜ ਗਿਆ ਆਪਣੀ ਵਾਈਫ ਨੂੰ ਲੈ ਕੇ। ਜੋ ਮੈਂ ਇੱਕ ਤਾਂ ਇਹ ਕਹਿਣਾ ਕਿ ਉਹਨੂੰ ਨਾ ਇਸ ਤਰ੍ਹਾਂ ਨਾ ਪੁੱਟ ਕੀਤਾ ਜਾਵੇ ਕਿ ਬੰਦਾ ਸਿੰਘ ਬਹਾਦਰ ਮੁਗਲਾਂ ਦੇ ਖਿਲਾਫ। ਉਹ ਸਡੌਰੇ ਵੀ ਤਾਂ ਜਾਂਦਾ ਹੈ, ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨਾਲ ਹੋਏ ਜ਼ੁਲਮ ਦਾ ਵੀ ਤਾਂ ਬਦਲਾ ਲੈਂਦਾ ਹੈ। ਹਾਂ ਨਹੀਂ, ਬਿਲਕੁਲ ਬਿਲਕੁਲ। ਰਾਜਾ ਅਮੀਰ ਚੰਦ ਦੇ ਖਿਲਾਫ ਇੱਥੋਂ ਖਬਰ ਭੇਜਦੇ ਨੇ ਖਬਰ ਚ ਕੁਲਦੀਪ ਜੀ ਕਿ ਉਹਨਾਂ ਦੇ ਨਾਲ ਇੱਕ ਧਾਰਮਿਕ ਸੰਤ ਰਲ ਗਏ, ਮੁਸਲਮਾਨ ਸੰਤ, ਹੈ ਨਾ। ਉਹ ਪੀਰ ਬੁੱਧੂ ਸ਼ਾਹ ਦੇ ਜਿਹੜੇ ਸਕਸੈਸਰ ਸੀਗੇ ਉਹਨਾਂ ਬਾਰੇ। ਇੱਕ ਤਾਂ ਇਹ ਹੈ ਕਿ ਉਹਨੂੰ ਇਸ ਪ੍ਰਸੰਗ ਦੇ ਵਿੱਚ ਦੇਖਿਆ ਜਾਵੇ ਕਿ ਮੁਸਲਮਾਨਾਂ ਦਾ ਕਿਲਰ ਨਾ ਉਹਨੂੰ ਕਿਹਾ ਜਾਵੇ, ਜ਼ਾਲਮਾਂ ਦੇ ਨਾਲ। ਇੱਕ ਤਾਂ ਇਹ ਬੜੀ ਲੰਬੀ ਗੱਲ ਹੋ ਸਕਦੀ ਹੈ। ਮੈਂ ਦੂਜੀ ਗੱਲ ਤੇ ਆਉਂਦਾ। ਬੇਨਤੀ ਇਹ ਹੈ ਕਿ ਅੰਗਰੇਜ਼, ਮੈਂ ਇਸ ਗੱਲੋਂ ਉਹਨਾਂ ਤੋਂ ਬੜਾ ਮੁਤਾਸਰ ਹੈ ਕਿ ਇੰਨੇ ਬਿਗੜੇ ਬੇਈਮਾਨ ਬੰਦੇ ਸੀਗੇ ਕਿ ਹਰ ਚੀਜ਼ ਦਾ ਨੋਟਿਸ ਲੈਂਦੇ ਸੀ। ਰਿਚਰਡ ਟੈਂਪਲ ਨੇ ਆਪਣੀ ਜਿਹੜੀ ਫੋਕਲੋਰ ਹੈ ਕਿੰਨੀ ਉਹਨਾਂ ਨੇ ਸਾਰਾ ਕਿ ਇਹ ਗਾਉਂਦੇ ਕੀ ਨੇ। ਬਿਲਕੁਲ ਬਿਲਕੁਲ। ਇਹ ਬੋਲਦੇ ਕਿਵੇਂ ਨੇ। ਹਾਂਜੀ, ਜਾਰਜ ਗਰੀਅਰਸਨ ਹੋਰਾਂ ਨੇ ਬਥੇਰੀ ਖੋਜ ਕੀਤੀ। ਹਾਂਜੀ ਹਾਂਜੀ ਹਾਂਜੀ। ਮੈਂ ਇਹ ਗੱਲ ਕਹਾਂ ਕਿ ਪਰ ਚਾਂਸ ਕੀ ਹੁੰਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਲੈ ਕੇ ਆਉਂਦੇ ਨੇ ਜੀ, ਗ੍ਰਿਫਤਾਰ ਕਰਕੇ ਬੜਾ ਜਲੀਲ ਕਰਨ ਵਾਲੇ ਤਰੀਕੇ ਦੇ ਨਾਲ ਉਹ ਪਿੰਜਰੇ ਦੇ ਵਿੱਚ ਪਾਇਆ। ਉਹ ਕਹਾਣੀ ਇੱਕ ਇਮੋਸ਼ਨਲ ਵੀ ਹੈ, ਬਟ ਉਹ ਤੋਂ ਥੋੜਾ ਪਰੇ ਆਪਾਂ ਗੱਲ ਕਰੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਉਹ 780 ਬੰਦੇ ਫੜੇ ਸੀ ਉਹਨਾਂ ਨੇ। ਉਹ ਜਿਹੜੀ ਗੁਰਦਾਸ ਨੰਗਲ ਦੀ ਕੜੀ ਦੇ ਵਿੱਚ ਉਹ ਲਿਆਉਂਦੇ ਨੇ 2000 ਸਿਰ ਟੰਗੇ ਹੋਏ ਨੇ ਉਹਨਾਂ ਨੇ ਨੇਜਿਆਂ ਦੇ ਉੱਤੇ ਨਾਲ ਨਾਲ। ਆਖਰ ਨੇਜੋਂ ਨੰਗੇ ਹੋਣਗੇ ਤੇ ਸਾਡੇ ਇਲਾਕੇ ਦੇ ਨੇ, ਮੇਰੇ ਪਿੰਡਾਂ ਦੇ ਨੇ, ਆਲੀ ਸਿੰਘ ਤੇ ਮਾਲੀ ਸਿੰਘ, ਸੜੌਦੀ ਵਾਲੇ ਸਿੰਘਾਂ ਦੀ ਸੜੌਦੀ ਕਹਿੰਦੇ ਆ। ਉਹ ਮੇਨ ਜਿਹੜੀ ਸੀਗੀ ਉਹ ਬੰਦਾ ਸਿੰਘ ਬਹਾਦਰ ਦੇ ਨਾਇਕ ਸੀਗੇ। ਉਹਨਾਂ ਸਣੇ ਸਾਰਿਆਂ ਨੂੰ ਲਿਜਾਇਆ ਜਾ ਰਿਹਾ, 780 ਜਿਉਂਦੇ, 2000 ਸਿਰ ਤੇ ਗੱਡਿਆਂ 'ਚ ਲੱਦੇ ਹੋਏ ਬਹੁਤ ਸਾਰੀਆਂ ਧੜਾਂ। ਉਹ ਚਾਹੁੰਦੇ ਸੀਗੇ ਕਿ ਅਸੀਂ ਦਹਿਸ਼ਤ ਤੋੜੀਏ, ਇਹ ਚਲੇ ਜਾਂਦੇ ਨੇ। ਹੁਣ ਉਹ ਇੱਕ ਹੋਰ ਕਰਦੇ ਨੇ ਕਿ ਉਹ ਮਾਨਸਿਕ ਤੌਰ ਤੇ ਤੋੜਨਾ ਚਾਹੁੰਦੇ ਨੇ ਇਹਨਾਂ ਸਾਰਿਆਂ ਨੂੰ। ਉਹ 100 ਸਿੰਘ ਨੂੰ ਕੱਢਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ, ਜਿਹੜੇ ਮੇਨ ਹੀ ਰਹਿ ਗਏ ਨਾ 700 ਤਾਂ 700 ਉਹਨੂੰ ਕੱਢਦੇ ਨੇ, ਸ਼ਹੀਦ ਕਰਦੇ ਨੇ। ਦੂਜਿਆਂ ਨੂੰ ਕਹਿੰਦੇ ਵੀ ਜਾਂ ਤਾਂ ਤੁਸੀਂ ਧਰਮ ਬਦਲ ਲਓ ਜਾਂ ਸ਼ਹਾਦਤ ਲਈ ਤਿਆਰ ਹੋ ਜਾਓ। ਇਹ ਚੱਲ ਰਿਹਾ ਇੱਕ ਉੱਥੇ ਕੁਰਬਾਨੀ ਦਾ ਸਿਲਸਿਲਾ ਦਿੱਲੀ ਦੇ ਵਿੱਚ। ਉਦੋਂ ਬਾਦਸ਼ਾਹ ਫਰਖੁਸੀਅਰ ਸੀ, ਬਾਦਸ਼ਾਹ ਦੀ ਡੈਥ ਹੋ ਗਈ ਸੀ। ਬਿਲਕੁਲ। ਮੈਂ ਇਹ ਦੇਖਦਾ ਹੈ ਕਿ ਉਦੋਂ ਦੋ ਅੰਗਰੇਜ਼ ਜਿਹੜੇ ਨੁਮਾਇੰਦੇ ਨੇ, ਆਪਾਂ ਅੱਜ ਦੀ ਭਾਸ਼ਾ 'ਚ ਐਂਬੈਸਡਰ ਕਹਿ ਸਕਦੇ ਹਾਂ, ਈਸਟ ਇੰਡੀਆ ਕੰਪਨੀ ਦੇ, ਜਦੋਂ ਉਹ ਦਫ਼ਤਰ ਆਪਣਾ ਜਾਂ ਹੈੱਡਕੁਆਰਟਰ ਜਿਹੜਾ ਹੈਗਾ ਉਹ ਫੋਰਟ ਵਿਲੀਅਮ ਦੇ ਵਿੱਚ ਲੈ ਗਏ ਨੇ, ਕਲਕੱਤੇ। ਠੀਕ ਹੈ ਜੀ। ਉਹਦੇ 'ਚ ਜਿਹੜੇ ਦੋ ਅੰਗਰੇਜ਼ ਨੇ ਉਹਨਾਂ ਦੇ ਵਿੱਚ ਇੱਕ ਦਾ ਨਾਮ ਹੈ ਜੌਨ ਸ਼ਰਮਨ, ਇੱਕ ਦਾ ਹੈ ਐਡਵਰਡ ਸਟੀਫਨਸਨ। ਉਹ 10 ਮਾਰਚ 1716 ਨੂੰ ਇੱਕ ਚਿੱਠੀ ਲਿਖਦੇ ਨੇ ਅੰਗਰੇਜ਼ੀ ਦੇ ਵਿੱਚ, ਜਿਹੜੀ 5 ਜੂਨ 1716 ਨੂੰ ਪੜ੍ਹੀ ਜਾਂਦੀ ਹੈ। ਉਹ ਨੋਟ ਕੀ ਕਰ ਰਹੇ ਨੇ ਉੱਥੇ ਖੜੇ, ਦੇਖ ਕੀ ਰਹੇ ਨੇ। ਉਹਨਾਂ ਨੇ ਉਹ ਚਿੱਠੀ ਦੇ ਵਿੱਚ ਲਿਖਿਆ, ਚਿੱਠੀ ਸੰਭਾਲੀ ਹੋਈ ਹੈ, ਮੇ ਵੀ ਕਿ ਉਹਦੀ ਕਾਪੀ ਕਿਤੇ ਨਾ ਕਿਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਲਾਇਬ੍ਰੇਰੀ 'ਚ ਹੈ, ਜੇ ਮੇਰੀ ਜਾਣਕਾਰੀ ਸਹੀ ਹੈ ਜੀ। ਉਹ ਚਿੱਠੀ ਦੇ ਵਿੱਚੋਂ ਲਿਖਦੇ ਨੇ ਕਿ ਉਹ ਜਿਹੜਾ ਗੁਰੂ ਜੀ ਨੇ, ਕਿਉਂਕਿ ਗੁਰੂ ਇਸ ਕਰਕੇ ਵੀ ਮੁਗਾਲਤਾ ਬਣ ਜਾਂਦਾ ਕਈ ਵਾਰ ਉਹ ਚਿੱਠੀ ਦੇ ਰਾਹੀਂ ਵੀ,
ਕਿ ਜਿਹੜੇ ਇੱਥੋਂ ਖਬਰਾਂ ਭੇਜਦੇ ਸੀਗੇ ਉਹਨਾਂ ਚੋਂ ਇੱਕ ਖਬਰ ਦੇ ਵਿੱਚ ਬਾਦਸ਼ਾਹ ਨੂੰ ਲਿਖ ਰਹੇ ਨੇ ਕਿ ਆ ਜਿਹੜਾ ਇੱਥੇ ਬਗਾਵਤ ਕਰ ਰਿਹਾ ਉਹਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਐਲਾਨ ਕਰ ਦਿੱਤਾ ਹੈ। ਹੈਨਾ, ਬਿਲਕੁਲ ਬਿਲਕੁਲ। ਮਤਲਬ ਕਿ ਉੱਥੇ ਹੁੰਦਾ ਕਿ 20 ਸਾਲ ਤੋਂ ਜਿਹਨੇ ਇਹ ਸਾਰੀ ਵਿਵਸਥਾ ਨੂੰ ਇੱਕ ਤਹਿਸ਼ ਨਹਿਸ਼ ਕੀਤਾ ਸੀ, ਤੰਗ ਕੀਤਾ ਸੀ, ਬਗਾਵਤ ਕੀਤੀ ਸੀ, ਉਹ ਬਾਗੀ ਗੁਰੂ ਫੜਿਆ ਗਿਆ। ਚਿੱਠੀ 'ਚ ਦਰਜ ਹੈ 2000 ਸਿਰ ਲਿਆਂਦੇ ਗਏ, 780 ਬੰਦੇ ਨਾਲ ਸੀਗੇ ਤੇ ਉਹਨਾਂ ਚੋਂ 100 ਕੱਢ ਕੇ ਰੋਜ਼ ਮਾਰਿਆ ਜਾਂਦਾ ਹੈ। ਇੱਕ ਗੱਲ ਕਹਿੰਦੇ ਆ, ਲਿਖਦੇ ਆ, ਕਹਿੰਦਾ ਇਟਸ ਨਾਟ ਲਿਟਲ ਰਿਮਾਰਕੇਬਲ with what patience they undergo their fate, and to the last it is not been found that one apostate ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਪੈਰੋਕਾਰ from this new formed religion, ਉਹਨਾਂ ਨੇ ਉਹ ਜਿਹੜੀ ਚਿੱਠੀ ਆ ਮੇਬੀ ਇੱਕ ਮੇਰੇ ਨੋਟ ਕਰਨ ਦੇ ਵੀ ਥੋੜੇ ਰਹਿ ਗਿਆ ਹੋਵੇ, ਪਰ ਉਹ ਲਿਖਦੇ ਆ ਕਿ ਉਹ ਹਰ ਰੋਜ਼ 100 ਬੰਦੇ ਨੂੰ ਕੱਢ ਕੇ ਮਾਰਦੇ ਨੇ, ਪਰ ਇਹ ਨਵਾਂ ਧਰਮ ਐਸਾ ਪੈਦਾ ਹੋਇਆ ਜਿਹਦੇ ਚੋਂ ਭਾਈ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੈ ਜਿਹਨੇ ਆਪਣਾ ਧਰਮ ਛੱਡਣ ਲਈ ਕਿਹਾ ਹੋਵੇ, ਆਰਾਮ ਨਾਲ ਆਪਣੀ ਕੁਰਬਾਨੀ ਜੀ। ਤੇ ਅੰਗਰੇਜ਼ ਇਸ ਗੱਲ ਨੂੰ ਨੋਟ ਕਰਦਾ ਹੈ, ਪੜ੍ਹਦਾ ਹੈ ਉਹ ਸਾਰੇ ਇਕੱਠ ਦੇ ਵਿੱਚ ਕਿ ਚਿੱਠੀ ਆਈ ਹੈ ਪੰਜਾਬ 'ਚ ਇਸ ਤਰ੍ਹਾਂ ਦਾ ਵਾਪਰਿਆ। ਤੇ ਤੁਸੀਂ ਇਤਿਹਾਸ ਦੇ ਵਿੱਚੋਂ ਜਦੋਂ ਗੋ ਥਰੂ ਹੋਵੋਗੇ ਤਾਂ ਅੰਗਰੇਜ਼ਾਂ ਦੀ ਮੇਨ ਜਿਹੜੀ ਹੈ ਕਨਸੈਂਟਰੇਸ਼ਨ ਉਹ ਉਸ ਗੱਲ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਇਹੀ ਜੀ ਹੈ, ਪੰਜਾਬ ਦੇ ਲੋਕ ਦਬਦੇ ਨਹੀਂ, ਝੁਕਦੇ ਨਹੀਂ, ਪੰਜਾਬ ਦੇ ਲੋਕ ਆਪਣੀ ਹੋਣੀ ਨੂੰ ਖਿੜੇ ਮੱਥੇ ਮੰਨ ਜਾਂਦੇ ਨੇ, ਜਿਹੜੀ ਭਗਤ ਸਿੰਘ ਤੱਕ ਆਉਂਦੇ ਆ ਵੀ ਉਹ ਦੇਖਦੇ। ਤੇ ਮੈਨੂੰ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਇਸ ਨੂੰ ਬਹੁਤ ਸੀਰੀਅਸਲੀ ਨੋਟ ਕੀਤਾ। ਜੀ ਜੀ ਜੀ, ਬਿਲਕੁਲ ਬਿਲकुल। ਮੈਨੂੰ ਲੱਗਦਾ ਕਿ ਇਹਦਾ ਅਸਰ ਇਸ ਗੱਲ ਦੇ ਵਿੱਚ ਵੀ ਹੈ ਕਿ ਅੰਗਰੇਜ਼ਾਂ ਨੇ ਸਭ ਤੋਂ ਬਾਅਦ ਦੇ ਵਿੱਚ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਸ਼ਾਇਦ ਕਿਤੇ ਨਾ ਕਿਤੇ ਉਹ ਪ੍ਰਭਾਵ ਪੰਜਾਬ ਤੋਂ ਉਹ ਓਰੀਜਨ ਤੋਂ ਡਰਦੇ ਨੇ, 1710 ਤੋਂ ਡਰਦੇ ਆ ਰਹੇ। ਜੀ ਜੀ, ਬਿਲਕੁਲ ਬਿਲकुल। 1710 ਤੋਂ ਪੰਜਾਬ ਤੋਂ ਹੱਥ ਖਿੱਚ ਰਹੇ ਨੇ ਕਿ ਇਹ ਬਹੁਤ ਮਤਲਬ ਸਖਤ ਹੱਡੀ ਦੀ ਕੌਮ ਹੈ। ਜੀ ਜੀ ਜੀ। ਇਸ ਤੋਂ ਪਹਿਲਾਂ ਕਿ ਅਸੀਂ ਆਖਰੀ ਕਮੈਂਟ ਪੱਕੀ ਖਰੋਤ ਤੋਂ ਲਈਏ, ਮੈਂ ਸਾਡੇ ਦੋਸਤਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਤੋਂ ਕੋਈ ਵੀ ਦੋਸਤ ਸਾਡੇ ਇਹਨਾਂ ਦੋਨੇ ਚਿੰਤਕਾਂ ਤੋਂ ਕੋਈ ਸਵਾਲ ਪੁੱਛਣਾ ਚਾਹੁੰਦਾ, ਬਹੁਤ ਸੰਖੇਪ ਦੇ ਵਿੱਚ ਤੁਹਾਡਾ ਸਵਾਗਤ ਹੈ। ਕੋਈ ਵੀ ਦੋਸਤ ਜੀ, ਤੁਹਾਡਾ ਸਵਾਗਤ ਹੈ ਦੋਸਤੋ। ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਚਾਲ ਸਾਹਿਬ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸਾਰੇ ਦੋਸਤਾਂ ਤੋਂ ਹੀ ਹੈ ਕਿ ਜਿਹੜੇ ਖੱਬੇ ਪੱਖੀ ਨੇ, ਜਿਹੜੇ ਆਪਣੇ ਆਪ ਨੂੰ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਕੁਝ ਪੜ੍ਹਿਆ ਤੇ ਮਤਲਬ ਆਪਣੇ ਨਾਇਕਾਂ ਨੂੰ ਬਹੁਤ ਪਹਿਚਾਨਣ ਦੀ ਕੋਸ਼ਿਸ਼ ਕੀਤੀ ਜੀ, ਇਹ ਸਾਡੇ ਨਾਇਕਾਂ ਨੂੰ ਪਹਿਚਾਨਣ ਤੋਂ ਕਿਉਂ ਖੁੰਝੇ, ਇਹਦਾ ਕੀ ਕਾਰਨ ਨੇ? ਜੀ ਜੀ ਜੀ। ਜਰਮਨ ਦੇ ਵਿੱਚੋਂ ਪੈਰਿਸ ਕਮਿਊਨ ਲੱਭਦੇ ਆ, ਸਾਡੇ ਆਪ ਦੇ ਕਮਿਊਨ ਲੱਭਣ ਤੋਂ ਅਸੀਂ ਕਿਉਂ ਉਕਰੇ? ਇਹਦਾ ਕੀ ਕਾਰਨ ਹੈ? ਇਹਦੀਆਂ ਜੜ੍ਹਾਂ ਕਿੱਥੇ ਪਈਆਂ? ਹਾਂ, ਇਹਨਾਂ ਸਵਾਲਾਂ ਦੇ ਜਵਾਬ ਆਪਾਂ ਇਕੱਠੇ ਲਵਾਂਗੇ। ਸਾਡੇ ਦੋਨੇ ਚਿੰਤਕ ਬਾਅਦ ਵਿੱਚ ਅਸੀਂ ਇਹਨਾਂ ਨੂੰ 5 ਮਿੰਟ ਦੇਵਾਂਗੇ। ਤੇ ਹੋਰ ਕੋਈ ਦੋਸਤ ਸਵਾਲ ਕਰਨਾ ਚਾਹੁੰਦਾ ਪਲੀਜ਼ ਸੰਖੇਪ ਦੇ ਵਿੱਚ। ਜੀ ਕੁਲਦੀਪ ਜੀ, ਮੇਰਾ ਤਲੋਚਨ ਜੀ ਲਈ ਸਵਾਲ ਹੈ। ਜੀ ਜੀ, ਆਵਾਜ਼ ਆ ਰਹੀ ਹੈ ਨਾ? ਹਾਂਜੀ, ਆ ਰਹੀ ਹੈ, ਬਿਲਕੁਲ ਬੋਲੋ। ਮਾਸਟਰ ਜੀ ਆਏ ਆਏਗਾ ਤਲੋਚਨ ਜੀ ਵੀ ਮੇਰਾ ਇੱਕ ਸਵਾਲ ਪਹਿਲਾਂ ਵੀ ਮੈਂ ਆਪਣੇ ਪਹਿਲਾਂ ਗੱਲ ਹੋਈ ਸੀ ਮੇਰੀ ਵੀ ਕੀ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ, ਕਿਉਂਕਿ ਪਹਿਲੀ ਗੱਲ ਤਾਂ ਕਿਉਂਕਿ ਇਹ ਆਪਾਂ ਕਿਸਾਨ ਦਾ ਭਾਵ ਜੱਟ ਸਮਝ ਲੈਣੇ ਹੈ। ਹਰ ਕਿਸਾਨ ਜੱਟ ਨਹੀਂ ਤੇ ਹਰ ਜੱਟ ਕਿਸਾਨ ਨਹੀਂ, ਇਹ ਤਾਂ ਗੱਲ ਕਲੀਅਰ ਹੈ। ਇਹ ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਹੈ ਵੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕੀ ਜਿਹੜਾ ਹਾਕਮ ਹੈ ਸਾਰੀ ਗੱਲ ਮੰਨ ਲੂਗਾ, ਸਾਰੀਆਂ ਮੰਗਾਂ ਮੰਨ ਲੂਗਾ,
ਇੱਕ ਵਿੱਚ ਵਿਚਾਲੇ ਗੱਲ ਕਰੂਗਾ ਕਿ ਦੋਹਾੜ ਪਾਊਗਾ ਜੀ। ਕਿਉਂਕਿ ਇਹ ਵੀ ਹੋ ਸਕਦਾ ਹੈ ਵੀ ਜਿਹੜਾ ਹਾਕਮ ਹੈ ਇਹ ਇਸ ਜਿਵੇਂ ਹੁਣ ਲੱਗਿਆ ਪਤਾ ਵੀ ਦਲਿਤ ਪਤਾ ਖੇਲ ਰਹੀ ਹੈ ਬੀਜੇਪੀ, ਹੁਣ ਜਿਵੇਂ ਹਰਿਆਣੇ 'ਚ ਜਾਟਾਂ ਨੂੰ ਪਿੱਛੇ ਕਰਤਾ ਵੀ ਇੱਥੇ ਜੱਟਾਂ ਨੂੰ ਟਾਰਗੇਟ ਬਣਾ ਕੇ ਜਿਹੜੀ ਹੋਰ ਕਿਸੇ ਕਮਿਊਨਿਟੀ ਨੂੰ ਅੱਗੇ ਲਿਆ ਕੇ। ਜੀ 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 ਸੰਜੀਵਨ ਜੀ, ਤੁਹਾਡਾ ਸਵਾਲ ਆ ਗਿਆ ਜੀ। ਹੋਰ ਕੋਈ ਦੋਸਤ? ਹਾਂਜੀ, ਹੋਰ ਕੋਈ ਵੀ ਦੋਸਤ ਸਵਾਲ ਕਰਨਾ ਚਾਹੁੰਦਾ? ਸਾਡੇ ਨਾਲ ਬਲਕਾਰ ਸਿੱਧੂ ਜੀ ਜੁੜੇ ਹੋਏ ਨੇ, ਪੂਨੀਆ ਸਾਹਿਬ ਜੁੜੇ ਹੋਏ ਨੇ, ਮੈਂ ਦੇਖ ਰਿਹਾ। ਸਾਰਿਆਂ ਦਾ ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਜੀ। ਹਾਂਜੀ ਜੀ। ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਹਿਬ। ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ। ਇੰਟਰੋਡਕਸ਼ਨ ਦੇ ਦਿਆ ਕਰ। ਗੁਰਮੀਤ ਸਿੰਘ ਜੀ ਨੇ, ਗੁਰਮੀਤ ਸਿੰਘ। ਹਾਂਜੀ 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 ਹਾਂਜੀ, ਬੋਲੋ ਜੀ। ਹਾਂਜੀ 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 ਡਾਕਟਰ ਸਾਹਿਬ, ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਇਹ ਕਿਸਾਨ ਸੰਘਰਸ਼ ਚੱਲ ਰਿਹਾ, ਕਿ ਇਹ ਸੰਘਰਸ਼ ਦੇ ਵਿੱਚ ਕੋਈ ਮਤਲਬ ਜਿਹੜੀ ਹੁਣ ਗੱਲਬਾਤ ਹੋ ਰਹੀ ਹੈ, ਇਹ 'ਚ ਕੋਈ ਆਸਮੈਦ ਹੈ ਕਿ ਮਤਲਬ ਸਰਕਾਰ, ਕੇਂਦਰ ਸਰਕਾਰ ਕੁਝ ਝੁਕੇਗੀ? ਪ੍ਰਧਾਨ ਹੈਲੋ ਜੀ 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 ਜੀ। ਹਾਂਜੀ, ਮੇਰੀ ਗੱਲ ਪੂਰੀ ਹੋ ਗਈ। ਮੈਂ ਤੁਹਾਡੀ ਗੱਲ, ਤੁਹਾਡਾ ਸਵਾਲ ਸਾਡੇ ਕੋਲ ਆ ਗਿਆ ਜੀ, ਸਾਡੇ ਚਿੰਤਕਾਂ ਨੇ ਨੋਟ ਕਰ ਲਿਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਹੋਰ ਕੋਈ ਦੋ ਸਵਾਲ ਹਾਂਜੀ ਦੋਸਤੋ, ਮੈਂ ਹੁਣ ਬੇਨਤੀ ਕਰਦਾ ਪੱਪੀ ਹੋਰਾਂ ਨੂੰ ਪਹਿਲਾਂ ਕਿ ਉਹ ਇਹਨਾਂ ਤਿੰਨੇ ਸਵਾਲਾਂ ਦੇ ਪ੍ਰਸੰਗ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ, ਤਾਂ ਕਿ ਕੁਝ ਗੱਲਾਂ ਹੋਰ ਕਲੀਅਰ ਹੋ ਸਕਣ। ਸੁਖਵਿੰਦਰ ਪੱਪੀ ਜੀ। ਹੈਲੋ। ਹਾਂਜੀ ਹਾਂਜੀ ਪੱਪੀ ਜੀ। ਹਾਂਜੀ, ਮੇਰੇ ਖਿਆਲ ਦੇ ਵਿੱਚ ਪਹਿਲਾ ਸਵਾਲ ਤਾਂ ਬਲਵਿੰਦਰ ਚਾਹਲ ਹੋਰਾਂ ਦਾ ਸੀਗਾ ਜੀ ਕਿ ਅਸੀਂ ਆਪਣੇ ਨਾਇਕਾਂ ਨੂੰ ਉਸ ਤਰੀਕੇ ਨਾਲ ਪਹਿਚਾਣ ਕਿਉਂ ਨਹੀਂ ਸਕੀ, ਇਹਦੇ ਲਈ ਕੌਣ, ਕਿਹੜੀਆਂ ਸ਼ਕਤੀਆਂ ਜ਼ਿੰਮੇਵਾਰ ਨੇ, ਸਾਨੂੰ ਜਰਮਨ ਤੱਕ ਜਾਣਾ ਪੈਂਦਾ ਨਾਇਕਾਂ ਦੀ ਤਲਾਸ਼ ਦੇ ਲਈ। ਮੈਨੂੰ ਲੱਗਦਾ ਕਿ ਬੜਾ ਸਿੰਪਲ ਜੀ ਗੱਲ ਹੈ ਕਿ ਦੇਖੋ ਜੀ, ਸਾਡੀ ਜਿਹੜੀ ਲੀਡਰਸ਼ਿਪ ਹੈਗੀ ਹੈ, ਜਿਹੜਾ ਨੇਤਰਤਵ ਕਰਨ ਵਾਲੇ ਲੋਕ ਨੇ, ਚਾਹੇ ਉਹ ਸਾਡੀ ਕੋਈ ਲੈਫਟ ਮੂਵਮੈਂਟ ਹੈਗੀ, ਚਾਹੇ ਉਹ ਉਸ ਤੋਂ ਬਾਹਰਲੇ ਪੰਜਾਬ ਦੇ ਕੋਈ ਵੀ ਹੋਰ ਜਿਹੜੀਆਂ ਧਿਰਾਂ ਨੇਗੀਆਂ, ਉਹਨਾਂ ਦਾ ਇੱਕ ਫਰਜ਼ ਬਣਦਾ ਹੁੰਦਾ ਹੈ ਕਿ ਤੁਸੀਂ ਆਪਣੇ ਨੇਕਾਂ ਦੀ ਪਹਿਚਾਣ ਕਰਨੀ, ਆਪਣੇ ਨੇਕਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਗਾਹਾਂ ਇੰਟਰੋਡਿਊਸ ਕਰਾਉਣਾ। ਇਹਦੇ ਲਈ ਉਹਨਾਂ ਦਾ ਇੱਕ ਮੇਨ ਰੋਲ ਹੁੰਦਾ ਹੈ। ਮੈਨੂੰ ਲੱਗਦਾ ਕਿ ਸਾਡੀ ਜਿਹੜੀ ਪ੍ਰੋਗਰੈਸਿਵ ਮੂਵਮੈਂਟ ਸੀਗੀ ਪੰਜਾਬ ਦੀ ਜਾਂ ਇੰਡੀਆ ਦੀ, ਉਹਨੇ ਇਕੱਲਾ ਅਸੀਂ ਪੰਜਾਬ ਤੱਕ ਹੀ ਸੀਮਿਤ ਨਹੀਂ ਇਸ ਗੱਲ ਨੂੰ ਕਰ ਸਕਦੇ। ਮੈਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਹਿਸਟਰੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਜਿਹੜੀਆਂ ਸਾਡੇ ਰੂਟਸ ਦੇ ਨਾਲ ਜੁੜੀਆਂ ਹੋਈਆਂ ਨੇ ਇੰਡੀਆ ਦੀਆਂ, ਸਾਡੀ ਆਪਣੀ ਇੰਡੀਆ ਦੇ ਜਿਹੜੇ ਸੰਸਕਾਰ ਸੀ, ਇੰਡੀਆ ਦੀਆਂ ਬਹੁਤ ਸਾਰੀਆਂ ਹੀ ਪੋਜ਼ਿਟਿਵ ਜਿਹੜੀਆਂ ਪਰੰਪਰਾਵਾਂ ਸੀਗੀਆਂ, ਅਸੀਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਬਹੁਤ ਲੰਮੇ ਸਮੇਂ ਤੱਕ ਇਗਨੋਰ ਕਰਦੇ ਰਹੇ ਹਾਂ। ਔਰ ਉਹਦੇ ਲਈ ਸਾਡੀ ਲੀਡਰਸ਼ਿਪ ਵੀ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਉਹ ਜਿਹੜੀ ਜ਼ਿੰਮੇਵਾਰ ਹੈ, ਜਿਹੜੀ ਅਸੀਂ ਨਾਇਕ ਜਿਹੜੇ ਆ ਉਹ ਅਸੀਂ ਬਾਹਰੋਂ ਤਲਾਸ਼ਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਮੈਨੂੰ ਲੱਗਦਾ ਕਿ ਸਾਨੂੰ ਆਪਣੇ ਨਾਇਕ ਆ ਜਿਹੜੇ ਉਹ ਆਪਣੀ ਧਰਤੀ ਦੇ ਵਿੱਚੋਂ ਹੀ ਤਲਾਸ਼ਣੇ ਚਾਹੀਦੇ ਨੇ। ਹੋਰ ਕਿਹੜਾ ਸਵਾਲ ਸੀਗਾ ਜੀ? ਦੂਜਾ ਸਵਾਲ ਸੀ ਕਿ ਸੰਘਰਸ਼ ਦਾ ਕੀ ਬਣੂਗਾ ਤੁਹਾਡੇ ਹਿਸਾਬ ਨਾਲ? ਦੇਖੋ, ਮੇਰੇ ਖਿਆਲ ਦੇ ਵਿੱਚ ਇਹ ਕਹਿਣਾ ਕਿ ਇਸ ਸੰਘਰਸ਼ ਦਾ ਕੀ ਬਣੂਗਾ, ਇਹ ਬੜੀ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਕਿ ਕਿਸੇ ਵੀ ਸੰਘਰਸ਼ ਬਾਰੇ ਉਹਦਾ ਕੀ ਬਣੂਗਾ ਨਹੀਂ ਕਿਹਾ ਜਾ ਸਕਦਾ। ਆਪਾਂ ਕਹੀਏ ਕਿ ਫੇਲ ਹੋਊਗਾ, ਸਫਲ ਹੋਊਗਾ, ਇਹ ਬਿਲਕੁਲ ਮੈਨੂੰ ਲੱਗਦਾ ਕਿ ਫਾਲਤੂ ਗੱਲ ਹੋਣੀ ਹੈ। ਜੇ ਕੋਈ ਏਦਾਂ ਦੀ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਇਹ ਸਭ ਫਿਊਚਰ ਦੀਆਂ ਗੱਲਾਂ ਨੇ। ਕਿੰਨਾ ਕੁ ਲੋਕਾਂ ਦਾ ਇਸ ਸੰਘਰਸ਼ ਨੂੰ ਰਿਸਪੌਂਸ ਮਿਲਦਾ ਹੈਗਾ, ਕਿੰਨੇ ਕੁ ਲੋਕ ਦਿੱਲੀ ਦੇ ਖਿਲਾਫ ਖੜਨ ਦੇ ਲਈ ਤਿਆਰ ਹੁੰਦੇ ਨੇ, ਦਿੱਲੀ ਦੀ ਕੀ ਸਰਕਮਸਟੈਂਸਿਸ ਬਣਦੇ ਨੇ, ਉਹਦੀਆਂ ਪੋਲੀਟੀਕਲ ਕੰਪਲਸ਼ਨਸ ਜਿਹੜੀਆਂ ਕੀ ਬਣਦੀਆਂ ਨੇ, ਇਹ ਸਾਰੀਆਂ ਬਹੁਤ ਸੋ ਮੈਨੀ ਫੈਕਟਰ ਨੇ ਜਿਹੜੇ ਰਲ ਕੇ ਕਿਸੇ ਵੀ ਐਜੀਟੇਸ਼ਨ ਦੀ ਸਫਲਤਾ ਜਾਂ ਅਸਫਲਤਾ ਉਹ ਤੈਅ ਕਰਦੀਆਂ ਨੇ। ਉਹਦੇ ਬਾਰੇ ਫਿਊਚਰ ਹਲੇ ਇਸ ਤਰੀਕੇ ਨਾਲ ਕਹਿ ਦੇਣਾ ਕਿ ਉਹ ਸਫਲ ਹੋਊਗਾ ਜਾਂ ਨਹੀਂ ਹੋਊਗਾ, ਇਹ ਬੜਾ ਮੁਸ਼ਕਲ ਹੈ। ਪਰ ਸਾਨੂੰ ਮਤਲਬ ਇੱਕ ਆਸ ਰੱਖਣੀ ਚਾਹੀਦੀ ਹੈ ਕਿ ਜੋ ਅਸੀਂ ਆਪਣੀ ਜਿਹੜੀ ਇੱਕ ਵਿਰਾਸਤ ਨੂੰ ਦੇਖਦੇ ਹੋਏ ਅਸੀਂ ਆਸ ਕਰ ਸਕਦੇ ਹਾਂ ਕਿ ਉਹਦਾ ਸਫਲ ਜ਼ਰੂਰ ਹੋਊਗਾ, ਕਿਉਂਕਿ ਪੰਜਾਬ ਦੀ ਜਿਹੜੀ ਵਿਰਾਸਤ ਹੈ ਉਹ ਬਹੁਤ ਸਦੀਆਂ ਤੋਂ ਇਹ ਰਹੀ ਹੈ ਕਿ ਉਹਨੇ ਕਿਸੇ ਦੀ ਨਾਬਰੀ ਹੈ ਜਿਹੜੀ ਉਹ ਨਹੀਂ ਝੱਲੀ, ਉਹ ਝੁਕੀ ਨਹੀਂ ਹੈ, ਉਹ ਦੱਬੀ ਨਹੀਂ ਹੈ। ਇਸ ਕਰਕੇ ਇੱਕ ਆਸ ਕੀਤੀ ਜਾ ਸਕਦੀ ਹੈ ਕਿ ਉਹਦੀ ਸਫਲਤਾ ਜਿਹੜੀ ਉਸ ਪ੍ਰਸੰਗ ਦੇ ਵਿੱਚ ਜ਼ਰੂਰ ਛਿਪੀ ਪਈ ਹੈ।
ਜੀ ਮਾਸਟਰ ਤਰਲੋਚਨ ਜੀ, ਆਖਰੀ ਕਮੈਂਟ ਕੀ ਕਰਨਾ ਚਾਹੁੰਦੇ ਹੁਣ ਸਾਰੇ ਇਸ ਗੱਲਬਾਤ ਦੇ ਉੱਤੇ? ਮੈਂ ਨਾ ਸਵਾਲਾਂ ਤੇ ਜ਼ਰੂਰ ਮੈਨੂੰ ਲੱਗਿਆ ਕਿ ਦਿਲਚਸਪ ਨੇ। ਜੀ ਜੀ। ਇੱਕ ਤਾਂ ਪੂਨੀਆ ਜੀ, ਚਹਿਲ ਸਾਹਿਬ, ਬੜੇ ਬੜੇ ਬੰਦੇ ਬਿਠਾਏ ਆ ਤੁਸੀਂ, ਮੈਨੂੰ ਜੇ ਨਾ ਪਤਾ ਹੁੰਦਾ ਮੈਂ ਸ਼ਾਇਦ ਪਹਿਲਾਂ ਹੀ ਨਰਵਸ ਹੋ ਜਾਂਦਾ। ਸਲਾਮ ਹੈ ਸਾਰਿਆਂ ਨੂੰ। ਇੱਕ ਹੈ ਕਿ ਕਾਮਰੇਡ ਕਿਉਂ ਵੱਡੇ ਨਹੀਂ ਆਗੇ, ਏਦਾਂ ਨਾ ਕਰੋ, ਇਹ ਨਾ ਕਰੋ, ਇਹ ਨਾ ਪਲੀਜ਼, ਏਦਾਂ ਨਹੀਂ ਕੋਈ ਗੱਲ, ਇਹੋ ਜਿਹੀ ਕੋਈ ਗੱਲ ਨਹੀਂ। ਨਹੀਂ, ਤੁਹਾਡਾ ਸਤਿਕਾਰ ਹੈ ਜੀ, ਤੁਹਾਡਾ ਸਤਿਕਾਰ ਹੈ ਜੀ। ਅਸੀਂ ਏਦਾਂ ਨਹੀਂ ਨੇ, ਵੱਡੇ ਛੋਟੇ ਦਾ ਸਵਾਲ ਹੈ। ਜੀ ਜੀ, ਰਾਈਟ। ਮੈਂ ਬੇਨਤੀ ਇਹ ਕਰਨੀ ਸੀਗੀ ਕਿ ਮਾਰਕਸਵਾਦ ਦੇ ਕੋਲ ਵੈਸੇ ਤਾਂ ਕਿਸੇ ਗੱਲ ਦੀ ਕੁੰਡੀ ਖੋਲਣ ਦੇ ਲਈ ਦੋ ਚਾਬੀਆਂ ਨੇ। ਜਿਵੇਂ ਬੈਂਕ ਦੇ ਵਿੱਚ ਇੱਕ ਮੈਨੇਜਰ ਕੋਲ ਹੁੰਦੀ ਹੈ, ਇੱਕ ਦੂਜੇ ਕੋਲ ਹੁੰਦੀ ਹੈ। ਇੱਕ ਹੈਗਾ ਡਾਇਲੈਕਟੀਕਲ ਮਟੀਰੀਅਲਿਜ਼ਮ, ਇੱਕ ਹੈਗਾ ਹਿਸਟੋਰੀਕਲ ਮਟੀਰੀਅਲਿਜ਼ਮ। ਸਾਡਾ ਸਾਰੇ ਦਾ ਸਾਰਾ ਜ਼ੋਰ ਜਿਹੜਾ ਹੈਗਾ, ਮੈਨੂੰ ਭਾਗ ਸਿੰਘ ਸੱਜਣ ਤੋਂ ਬਿਨਾਂ ਕਿਸੇ ਦਾ ਕੁਝ ਵੀ ਨਹੀਂ ਮਿਲਦਾ, ਚਾਹੇ ਉਹਦੀ ਵੀ ਗੱਲ ਨਾਲ ਤੁਸੀਂ 100% ਸਹਿਮਤ ਨਾ ਹੋ ਸਕੋ, ਕਿ ਆਪਣੀ ਮਿੱਟੀ ਦੇ ਵਿੱਚੋਂ ਆਪਣੀ ਮਨਪਸੰਦ ਦੇ ਨਾ ਆਪਣੀ ਮਿੱਟੀ ਦੇ ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਉਹਨੂੰ ਡੀਕੋਡ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਨਾ ਜਾਣ ਸਕੇ, ਨਾ ਸਮਝ ਸਕੇ, ਨਾ ਡੀਕੋਡ। ਇਹ ਦੋ ਚਾਬੀਆਂ ਤੋਂ ਬਿਨਾਂ ਜਿੰਦਾ ਖੁੱਲਣਾ ਨਹੀਂ ਜੀ, ਇਹ ਜਿੰਦਾ ਖੁੱਲਣਾ ਨਹੀਂ, ਚਾਹੇ ਆਪਾਂ ਹੁਣ ਵੀ ਧੁਰਲੀਆਂ ਨੇ ਮਾਰਦੇ। ਦੂਜਾ ਸੀਗਾ ਸੰਜੀਵਨ ਦਾ ਵੀ ਦਿਲਚਸਪ ਸਵਾਲ ਸੀ, ਮੈਂ ਬੇਨਤੀ ਉਹਨੂੰ ਵੀ ਕਰੂੰਗਾ। ਉਹਦਾ ਨਾਲ ਹੀ ਗੁਰਮੀਤ ਹੋਰਾਂ ਦਾ ਸਵਾਲ ਜੁੜਿਆ, ਉਹ ਬਣੂ ਕੀ। ਮੈਂ ਬੰਦਾ ਸਿੰਘ ਬਹਾਦਰ ਦੇ ਪ੍ਰਸੰਗ ਦੇ ਨਾਲ ਹੀ ਆਪਣੀ ਗੱਲ ਕਰਨੀ ਚਾਹੂੰਗਾ। ਦੇਖੋ ਕੀ ਕੋਇਨਸੀਡੈਂਸ ਹੈ ਕਿ ਬੰਦਾ ਸਿੰਘ ਬਹਾਦਰ ਪੰਜਾਬ ਆ ਜਾਂਦਾ ਹੈ, ਦਿੱਲੀ ਨੂੰ ਖਤਰਾ ਖੜਾ ਹੋ ਜਾਂਦਾ ਹੈ, ਤੇ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਹੈਗਾ ਉਧਰ ਹੀ ਲੜ ਰਿਹਾ ਸੀ ਨਾ, ਉਹ ਗੁਰੂ ਗੋਬਿੰਦ ਸਿੰਘ ਕੋਲ ਪਹੁੰਚ ਜਾਂਦਾ, ਉਹਨੂੰ ਪ੍ਰੈਸ਼ਰਾਈਜ਼ ਕਰਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਤੁਸੀਂ ਤੁਹਾਡੀਆਂ ਮੰਗਾਂ ਮੰਨ ਲਾਂਗੇ, ਹੈਨਾ, ਤੁਸੀਂ ਉਹਨੂੰ ਵਾਪਸ ਬੁਲਾ ਜੀ। ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਤੈਨੂੰ ਪਹਿਲਾਂ, ਕਿਉਂਕਿ ਆੜੀ ਨੇੜਤਾ ਸੀਗੀ, ਮੌਜਮ ਸੀ ਨਾ ਅਸਲ ਚ ਤਾਂ ਇਹ ਜਿਹੜਾ ਬਾਦਸ਼ਾਹ ਬਣਦਾ ਹੈ। ਅੱਛਾ, ਉਹ ਕਹਿੰਦੇ ਵੀ ਤੈਨੂੰ ਪਹਿਲਾਂ ਵੀ ਤਾਂ ਅਸੀਂ ਦੱਸਿਆ ਸੀਗਾ ਕਿ ਇਹ ਜੋ ਜ਼ਾਲਮ ਨੇ, ਇਹਨਾਂ ਜ਼ਾਲਮਾਂ ਨੂੰ ਤੂੰ ਨਹੀਂ ਸਜ਼ਾ ਦਿੱਤੀ ਤੇ ਉਹ ਦੇਣਗੇ। ਉਹ ਕਹਿੰਦਾ ਮੈਂ ਆਪ ਹੀ ਦਊਂਗਾ, ਮੈਂ ਤੁਹਾਡੀਆਂ ਇੰਨੀਆਂ ਗੱਲਾਂ ਮੰਨ ਲੈਣਾ। ਜਿਹੜੀ ਤੁਹਾਨੂੰ, ਮੈਨੂੰ ਲੱਗਦਾ ਕਈ ਵਾਰ ਮੈਂ ਜਦ ਪੜ੍ਹ ਰਿਹਾ ਸੀਗਾ, ਮੈਨੂੰ ਲੱਗਿਆ ਕਿ ਜਿਵੇਂ ਮੋਦੀ ਕਿਸਾਨਾਂ ਨਾਲ ਗੱਲ ਕਰ ਰਿਹਾ ਹੋਵੇ। ਕੀ ਬਾਤ ਹੈ। ਉਹ ਬਹਾਦਰ ਸ਼ਾਹ ਜ਼ਫਰ, ਉਹ ਸਾਰੇ, ਜੇ ਮੈਂ ਡਿਟੇਲ ਦੇਣ ਲੱਗ ਜਾ, ਮੇਰੇ ਕੋਲ ਹੈ ਪਰ ਮੈਂ ਜੇ ਦੇਣ ਲੱਗ ਜਾ ਤਾਂ ਲੰਬੀ ਹੋ ਜੂਗੀ। ਉਹ ਸਾਰੀਆਂ ਹੀ ਗੱਲਾਂ ਕਰਦਾ ਹੈ ਜੋ ਅੱਜ ਦੀ ਰਿਆਸਤ ਹੈ ਕਿਸਾਨ ਲੀਡਰਸ਼ਿਪ ਨਾ ਕਰਦੀ ਹੈ। ਪਰ ਸਦਕੇ ਗੁਰੂ ਗੋਬਿੰਦ ਸਿੰਘ ਦੇ ਆ ਜਿਹੜੀ ਲੀਡਰ ਕੀ ਹੁੰਦਾ, ਉਹ ਕਹਿੰਦੇ ਹੁਣ ਤਾਂ ਗੱਲ ਆਰਜਾਂ ਪਾਰ ਦੀ ਹੈ। ਇਹ ਵਕਤ ਸੀਗਾ, ਤੂੰ ਨਹੀਂ ਕੀਤਾ। ਜਦੋਂ ਰਾਜ ਇਨਸਾਫ ਨਹੀਂ ਕਰਦਾ ਤਾਂ ਲੋਕ ਆਪਣਾ ਇਨਸਾਫ ਲੈਣਾ ਜਾਣਦੇ ਨੇ, ਲੈਣਗੇ। ਕੀ ਬਾਤ। ਪਰ ਮੈਂ ਨਾ ਬੰਦਾ ਸਿੰਘ ਬਹਾਦਰ ਨੂੰ ਪਿੱਛੇ ਮੁੜਨ ਨੂੰ ਕਹਿਣਾ, ਤੇ ਜਿਹੜੀ ਇਸ ਤੁਹਾਡੀ ਸਲਤਨਤ ਦੀ ਹੋਣੀ ਹੈ ਨਾ, ਉਹ ਲਿਖੀ ਗਈ ਹੈ, ਕਿਉਂਕਿ ਤੁਸੀਂ ਇੰਨੇ ਜ਼ੁਲਮ ਕੀਤੇ ਨੇ, ਤੁਸੀਂ ਲੋਕਾਂ ਨਾਲ ਧੱਕਾ ਕੀਤਾ, ਗਰੀਬਾਂ ਦਾ ਜਿਹੜਾ ਮੂੰਹ ਚੋਂ ਨਿਵਾਲੇ ਖੋਏ ਨੇ, ਤੇ ਤੁਸੀਂ ਮੈਨੂੰ ਜਿੰਨਾ ਮਰਜ਼ੀ ਕਹੀ ਜਾਓ, ਜਿੰਨਾ ਮਰਜ਼ੀ ਵਾਅਦੇ ਦਾਅਵੇ ਕਰੀ ਜਾਓ, ਹੈਨਾ। ਹੋ ਸਕਦਾ ਉਹਨੇ ਵੀ ਮਤਲਬ ਡਿਨਰ ਕੀਤਾ ਹੋਵੇ ਜੀ, ਜਾਂ ਲੰਚ ਕੀਤਾ ਹੋਵੇ, ਹੈਨਾ। ਪਰ ਗੁਰੂ ਗੋਬਿੰਦ ਸਿੰਘ ਨੇ ਉਹ ਐਜੀਟੇਸ਼ਨ, ਉਹ ਬੰਦਾ ਸਿੰਘ ਬਹਾਦਰ ਦਾ ਜਿਹੜਾ ਇੱਕ ਪ੍ਰਸੰਗ ਸੀਗਾ, ਇਤਿਹਾਸ ਏਦਾਂ ਦਾ ਨਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਹੋਰੀ ਵੀ ਕਿਤੇ ਮਤਲਬ ਕਮਜ਼ੋਰੀ ਦਿਖਾ ਜਾਂਦੇ, ਜਿਹੜੇ ਨਹੀਂ ਸੀ ਦਿਖਾਉਣੀ ਉਹਨਾਂ ਨੇ। ਪਰ ਮੈਨੂੰ ਲੱਗਦਾ ਹੈ ਕਿ ਸੱਤਾ ਨੇ ਏਦਾਂ ਹੀ ਕਰਨਾ ਹੁੰਦਾ, ਲੜਨ ਵਾਲਿਆਂ ਨੇ ਏਦਾਂ ਹੀ ਕਰਨਾ ਹੁੰਦਾ ਜਿਵੇਂ ਲੜ ਰਹੇ ਨੇ। ਬਿਲਕੁਲ। ਲੀਡਰਸ਼ਿਪ ਦਾ ਰੋਲ ਉੱਥੇ ਹੁੰਦਾ ਹੈ ਕਿ ਕੀ ਲੀਡਰਸ਼ਿਪ ਦੀਆਂ ਲੱਤਾਂ ਤੇ ਨਹੀਂ ਕੰਬਦੀਆਂ, ਕੀ ਲੀਡਰਸ਼ਿਪ ਨੇ ਕਿਵੇਂ ਸੋਚਿਆ। ਅੱਜ ਦੇ ਦਿਨ ਤੱਕ ਲੀਡਰਸ਼ਿਪ ਰਾਈਟ ਜਾ ਰਹੀ ਹੈ ਮੇਰੀ ਉਹਦੇ ਵਿੱਚ, ਹੈ ਨਾ। ਕਾਸ਼
ਬਾਦਸ਼ਾਹਨਾ ਮੀਟਿੰਗ ਜਿਹੜੀ ਆ ਉਹਦੇ ਚੋਂ ਵੀ ਸਫਲ ਹੋ ਕੇ। ਇਹ ਦੋਵਾਂ ਨੇ ਦੋਸਤੋ ਵਕਤ ਹੁਣ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲ ਨੂੰ ਕੰਟੀਨਿਊ ਕਰੀਏ, ਪਰ ਗੱਲਾਂ ਇੱਥੇ ਮੁੱਕਦੀਆਂ ਨਹੀਂ ਹੈਗੀਆਂ। ਮੁੱਖ ਤੌਰ ਤੇ ਜਿਹੜੀ ਗੱਲ ਤੇ ਫੋਕਸ ਹੋਇਆ ਕਿ ਆਓ ਆਪਣੀ ਮਿੱਟੀ ਦੇ ਨਾਇਕਾਂ ਨੂੰ ਤਲਾਸ਼ੀਏ। ਸਾਡੇ ਕੋਲੇ ਬਹੁਤ ਵੱਡੇ ਨਾਇਕ ਨੇ, ਸਾਡੇ ਕੋਲੇ 10 ਗੁਰੂ ਸਾਹਿਬਾਨਾਂ ਦੀ ਪਰੰਪਰਾ ਹੈ, ਸਾਡੇ ਕੋਲੇ ਬੰਦਾ ਬਹਾਦਰ ਦੀ ਪਰੰਪਰਾ ਹੈ, ਸਾਡੇ ਕੋਲੇ ਦੁੱਲੇ ਦੀ ਪਰੰਪਰਾ ਹੈ, ਸਾਡੇ ਕੋਲੇ ਗਦਰ ਲਹਿਰ ਦੀ ਪਰੰਪਰਾ ਹੈ, ਸਾਡੇ ਕੋਲੇ ਪਗੜੀ ਸੰਭਾਲ ਜੱਟਾ ਲਹਿਰ ਦੀ ਪਰੰਪਰਾ ਹੈ, ਸਾਡੇ ਕੋਲੇ ਮਜ਼ਾਰਾ ਲਹਿਰ ਦੀ ਪਰੰਪਰਾ ਹੈ, ਸਾਡੇ ਕੋਲੇ ਨਕਸਲ ਵਾਲੀ ਲਹਿਰ ਦੀ ਪਰੰਪਰਾ ਹੈ ਤੇ ਹੋਰ ਬਹੁਤ ਸਾਰੀਆਂ ਪਰੰਪਰਾਵਾਂ। ਜੇ ਪੰਜਾਬ ਤੋਂ ਬਾਹਰ ਜਾਈ, ਜਿਵੇਂ ਪਹਿਲਾਂ ਗੱਲ ਕੀਤੀ ਸੀ, ਸਾਡੇ ਕੋਲੇ ਬੱਸਾ ਮੁੰਡਾ ਦੀ ਪਰੰਪਰਾ ਹੈ, ਸਾਡੇ ਕੋਲੇ ਨੀਲੀ ਬਰ ਦੀ ਪਰੰਪਰਾ ਹੈ। ਇਹ ਸਾਰੀਆਂ ਪਰੰਪਰਾਵਾਂ ਕਿਤੇ ਨਾ ਕਿਤੇ ਸਾਡੇ ਪਿਛੋਕੜ ਦੇ ਵਿੱਚ ਪਈਆਂ ਨੇ ਤੇ ਸਾਨੂੰ ਮੋਟੀਵੇਟ ਕਰਦੀਆਂ ਨੇ। ਲੋੜ ਇਸ ਗੱਲ ਦੀ ਹੈ ਕਿ ਅਸੀਂ ਇਹਨਾਂ ਨੂੰ ਤਲਾਸ਼ ਸਕੀਏ, ਅਸੀਂ ਇਹਨਾਂ ਨੂੰ ਸਮਝ ਸਕੀਏ, ਇਹਨਾਂ ਨੂੰ ਜਾਣ ਸਕੀਏ। ਜਦੋਂ ਅਸੀਂ ਨਾਇਕ ਬਾਹਰੋਂ ਤਲਾਸ਼ ਕਰਦੇ ਹਾਂ ਤਾਂ ਉਦੋਂ ਬਹੁਤ ਕੁਝ ਸਾਡੇ ਕੋਲੋਂ ਇਹੋ ਜਿਹਾ ਸਕਿਪ ਹੋ ਜਾਂਦਾ ਹੈ ਜਿਹਦੇ ਨਾਲ ਅਸੀਂ ਆਪਣੇ ਲੋਕਾਂ ਨੂੰ ਮੋਟੀਵੇਟ ਨਹੀਂ ਕਰ ਸਕਦੇ ਹੈਗੇ, ਕਿਉਂਕਿ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਆਪਣੀ ਮਿੱਟੀ ਦੇ ਨਾਇਕਾਂ ਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹੀ ਸਾਡੇ ਸੰਘਰਸ਼ ਨੂੰ ਮੋਟੀਵੇਟ ਕਰ ਸਕਦੇ ਨੇ। ਸੋ ਅੱਜ ਜਿਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਪੰਜਾਬ ਪਿਆ ਹੋਇਆ ਜਾਂ ਪੰਜਾਬ ਰਾਹੀਂ ਪੂਰਾ ਦੇਸ਼ ਪੈਣ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਆ ਕਰਦੇ ਹਾਂ ਤੇ ਉਹਦੇ ਵਿੱਚ ਇਹਨਾਂ ਨਾਇਕਾਂ ਵੱਲ ਵਾਰ-ਵਾਰ ਪਰਤਣਾ, ਇਹਨਾਂ ਨਾਇਕਾਂ ਨੂੰ ਸਮਝਣਾ, ਇਹਨਾਂ ਨਾਇਕਾਂ ਨੂੰ ਮੂਹਰੇ ਲਿਆਉਣਾ, ਇਹਨਾਂ ਨਾਇਕਾਂ ਦੀ ਦੇਣ ਨੂੰ ਯਾਦ ਕਰਨਾ ਅੱਜ ਦੇ ਦੌਰ ਦੀ ਬਹੁਤ ਵੱਡੀ ਲੋੜ ਹੈ ਤੇ ਬਹੁਤ ਵੱਡੀ ਪ੍ਰਸੰਗਤਾ ਹੈ। ਤਰਲੋਚਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਸੁਖਵਿੰਦਰ ਪੱਪੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਾਕੀ ਸਾਰੇ ਦੋਸਤ ਦਵਿੰਦਰ ਪੂਨੀਆ ਜੀ, ਸੰਜੀਵਨ ਜੀ, ਗੁਰਮੀਤ ਜੀ, ਬਲਕਾਰ ਸਿੱਧੂ ਜੀ ਤੇ ਹੋਰ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜੇ ਨੇ, ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜਲਦੀ ਇਹਦਾ YouTube ਲਿੰਕ ਕ੍ਰੀਏਟ ਕਰਕੇ ਵੀ ਤੁਹਾਨੂੰ ਸਾਂਝਾ ਕਰ ਦਿੱਤਾ ਜਾਊਗਾ ਸੋਸ਼ਲ ਮੀਡੀਆ ਤੇ ਆਸ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਰਹੋਗੇ। ਮਿਲਦੇ ਹਾਂ ਅਗਲੇ ਐਤਵਾਰ ਇਸ ਵਿਸ਼ੇ ਦੀ ਕਿਸੇ ਅਗਲੀ ਕੜੀ ਦੇ ਰੂਪ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੀਪ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਸਰ, ਸ਼ੁਕਰੀਆ ਪੂਨੀਆ ਸਰ। ਬਹੁਤ